ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਿੱਘੀ ਜੀ ਆਇਆਂ। ਤੁਹਾਡਾ ਹੋਸਟ ਦੋਸਤ ਨਰਿੰਦਰ ਸਿੰਘ ਜਸਵਾਲ ਪਿਆਰ ਨਾਲ ਤੁਸੀਂ ਮੰਗਾ ਵੀ ਕਹਿੰਦੇ ਹੋ ਪ੍ਰੋਗਰਾਮ ਪਰਿਵਾਰਿਕ ਸਾਂਝ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰਾਂ ਜੀ। ਇਹ ਚਲੋ ਜੀ ਹਫਤੇ ਦਾ ਪਲੇਠਾ ਪ੍ਰੋਗਰਾਮ ਹੁੰਦਾ ਮੰਗਲਵਾਰ ਵਾਲੇ ਦਿਨ ਪਰਿਵਾਰਿਕ ਸਾਂਝ ਵਿਜ਼ਨ ਪੰਜਾਬ ਟੀਵੀ ਦੇ ਉੱਪਰ ਤੁਸੀਂ ਜੁੜ ਕੇ ਇਸ ਨੂੰ ਉਹ ਵੇਖ ਸਕਦੇ ਹੋ। ਤੇ ਨਾਲ ਦੀ ਨਾਲ ਫੇਸਬੁੱਕ ਪੇਜ ਜੇ ਤੁਸੀਂ ਨਹੀਂ ਲਾਈਕ ਕੀਤਾ ਤੇ ਵਿਜ਼ਨ ਪੰਜਾਬ ਟੀਵੀ ਦਾ ਫੇਸਬੁੱਕ ਪੇਜ ਲਾਈਕ ਕਰ ਲੈਣਾ ਤੇ ਸਾਰੇ ਹੀ ਪ੍ਰੋਗਰਾਮਾਂ ਦਾ ਜਿਹੜਾ ਆਨੰਦ ਆ ਉਹ ਤੁਸੀਂ ਮਾਣ ਸਕਦੇ ਹੋ। ਨਰਿੰਦਰ ਜਸਵਾਲ, ਟੋਨੀ ਜੌਲ, ਜਿੰਨੇ ਵੀ ਸਾਡੀ ਟੀਮ ਦੇ ਮੈਂਬਰ ਨੇ ਉਹਨਾਂ ਸਭ ਦੀ ਫੇਸਬੁੱਕ ਦੇ ਉੱਪਰ ਜਿਹੜਾ ਪ੍ਰੋਗਰਾਮ ਹੈ ਜੀ ਇਹ ਲਾਈਵ ਕਰ ਦਿੱਤਾ ਗਿਆ ਆ। ਸੋ ਸਟੂਡੀਓ ਦੇ ਵਿੱਚ ਜੇ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ, ਕਾਲ ਕਰਨਾ ਚਾਹੁੰਦੇ ਹੋ ਤੇ ਸਟੂਡੀਓ ਦਾ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲ ਰਿਹਾ ਆ 905 790 99 9057909099 ਤੇ ਕਾਲ ਕਰਕੇ ਤੁਸੀਂ ਆਪਣੀ ਗੱਲਬਾਤ ਜਿਹੜੀ ਆ ਉਹ ਰੱਖ ਸਕਦੇ ਹੋ। ਤੁਹਾਡੀ ਗੱਲਬਾਤ ਸਾਡੇ ਕੋਲ ਆਵੇਗੀ ਤੇ ਸਾਡੇ ਥਰੂ ਸਾਡੇ ਲੱਖਾਂ ਕਰੋੜਾਂ ਪਰਿਵਾਰਾਂ ਤੱਕ ਜਿਹੜੀ ਆ ਪੂਰੀ ਦੁਨੀਆ ਦੇ ਵਿੱਚ ਇੱਕ ਕਾਰਨਰ ਤੋਂ ਦੂਜੀ ਕਾਰਨਰ ਦੁਨੀਆ ਦੇ ਤੱਕ ਜਿਹੜੀ ਗੱਲਬਾਤ ਆ ਜੀ ਉਹ ਪਹੁੰਚਦੀ ਹੋ ਜਾਵੇਗੀ। ਕਿਉਂਕਿ ਐਕਚੁਅਲੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜੇ ਇਹ ਮੰਚ ਨੇ ਇਹ ਮੰਚ ਹੀ ਇਸ ਕੰਮ ਲਈ ਹੁੰਦੇ ਆ ਕਿਉਂਕਿ ਇਹ ਟੀਵੀ ਵੀਡੀਓ ਜੋ ਕੁਝ ਵੀ ਇਹ ਆ ਇਹ ਸਾਰੇ ਜਿਹੜੇ ਆ ਇਨਫੋਰਮੇਸ਼ਨ ਟੈਕਨੋਲੋਜੀ ਦੇ ਥੱਲੇ ਜਿਹੜੇ ਆਉਂਦੇ ਆ। ਸੋ ਇਨਫੋਰਮੇਸ਼ਨ ਜਿਹੜੀ ਇੱਥੋਂ ਪ੍ਰਦਾਨ ਹੁੰਦੀ ਆ। ਸੋ ਇਹਦਾ ਵੱਧ ਤੋਂ ਵੱਧ ਲਾਹਾ ਜਿਹੜਾ ਆ ਉਹ ਲੈਣਾ ਚਾਹੀਦਾ ਆ। ਇਹ ਨਹੀਂ ਆ ਕਿ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਬੈਡਰੂਮਾਂ ਦੇ ਵਿੱਚ ਜਾਂ ਕੋਈ ਕੀ ਕਰ ਰਿਹਾ ਉਹਨਾਂ ਦੇ ਉੱਤੇ ਹੀ ਸਾਰਾ ਦਿਨ ਝਾਕੀ ਜਾਈਏ, ਝਾਤਾਂ ਮਾਰੀ ਜਾਈਏ। ਦੁਨੀਆ ਦੇ ਵਿੱਚ ਬਹੁਤ ਕੁਛ ਐਸੀਆਂ ਨਿਊਜ਼ ਹੁੰਦੀਆਂ ਨੇ, ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜੀਆਂ ਕਿ ਤੁਸੀਂ ਆਪਣੇ ਮੰਚ ਦੇ ਰਾਹੀਂ ਪੇਸ਼ ਕਰ ਸਕਦੇ ਹੋ। ਸਮਾਜ ਦੇ ਵਿੱਚ ਇੰਨੀਆਂ ਕ੍ਰਿਤੀਆਂ ਹੁੰਦੀਆਂ ਨੇ, ਤੁਸੀਂ ਜਿਸ ਸਮਾਜ ਨੂੰ ਬਿਲੋਂਗ ਕਰਦੇ ਹੋ, ਜਿਸ ਧਰਮ ਨੂੰ ਬਿਲੋਂਗ ਕਰਦੇ ਹੋ ਉਸ ਦੇ ਵਿੱਚ ਹਜ਼ਾਰਾਂ ਕ੍ਰਿਤੀਆਂ ਹੁੰਦੀਆਂ ਨੇ, ਤਰੁੱਟੀਆਂ ਹੁੰਦੀਆਂ ਨੇ। ਉਹਨਾਂ ਦੇ ਉੱਤੇ ਗੱਲਬਾਤ ਕਰਕੇ ਤੁਸੀਂ ਇੱਕ ਵਧੀਆ ਸਮਾਜ, ਇੱਕ ਵਧੀਆ ਜਿਹੜਾ ਸਾਰਾ ਕੁਛ ਉਸ ਸਕਦੇ ਹੋ। ਜਿਹੜੇ ਲੋਕ ਤੁਹਾਨੂੰ ਜਿਹੜਾ ਗਲਤ ਤਰੀਕਿਆਂ ਦੇ ਨਾਲ ਜਿਹੜੇ ਦੂਸ਼ਣਬਾਜ਼ੀ ਲਾਉਂਦੇ ਨੇ ਉਹਨਾਂ ਦੀਆਂ ਤੁਸੀਂ ਗੱਲਾਂ ਬਾਤਾਂ ਕਰ ਸਕਦੇ ਹੋ। ਹੋ ਸਕਦਾ ਹੈ ਕਿ ਇਸ ਤਰੀਕੇ ਦੇ ਪ੍ਰੋਗਰਾਮ ਜੋ ਤੁਸੀਂ ਉਲੀਕਦੇ ਹੋ ਤੇ ਉਹਨਾਂ ਦੇ ਨਾਲ ਕੋਈ ਨਾ ਕੋਈ ਸੇਧ ਜਿਹੜੀ ਆ ਕਿਸੇ ਨਾ ਕਿਸੇ ਪਰਿਵਾਰ ਨੂੰ ਜਿਹੜੀ ਆ ਜੀ ਉਹ ਮਿਲੇਗੀ। ਪਰ ਵੀਕਐਂਡ ਦੇ ਉੱਤੇ ਬਹੁਤ ਜਿਹੜੀਆਂ ਗਤੀਵਿਧੀਆਂ ਹੋਈਆਂ ਉਹਨਾਂ ਦੇ ਬਾਰੇ ਜਿਹੜੀ ਆ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਹਮੇਸ਼ਾ ਕਰਦੇ ਹਾਂ। ਸੋ ਪਰਿਵਾਰਿਕ ਸਾਂਝ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਆਪਾਂ ਕਰਨ ਤੋਂ ਪਹਿਲਾਂ ਸਾਂਝ ਪਾਉਂਦੇ ਹਾਂ ਜੌਲ ਸਾਹਿਬ ਦੇ ਨਾਲ ਤੇ ਉਸ ਤੋਂ ਬਾਅਦ ਆਪਣੇ ਪਰਿਵਾਰਾਂ ਦੇ ਨਾਲ। ਸੋ ਆਓ ਆਪਾਂ ਪਹਿਲਾਂ ਜੌਲ ਸਾਹਿਬ ਦੇ ਨਾਲ ਸਾਂਝ ਪਾਉਂਦੇ ਹਾਂ ਤੇ ਫਿਰ ਕਰਦੇ ਹਾਂ। ਜੌਲ ਸਾਹਿਬ ਪ੍ਰੋਗਰਾਮ ਦੇ ਵਿੱਚ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਿੱਘੀ ਜੀ ਆਇਆਂ ਜੀ। ਥੈਂਕ ਯੂ ਮੰਗਾ ਭਾਜੀ, ਆਪ ਜੀ ਨੂੰ ਵੀ ਤੇ ਜਿੰਨੇ ਵੀ ਇਸ ਵੇਲੇ ਸਾਡੇ ਭੈਣ ਭਰਾ ਵਿਜ਼ਨ ਪੰਜਾਬ ਟੀਵੀ ਦੇ ਅੱਗੇ ਬੈਠੇ ਆ ਉਹਨਾਂ ਸਾਰਿਆਂ ਨੂੰ ਵੀ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਬਿਲਕੁਲ ਜੀ ਵੀਕਐਂਡ ਤੋਂ ਬਾਅਦ ਦੁਬਾਰਾ ਤੁਹਾਡੇ ਰੂਬਰੂ ਹੋ ਗਏ ਅਸੀਂ ਦੋਨੋਂ ਵੀਰ। ਸਾਡਾ ਪ੍ਰੋਗਰਾਮ ਤੁਹਾਨੂੰ ਵੀ ਪਤਾ ਹੀ ਹੈ ਕਿ ਜਿੱਦਾਂ ਪਰਿਵਾਰਕ ਸਾਂਝ ਨਾ ਆ, ਪਰਿਵਾਰਕ ਹੀ ਗੱਲਾਂ ਬਾਤਾਂ ਤੁਹਾਡੇ ਨਾਲ ਕਰੀਦੀਆਂ ਆ। ਤੁਸੀਂ ਕੋਈ ਵੀ ਗੱਲਬਾਤ ਸਾਡੇ ਨਾਲ ਕਰਨੀ ਹੋਵੇ, ਕੋਈ ਵੀ ਸਾਂਝ ਪਾਉਣੀ ਹੋਵੇ ਤਾਂ ਨੰਬਰ ਤੁਹਾਡੀ ਸਕਰੀਨ ਤੇ ਜੀ ਫਲੈਸ਼ ਕਰ ਰਿਹਾ ਵਾਰ-ਵਾਰ 905 790 90 ਤੇ 99 ਤੇ ਤੁਸੀਂ ਕਾਲ ਕਰਕੇ ਕੋਈ ਵੀ ਤੁਹਾਡੇ ਕੋਲ ਅਪਡੇਟ ਹੈ ਟੋਰਾਂਟੋ ਨੂੰ ਲੈ ਕੇ ਤਾਂ ਤੁਸੀਂ ਸਾਂਝੀ ਕਰ ਸਕਦੇ ਆ। ਵੀਕਐਂਡ ਦਾ ਜਦੋਂ ਵੀ ਅਸੀਂ ਪ੍ਰੋਗਰਾਮ ਕਰਦੇ ਹਾਂ ਤੁਹਾਡੀਆਂ ਢੇਰ ਸਾਰੀਆਂ ਕਾਲਾਂ ਆਉਂਦੀਆਂ ਆ, ਚਾਹੇ ਫੇਸਬੁੱਕ ਦੇ ਜ਼ਰੀਏ ਆਉਂਦੀਆਂ, ਚਾਹੇ ਸੈੱਲਫੋਨ ਤੇ ਆਉਂਦੀਆਂ, ਚਾਹੇ ਤੁਹਾਡੇ ਮੈਸੇਜ ਆਉਂਦੇ ਆ। ਬੜਾ ਦਿਲ ਖੁਸ਼ ਹੁੰਦਾ ਕਿ ਤੁਹਾਡੇ ਨਾਲ ਵੀਕਐਂਡ ਤੇ ਵੀ ਦਿਲ ਜਿਹੜਾ ਲੱਗਿਆ ਰਹਿੰਦਾ ਕਿਉਂਕਿ ਸਾਡਾ ਕੰਮ ਹੀ ਇਸ ਤਰ੍ਹਾਂ ਦਾ ਆ। ਚਾਹੇ ਮੰਗਾ ਭਾਜੀ ਆ, ਚਾਹੇ ਮੈਂ ਆ, ਚਾਹੇ ਸਾਡੀ ਵਿਨੀਪੈਗ ਤੋਂ ਟੀਮ ਆ, ਸਾਡੇ ਵੀਰ ਸਾਰੇ ਜਿੰਨੇ ਵੀ ਉੱਥੇ ਆ, ਨੀਲੂ ਭਾਜੀ ਆ, ਰਾਜੂ ਭਾਜੀ ਆ, ਵੱਡੇ ਵੀਰ ਜੀ ਆ, ਫਿਰ ਸੁਨੀਲ ਵੀਰਾ ਸਾਡਾ, ਔਰ ਸਾਰੇ ਦੇ ਸਾਰੇ ਅਸੀਂ ਸਭ ਤੋਂ ਹੀ ਦਿਨ ਕੰਮ ਕਰਦੇ ਹਾਂ। ਚਾਹੇ ਸਾਡੀ ਇੰਡੀਆ ਦੀ ਟੀਮ ਦੀ ਗੱਲਬਾਤ ਕਰ ਲਈਏ, ਚਾਹੇ ਵਿਨੀਪੈਗ ਜਾਂ ਫਿਰ ਟੋਰਾਂਟੋ ਤੇ ਸਾਡੀ ਇੱਥੇ ਵੀ ਜਿਹੜੀ ਟੀਮ ਸਾਡੀ ਬੜੀ ਵੱਡੀ ਆ ਜਿਨ੍ਹਾਂ ਦੇ ਵਿੱਚ ਮੰਗਾ ਭਾਜੀ ਆ, ਮੈਂ ਆ, ਆਪਣੇ ਪ੍ਰੀਤ ਰਖਲਾ ਸਾਹਿਬ ਆ ਤੇ ਸਾਡੀ ਟੀਮ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਜਿਹਾ ਅਸੀਂ ਵਾਧਾ ਕਰਨ ਜਾ ਰਹੇ ਹਾਂ। ਤੁਹਾਡੇ ਨਾਲ ਵੀ ਅਸੀਂ ਇਹ ਜ਼ਰੂਰ ਸਾਂਝ ਪਾਉਣੀ ਆ ਕਿ ਕੋਈ ਵੀ ਜਿੰਨੇ ਵੀ ਸਾਡੇ ਟੋਰਾਂਟੋ ਦੇ ਭੈਣ ਭਰਾ ਇਸ ਵੇਲੇ ਵਿਜ਼ਨ ਪੰਜਾਬ ਟੀਵੀ ਨੂੰ ਵਾਚ ਕਰ ਰਹੇ ਆ, ਕੋਈ ਸਾਡੀ ਬੱਚੀ ਜਾਂ ਸਾਡੀ ਕੋਈ ਭੈਣ ਜਾਂ ਸਾਡੀ ਕੋਈ ਵੀ ਜਿਹਨੂੰ ਪ੍ਰੋਗਰਾਮ ਕਰਨਾ ਆਉਂਦਾ, ਜਿਹਦੇ ਕੋਲ ਕੋਈ ਥੀਮ ਹੈਗਾ ਪ੍ਰੋਗਰਾਮ ਕਰਨ ਦਾ, ਉਹ ਸਾਡੇ ਨਾਲ ਗੱਲਬਾਤ ਕਰ ਲਿਓ ਪ੍ਰੋਗਰਾਮ ਤੋਂ ਬਾਅਦ ਤੇ ਤੁਹਾਨੂੰ ਪੂਰਾ ਮੌਕਾ ਦੇਵਾਂਗੇ ਅਸੀਂ ਵਿਜ਼ਨ ਪੰਜਾਬ ਟੀਵੀ ਤੇ ਪ੍ਰੋਗਰਾਮ ਕਰਨ ਦਾ। ਤੇ ਅਗਰ ਪ੍ਰੋਗਰਾਮ ਆਪਾਂ ਪ੍ਰੋਪਰ ਕਰ ਸਕਦੇ ਹੋਏ ਜਾਂ ਤੁਹਾਨੂੰ ਥੋੜੀ ਬਹੁਤੀ ਟ੍ਰੇਨਿੰਗ ਦੀ ਜ਼ਰੂਰਤ ਵੀ ਹੋਈ ਤੇ ਅਸੀਂ ਦੋਨੋਂ ਵੀਰ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਬੈਠ ਕੇ ਪ੍ਰੋਗਰਾਮ ਕਰਨ ਦੀ। ਤੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰਨੀ ਆ ਤਾਂ 416 818 2020 ਮੇਰਾ ਨੰਬਰ ਆ ਤੇ ਮੰਗਾ ਭਾਜੀ ਦਾ ਨੰਬਰ ਆ ਜੀ 647 205 1299 ਤੇ ਤੁਸੀਂ ਗੱਲਬਾਤ ਕਰ ਸਕਦੇ ਆ। ਮੰਗਾ ਭਾਜੀ ਅੱਜ ਜਿਹੜੀ ਗੱਲਬਾਤ ਇਹ ਸਭ ਤੋਂ ਪਹਿਲਾਂ ਮੈਨੂੰ ਤਾਂ ਥੋੜਾ ਜਿਹਾ ਹਾਸਾ ਆ ਰਿਹਾ ਸੀਗਾ ਕਿ ਅਸੀਂ ਜਿਹੜੇ ਨੁਮਾਇੰਦਿਆਂ ਨੂੰ ਖੁਦ
ਆਪ ਵੋਟਾਂ ਪਾ ਕੇ ਬਣਾਇਆ ਸੀ ਤੇ ਕਹਿੰਦੇ ਹੁੰਦੇ ਨਾ ਕਈ ਵਾਰੀ ਕਿ ਤੁਸੀਂ ਬਣਾ ਤਾਂ ਲਓ, ਉਦੋਂ ਬਾਅਦ ਚ ਦੇਖਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ। ਉਹ ਜਿਹੜਾ ਅੱਜ ਦਿਨ ਆ, ਮੈਂ ਹੁਣੀ ਮੇਰੀ ਰਾਣਾ ਭਾਜੀ ਉਹਨਾਂ ਨਾਲ ਗੱਲਬਾਤ ਹੋਈ ਸੀਗੀ, ਕੋਸ਼ਿਸ਼ ਕਰਾਂਗੇ ਕਿ ਅਗਰ ਰਾਣਾ ਭਾਜੀ ਹੁਣੀ ਸਾਡੇ ਨਾਲ ਜੁੜੇ ਤਾਂ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ। ਜਿੱਥੇ ਅਸੀਂ ਸਕੂਲਾਂ ਦੇ ਵਿੱਚ ਆਮ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਮੰਗਾ ਭਾਜੀ ਕਿ ਸਾਡੇ ਬੱਚੇ ਡਰੱਗ ਲੈਂਦੇ ਆ, ਗਲਤ ਗੱਲਾਂ ਬਾਤਾਂ ਹੁੰਦੀਆਂ, ਬਹੁਤ ਕੁਛ ਇਦਾਂ ਦਾ ਜਿਹੜਾ ਅਸੀਂ ਸਾਂਝਾ ਕਰਦੇ ਰਹੀਦਾ ਆ। ਪਰ ਇੱਕ ਜਿਹੜੀ ਅੱਜ ਬੜੀ ਮੰਦਭਾਗੀ ਗੱਲ ਹੋਈ ਆ, ਉਹਦੇ ਤੇ ਅੱਜ ਥੋੜੀ ਜਿਹੀ ਅਸੀਂ ਚਰਚਾ ਕਰਾਂਗੇ। ਪਹਿਲਾਂ ਉਸ ਤੋਂ ਬਾਅਦ ਅਗਲੀਆਂ ਗੱਲਾਂ ਬਾਤਾਂ ਤੇ ਜਾਵਾਂਗੇ। ਸਕੂਲ ਦੇ ਵਿੱਚ ਜਦੋਂ ਵੀ ਆਪਾਂ ਜਾਂਦੇ ਸੀਗੇ ਮੰਗਾ ਭਾਜੀ, 1 ਜਾਂ 2 ਪੁਲਿਸ ਅਫਸਰਾਂ ਦੀ ਉੱਥੇ ਡਿਊਟੀ ਹੁੰਦੀ ਸੀਗੀ, ਹਾਂਜੀ, ਜਿਹੜੇ ਹਾਈ ਸੈਕੰਡਰੀ ਸਕੂਲਾਂ ਦੀ, ਜਿਨ੍ਹਾਂ ਤੋਂ ਸਾਡੇ ਨਿਆਣੇ ਡਰਦੇ ਸੀਗੇ। ਐਟ ਲੀਸਟ ਕੁਛ ਨਾ ਕੁਛ ਤਾਂ ਡਰ ਹੈਗਾ ਨਾ ਪੁਲਿਸ ਦਾ ਕਿ ਪੁਲਿਸ ਦੇ ਸਕੂਲ ਦੇ ਸਾਡੇ ਦੇ ਆਲੇ ਦੁਆਲੇ ਅਸੀਂ ਕੋਈ ਗਲਤੀ ਕਰਾਂਗੇ ਤਾਂ ਸਾਨੂੰ ਉਹ ਫੋਲੋ ਕਰਨਗੇ, ਸਾਨੂੰ ਉਹ ਵਾਚ ਕਰਨਗੇ। ਅੱਜ ਤੋਂ ਜਿਹੜੀ ਉਹ ਗੱਲਬਾਤ ਬੰਦ ਕਰ ਦਿੱਤੀ ਗਈ ਆ। ਔਰ ਇਹਦਾ ਸਿਹਰਾ ਜਿਹੜਾ ਆ ਜੀ, ਉਹ ਸਾਡੇ ਹੀ ਜਿਹੜੇ ਸਕੂਲ ਟਰਸਟੀ ਆ, ਸਾਡੀ ਕਮਿਊਨਿਟੀ ਦੇ ਸਕੂਲ ਟਰਸਟੀ ਆ, ਉਹਨਾਂ ਦੇ ਸਿਰ ਜਿਹੜੇ ਆ ਜੀ ਉਹ ਵੱਜਦਾ ਆ ਇਹਨਾਂ ਸਾਰੇ ਕੰਮਾਂ ਦੇ ਲਈ। ਬਹੁਤ ਜਿਹੜੀ ਆ ਦੁੱਖ ਦੀ ਗੱਲ ਆ ਜਦੋਂ ਆਪਾਂ ਜਿਹੜੀਆਂ ਸਹੂਲਤਾਂ ਕਰਕੇ, ਜਿਹੜੇ ਸਿਸਟਮ ਦੇ ਕਰਕੇ ਅਸੀਂ ਇੱਥੇ ਆਏ ਆ, ਉਹ ਹੌਲੀ ਹੌਲੀ ਸਾਡੇ ਕੋਲੋਂ ਕੱਟੀਆਂ ਜਾ ਰਹੀਆਂ ਆ ਤੇ ਸਾਡੇ ਤੋਂ ਦੂਰ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਆ। ਇਹਦੇ ਵਿੱਚ ਕਸੂਰ ਐਕਚੁਅਲੀ ਮੈਂ ਪਹਿਲਾਂ ਕਹਿੰਦਾ ਨਾ ਸਾਡਾ ਆ। ਸਕੂਲ ਟਰਸਟੀ ਤੁਸੀਂ ਕਿਸੇ ਨੂੰ ਚੁਣ ਰਹੇ ਹੋ, ਤੁਸੀਂ ਪਹਿਲਾਂ ਇਹ ਦੇਖੋ ਵੀ ਪਹਿਲੋਂ ਸਕੂਲ ਟਰਸਟੀ ਬਣਨ ਦੇ ਕਾਬਿਲ ਵੀ ਹੈਗੇ ਆ, ਉਹ ਕੀ ਉਹਨਾਂ ਨੇ ਇੱਥੋਂ ਆਪਣੀ ਮੁੱਢਲੀ ਐਜੂਕੇਸ਼ਨ ਜਿਹੜੀ ਆ ਉਹ ਲਈ ਹੋਈ ਆ। ਕਿਉਂਕਿ ਜੇ ਤਾਂ ਉਹਨਾਂ ਨੇ ਆਪਣੀ ਮੁੱਢਲੀ ਐਜੂਕੇਸ਼ਨ ਇੱਥੋਂ ਲਈ ਹੋਈ ਆ ਤੇ ਉਹਨਾਂ ਨੂੰ ਪਤਾ ਆ ਕਿ ਇੱਕ ਕਿੰਡਰਗਾਰਟਨ ਤੋਂ ਲੈ ਕੇ ਜਦੋਂ ਤੱਕ ਉਹਨਾਂ ਨੇ ਪੜ੍ਹਾਈ ਨਹੀਂ ਖਤਮ ਕੀਤੀ ਉਦੋਂ ਤੱਕ ਜਿਹੜੀਆਂ ਉਹ ਕੀ ਪ੍ਰੋਬਲਮਸ ਜਿਹੜੀਆਂ ਉਹ ਬੱਚੇ ਫੇਸ ਕਰਦੇ ਆ। ਸੋ ਆਪਾਂ ਕੀ ਕਰਦੇ ਆ, ਕੋਈ ਭੂਆ ਭਤੀਜਾ ਬਾਅਦ ਚਾਚਾ ਤਾਇਆ, ਸਾਡਾ ਮਾਮੇ ਦਾ ਪੁੱਤ, ਸਾਡੇ ਪਿੰਡਾਂ ਦਾ, ਸਾਡੇ ਇਲਾਕੇ ਦਾ, ਸਾਡਾ ਗੋਤੀ, ਅਸੀਂ ਉਹ ਜਿਹੜਾ ਗੰਦ ਪਿੰਡਾਂ ਦੇ ਵਿੱਚ ਪਾਇਆ ਸੀ ਨਾ, ਪੰਚਾਇਤਾਂ ਚੁਣਨ ਦੇ ਲਈ, ਸਰਪੰਚ ਚੁਣਨ ਦੇ ਲਈ, ਤੇ ਗਾਂ ਐਮਐਲਏ, ਫਿਰ ਐਮਪੀ ਚੁਣਨ ਦੇ ਲਈ, ਸਰਕਾਰਾਂ ਦੇ ਲਈ ਝੋਲੀ ਚੁੱਕ ਆਪਾਂ ਬਣੇ ਰਹੇ ਆ। ਜਿੱਧਰ ਨੂੰ ਚੱਲ ਗਏ ਉਧਰ ਨੂੰ, ਜਿਹਨੇ ਸ਼ਰਾਬ ਦੀ ਬੋਤਲ ਦਿੱਤੀ, ਜਿਹਨੇ 100 ਰੁਪਈਆ ਦਿੱਤਾ, ਐਗਜ਼ੈਕਟਲੀ ਉਹੀ ਤੁਹਾਡੀ ਮਾਨਸਿਕਤਾ ਜਿਹੜੀ ਆ ਨਾ ਉਹ ਤੁਸੀਂ ਨਾਲ ਲੈ ਕੇ ਆਏ ਆ। ਤੇ ਉਹਦੇ ਨਾਲ ਉਹ ਕੁਛ ਜਿਹੜੇ ਦੇਖੋ, ਜਿਹੜੇ ਸ਼ੈਤਾਨ ਲੋਕ ਉੱਥੇ ਸੀਗੇ ਤੁਹਾਡੀ ਮਾਨਸਿਕਤਾ ਦੇ ਨਾਲ ਖੇਡਦੇ ਸੀ, ਉਹ ਸ਼ੈਤਾਨ ਲੋਕ ਇੱਥੇ ਵੀ ਆਏ ਹੋ ਆ। ਉਹਨਾਂ ਦੇ ਵਿੱਚ ਉਹ ਜਿਹੜੇ ਕਹਿੰਦੇ ਹੁੰਦੇ ਬਲੱਡ ਦੇ ਵਿੱਚ ਜਿਹੜੇ ਜੀਨਸ ਆ ਉਹ ਉਹਨਾਂ ਦੇ ਅੰਦਰ ਹੈਗੇ ਆ, ਉਹ ਤੁਹਾਡੀ ਮਾਨਸਿਕਤਾ ਦੇ ਨਾਲ ਇੱਥੇ ਵੀ ਖੇਡ ਰਹੇ ਆ। ਉਹ ਤੁਹਾਨੂੰ ਬਾਰਬੀ ਪਾਰਟੀਆਂ ਕਰਦੇ ਆ, ਤੁਸੀਂ ਜਾਂਦੇ ਆ, ਸ਼ਰਾਬਾਂ ਪੀਂਦੇ ਆ। ਸੋ ਇਹ ਜਿਹੜਾ ਆਪਣੇ ਇਲੈਕਸ਼ਨਸ ਦੇ ਟਾਈਮ ਦੇ ਉੱਤੇ ਸ਼ਰਾਬਾਂ ਦਾ, ਰੋਟੀਆਂ ਦਾ, ਕੰਪੇਨਿੰਗ ਆਫਿਸ ਦੇ ਵਿੱਚ ਜਾ ਕੇ ਖਾਣ ਪੀਣ ਦਾ, ਮਹਿਫਲਾਂ ਲਾਉਣ ਦਾ ਇਹ ਕੰਮਕਾਰ ਪੰਜਾਬੀਆਂ ਦੇ ਹਿੱਸੇ ਆਇਆ। ਇਹ ਪੰਜਾਬੀਆਂ ਨੇ ਪਿਰਤ ਪਾਈ ਆ। ਇਹਦੇ ਵਿੱਚ ਕਹ ਲਓ ਅਸੀਂ ਖੁਦ ਗਵਾਹ ਆ ਇਸ ਗੱਲ ਦੇ, ਕਿਉਂਕਿ ਅਸੀਂ ਖੁਦ ਉੱਥੇ ਜਿਹੜੇ ਕੰਪੇਨਿੰਗ ਆਫਿਸਾਂ ਦੇ ਵਿੱਚ ਜਾ ਕੇ ਇਹ ਸਭ ਕੁਝ ਦਾ ਹਿੱਸਾ ਬਣਦੇ ਰਹੇ ਆ, ਸਭ ਕੁਝ ਅਸੀਂ ਕਰਦੇ ਰਹੇ ਆ। ਕੰਪੇਨਿੰਗ ਆਫਿਸ ਦਾ ਮਤਲਬ ਹੁੰਦਾ ਕਿ ਆਪਣੇ ਕੰਮ ਦੇ ਵਿੱਚੋਂ, ਬਿਜ਼ੀ ਸਕੈਜੂਲ ਦੇ ਵਿੱਚੋਂ ਜਿਸ ਕੈਂਡੀਡੇਟ ਨੂੰ ਤੁਸੀਂ ਲਾਈਕ ਕਰਦੇ ਆ, ਜਿਹੜਾ ਕੈਂਡੀਡੇਟ ਤੁਹਾਨੂੰ ਲਾਈਕ ਲੱਗਦਾ ਆ, ਉਹਦੇ ਲਈ ਤੁਸੀਂ ਘੰਟਾ ਅੱਧਾ ਘੰਟਾ ਆਪਣੇ ਕੰਮ ਵਿਅਸਤ ਦੇ ਵਿੱਚੋਂ ਕੱਢ ਕੇ ਜਾ ਕੇ ਉਹਦੀ ਕੰਪੇਨ ਦੇ ਵਿੱਚ ਹੈਲਪ ਕਰਕੇ ਆਓ। ਪਰ ਨਹੀਂ, ਹੁਣ ਕੰਪੇਨਿੰਗ ਆਫਿਸਾਂ ਦੇ ਵਿੱਚ ਗਰੁੱਪ ਬਣਾ ਲਏ ਜਾਂਦੇ ਨੇ। ਇਹਦੇ ਵਿੱਚ ਜਿਵੇਂ ਸਾਡੀਆਂ ਕਬੱਡੀ ਦੀਆਂ ਕਲੱਬਾਂ ਸੀਗੀਆਂ, ਉਹ ਵੀ ਸਾਰੇ ਅਸੀਂ ਇਨਵੋਲਵ ਸੀਗੇ। ਮੈਂ ਖੁਦ ਅਸੀਂ ਸਾਰੇ ਇਨਵੋਲਵ ਹੁੰਦੇ ਸੀਗੇ। ਇੱਕ ਗਰੁੱਪ ਇੱਕ ਨਾਲ ਲੱਗ ਗਿਆ ਦੂਜਾ, ਕਿਉਂਕਿ ਸਾਨੂੰ ਹੁੰਦਾ ਸੀਗਾ ਕਿ ਕੱਲ ਨੂੰ ਕੋਈ ਜਿੱਤਦਾ ਆਇਆ ਤੇ ਪਲੇਅਰਾਂ ਦੇ ਪਰਮਿਟ ਲੈਣੇ ਆ ਤੇ ਸੌਖਾ ਹੋ ਜਾਵੇਗਾ। ਪਰ ਕਿਤੇ ਨਾ ਕਿਤੇ ਅਸੀਂ ਇਸ ਸਭ ਕਾਸੇ ਦੇ ਵਿੱਚ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਆ ਉਹਦੇ ਲਈ ਅਸੀਂ ਦਿਨੋਂ ਦਿਨ ਜਿਹੜੇ ਆ ਟੋਏ ਪੱਟਦੇ ਗਏ ਆ। ਤੇ ਹੁਣ ਉਹਨਾਂ ਦੇ ਨਤੀਜੇ ਤਾਂ ਜਿਹੜੇ ਦੇਖੋ ਸਾਨੂੰ ਮਿਲਣੇ ਹੀ ਆ। ਅੱਜ ਦੀ ਤਰੀਕ ਦੇ ਵਿੱਚ ਕੋਈ ਮੈਂਬਰ ਪਾਰਲੀਮੈਂਟ, ਕੋਈ ਐਮਪੀਪੀ, ਕੋਈ ਤੁਹਾਨੂੰ ਦੱਸਿਆ ਵੀ ਕੋਈ ਤੁਹਾਡਾ ਰੀਜਨਲ ਕਾਉਂਸਲਰ ਜਾਂ ਕੋਈ ਵੀ ਤੁਹਾਡਾ ਕਾਉਂਸਲਰ, ਸਕੂਲ ਟਰਸਟੀ ਤੁਹਾਨੂੰ ਕੋਈ ਕਿਸੇ ਚੀਜ਼ ਦਾ ਜਵਾਬ ਨਹੀਂ ਦਿੰਦਾ। ਮੈਂ ਤੁਹਾਨੂੰ ਅੱਜ ਆਪਣੇ ਟੀਵੀ ਦੇ ਮੰਚ ਦੇ ਰਾਹੀਂ ਇਹ ਗੱਲ ਕਹਿਣਾ ਆ ਕਿ ਅਸੀਂ ਮੈਂ ਖੁਦ ਐਗਜ਼ਾਮਪਲ ਆ ਕਿ ਅਸੀਂ ਡਰਾਈਵਿੰਗ ਸਕੂਲ ਅਸੀਂ ਰਨ ਕਰਦੇ ਆ। ਇਹ ਉਸ ਡਰਾਈਵਿੰਗ ਸਕੂਲ ਦੇ ਕਮਰੇ ਦੇ ਵਿੱਚ ਮੈਨੂੰ ਇਹ ਪਰਮਿਸ਼ਨ ਹੈਗੀ ਆ ਕਿ ਮੈਂ ਉੱਥੇ 8 ਜਾਂ 9 ਬੰਦਿਆਂ ਦੀ ਸੋਸ਼ਲ ਡਿਸਟੈਂਸ ਦੇ ਨਾਲ ਇਨ ਕਲਾਸ ਲਾ ਸਕਦਾ ਆ ਤੇ ਪੜ੍ਹਾ ਸਕਦਾ ਆ। ਉਹੀ ਸਟੂਡੈਂਟਾਂ ਨੇ ਟਰੱਕ ਦਾ ਲਾਇਸੈਂਸ ਲੈਣਾ ਆ ਤੇ ਉਹ ਜਿਹੜਾ ਟਰੱਕ ਦਾ ਲਾਇਸੈਂਸ ਲੈਣ ਵੇਲੇ ਜਿਹੜੀ ਟਰੱਕ ਦੇ ਲਾਇਸੈਂਸ ਦੀ ਇਨ ਕਲਾਸ ਦਾ ਪੋਰਸ਼ਨ ਆ ਉਹ ਮੈਂ ਨਹੀਂ ਪੜ੍ਹਾ ਸਕਦਾ। ਇਹ ਕਿਹੋ ਜਿਹੇ ਦੋੜੇ ਮਾਪਦੰਡ ਆ। ਕਿਸੇ ਦੇ ਕੋਲ ਫਲੋਰ ਤੋਂ ਲੈ ਕੇ ਉੱਪਰ ਤੱਕ ਦਾ ਕੋਈ ਆਨਸਰ ਨਹੀਂ ਆ, ਕਿਸੇ ਨੂੰ ਪਤਾ ਨਹੀਂ ਆ, ਕੋਈ ਜਵਾਬ ਨਹੀਂ ਆ। ਅੱਜ ਭੋਗ ਤੇ ਸੱਦਣਾ ਆ, ਅੱਜ ਤਾਂ ਚਲੋ ਬੰਦ ਹੋਇਆ ਹੁਣ ਤੇ ਮੈਨੂੰ
ਲੱਗਦਾ ਉਹਨਾਂ ਦਾ ਬਿਜ਼ਨਸ ਠੰਡਾ ਪੈ ਗਿਆ ਉਹਨਾਂ ਜੌਲ ਸਾਹਿਬ, ਕਿਉਂਕਿ ਜਾਂ ਕਿਸੇ ਦੀ ਮਰਗ ਹੋ ਗਈ ਉੱਥੇ ਸੱਦਣਾ ਆ, ਉੱਥੇ ਆ ਜਾਣਗੇ ਉਹ ਸਰਟੀਫਿਕੇਟ ਹੱਥ 'ਚ ਫੜ ਕੇ, ਕਿਉਂਕਿ ਹੁਣ ਦੁੱਖ ਬਹੁਤ ਲੱਗਣਾ ਬਹੁਤਿਆਂ ਨੂੰ ਰਾਈਟ, ਜੇ ਲੱਗਦਾ ਲੱਗੇ, ਕਿਉਂਕਿ ਅਸੀਂ ਵੀ ਸੱਦਦੇ ਆ ਇੱਥੇ, ਪਰ ਜਦੋਂ ਵੀ ਅਸੀਂ ਸੱਦਦੇ ਆ ਆਪਾਂ ਜਿਹੜਾ ਬਣਦਾ ਸਵਾਲ ਆ, ਠੋਕਵਾਂ ਸਵਾਲ ਆ ਜੀ, ਉਹ ਪੁੱਛੀਦਾ ਆ। ਹਰ ਇੱਕ ਬੰਦਾ ਇੱਥੇ ਮੈਂ ਦੇਖਿਆ ਜੌਲ ਸਾਹਿਬ ਲਾਹਾ ਲੈਣ ਤੇ ਹੋਇਆ ਆ। ਬਿਲਕੁਲ ਭਾਜੀ, ਜੇ ਵੱਡੇ ਵੱਡੇ ਇੱਥੇ ਨਗਰ ਕੀਰਤਨਾਂ ਦੇ ਆਯੋਜਨ ਹੁੰਦੇ ਆ, ਉਹਨਾਂ ਦੇ ਗਾਂ ਜਿਹੜੇ ਨਗਰ ਕੀਰਤਨਾਂ ਦੇ ਆਯੋਜਨ ਕਰਦੇ ਆ, ਗੁਰਦੁਆਰਾਂ ਦੀਆਂ ਕਮੇਟੀਆਂ ਆ, ਉਹਨਾਂ ਦੇ ਬੱਚਿਆਂ ਦਾ ਦੇਖ ਲਓ, ਸਾਰੇ ਵਧੀਆ ਜੌਬਾਂ ਆ, ਵਧੀਆ ਬਿਜ਼ਨਸ ਆ, ਵਧੀਆ ਕੰਮਕਾਰ ਆ, ਤੇ ਉਹੀ ਆਮ ਲੋਕ ਜਿਹੜਾ ਆ ਡੰਡੇ ਖਾਂਦਾ ਸੀ ਪੰਜਾਬ ਦੇ ਵਿੱਚ, ਤੇ ਉਹ ਇੱਥੇ ਵੀ ਖਾ ਰਿਹਾ ਆ। ਮੰਗਾ ਭਾਜੀ ਤੁਹਾਡੇ ਨਾਲ ਹੀ ਰਲਦੀ ਮਿਲਦੀ ਇੱਕ ਗੱਲ ਆ। ਦੇਖੋ ਜੀ, ਅਸੀਂ ਪਹਿਲੀ ਗੱਲ ਤਾਂ ਇਹ ਆ ਕਿਸੇ ਦੀ ਜਿਹੜੀ ਨਿੰਦਿਆ ਨਹੀਂ ਕਰ ਰਹੇ, ਜਿਹੜੀ ਸੱਚਾਈ ਆ ਉਹ ਤੁਹਾਡੇ ਅੱਗੇ ਲੈ ਕੇ ਆ ਰਹੇ ਆ ਦੋਸਤੋ। ਮੰਗੇ ਭਾਜੀ ਦੀ ਗੱਲ ਦੇ ਨਾਲ ਹੀ ਰਲਦੀ ਮਿਲਦੀ ਇੱਕ ਗੱਲ ਆ। ਵੈਸੇ ਤਾਂ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿ ਦੇਖੋ ਅਸੀਂ ਗੁਰੂ ਘਰ ਜਾਂਦੇ ਆ, ਅਸੀਂ ਕਿਤੇ ਵੀ ਮੰਦਰ ਮਸਜਿਦ ਕਿਤੇ ਵੀ ਮੱਥਾ ਟੇਕਦੇ ਆ। ਕੁਝ ਜਿਹੜੇ ਅਦਾਰੇ ਦੋਸਤੋ ਇਸ ਤਰ੍ਹਾਂ ਦੇ ਆ ਕਿ ਜਿੱਥੇ ਤੁਸੀਂ ਪੈਸੇ ਨਹੀਂ ਚੜਾਉਂਦੇ, ਠੀਕ ਹੈ ਇੱਕ ਗੱਲ, ਪਰ ਜੇ ਅਸੀਂ ਗੁਰੂ ਘਰ ਜਾਂਦੇ ਆ ਜਾਂ ਅਸੀਂ ਮੋਸਟਲੀ ਕਿਤੇ ਵੀ ਜਾਂਦੇ ਆ, ਅਸੀਂ ਕੁਝ ਨਾ ਕੁਝ ਉੱਥੇ ਜਿਹੜਾ ਆ ਮੱਥਾ ਜ਼ਰੂਰ ਟੇਕਦੇ ਆ। ਪਿਛਲੇ ਵੀਕ ਮੈਂ ਕਿਸੇ ਆਪਣੇ ਖਾਸ ਯਾਰ ਦੋਸਤ ਨੂੰ ਮਿਲਿਆ ਤੇ ਉਹਨਾਂ ਨੇ ਮੇਰੇ ਨਾਲ ਇੱਕ ਸਾਂਝ ਪਾਈ ਸੀਗੀ ਕਿ ਕਹਿੰਦੇ ਜੀ ਫਲਾਨਾ ਗੁਰੂ ਘਰ ਜਿਹੜਾ ਜੀ ਪੂਰੇ ਵੀਕ ਦੀ ਜਿਹੜੀ ਆਮਦਨ ਹੈ 800 ਤੇ 43 ਡਾਲਰ ਹੋਏ ਆ, ਤਾਂ ਉਹਦੇ ਨਾਲ ਉਹਨਾਂ ਦੇ ਬਿੱਲ ਵੀ ਨਹੀਂ ਚੱਲ ਰਹੇ। ਹੁਣ ਮੰਗਾ ਭਾਜੀ ਤੁਸੀਂ ਦੱਸੋ ਕਿ ਜਿਹੜਾ ਗੁਰੂ ਘਰ ਆ, ਨਹੀਂ ਮੈਂ ਤੁਹਾਨੂੰ ਇੱਥੇ ਕਾਊਂਟਰ ਸਵਾਲ ਕਰਦਾ। ਹਾਂਜੀ, ਉਸ ਗੁਰੂ ਘਰ ਨੇ ਕੋਵਿਡ-19 ਦੇ ਵਿੱਚ ਤੁਹਾਨੂੰ ਮਹੀਨੇ ਦਾ ਹਿਸਾਬ ਦਿੱਤਾ, ਕਿਉਂਕਿ ਸਾਨੂੰ 843 ਹੋਏ ਆ, ਉਹਨਾਂ ਨੇ ਪਿਛਲੇ ਸਾਲ ਇਸੇ ਮਹੀਨੇ ਦਾ ਤੁਹਾਨੂੰ ਹਿਸਾਬ ਦਿੱਤਾ ਵੀ ਕਿੰਨੇ ਬਣਾਏ ਸੀ। ਮੈਂ ਉਹੀ ਗੱਲ ਉੱਥੇ ਹੀ ਆਉਣ ਲੱਗਾ ਮੰਗਾ ਭਾਜੀ ਕਿ ਇਹੀ ਗੁਰੂ ਘਰ, ਇਹੀ ਜਿਹੜੀਆਂ ਸਾਡੀਆਂ ਕਮੇਟੀਆਂ ਆ, ਇਹੀ ਸਾਡੇ ਨੁਮਾਇੰਦੇ ਜਿਹੜੇ ਅਸੀਂ ਦੋਸਤੋ ਚੁਣੇ ਹੋਏ ਆ, ਜਿੱਦਣ ਤੇ ਘਾਟਾ ਪੈ ਰਿਹਾ ਆ, ਜਿੱਦਣ ਪ੍ਰੋਪਰ ਪੈਸੇ ਨਹੀਂ ਬਣ ਰਹੇ, ਜਿੱਦਣ ਜੇਬਾਂ ਗਰਮ ਨਹੀਂ ਹੋ ਰਹੀਆਂ, ਜਿੱਦਣ ਉਹਨਾਂ ਦਾ ਸਾਰਾ ਕੁਝ ਪੂਰਤੀ ਨਹੀਂ ਹੋ ਰਹੀ ਜੋ ਕੁਝ ਉਹ ਕਰਨਾ ਚਾਹੁੰਦੇ ਆ, ਉਸ ਦਿਨ ਤਾਂ ਹਰ ਚੀਜ਼ ਮੋਹਰੇ ਪਰੋਸੀ ਜਾ ਰਹੀ ਆ ਕਿ ਜੀ ਆ ਨਹੀਂ ਮਿਲ ਰਿਹਾ ਤੇ ਉਹ ਨਹੀਂ ਮਿਲ ਰਿਹਾ। ਬਿਲਕੁਲ ਜਿਸ ਤਰ੍ਹਾਂ ਮੰਗਾ ਭਾਜੀ ਨੇ ਗੱਲਬਾਤ ਕੀਤੀ ਆ, ਜਿੱਦਣ ਪ੍ਰੋਪਰ ਚੜਾਵੇ ਚੜਦੇ ਆ ਜਾਂ ਪ੍ਰੋਪਰ ਸਾਰਾ ਕੁਝ ਹੁੰਦਾ, ਉਦੋਂ ਤਾਂ ਕਦੀ ਨਹੀਂ ਕਾਲ ਆਈ, ਉਦੋਂ ਤਾਂ ਜੀ ਆਮ ਬੰਦੇ ਦਾ ਫੋਨ ਨਹੀਂ ਚੱਕਿਆ ਜਾਂਦਾ। ਮੰਗਾ ਭਾਜੀ ਤੁਸੀਂ ਇਹ ਦੇਖੋ, ਰੱਬ ਦਾ ਘਰ ਆ, ਰੱਬ ਦਾ ਘਰ ਆ, ਲੋਕ ਉੱਥੇ ਜਾਂਦੇ ਆ, ਨਮਸਤਕ ਹੁੰਦੇ ਆ, ਆਪਣੀਆਂ ਚਲੋ ਜੋ ਉਹਨਾਂ ਦੀ ਆਸਥਾ ਆ ਉਹਦੇ ਅਕੋਰਡਿੰਗਲੀ ਉਹ ਗੱਲਬਾਤ ਆਪਣਾ ਕਰਦੇ ਆ, ਅਰਦਾਸਾਂ ਕਰਦੇ ਆ। ਉਹਨਾਂ ਦੇ ਵੱਲੋਂ ਜਿਹੜਾ ਚੜਾਇਆ ਆ ਗੋਲਕ ਦੇ ਵਿੱਚ ਪੈਸਾ ਆ, ਜਿਹਦੇ ਨਾਲ ਇਹ ਆਪਾਂ ਸਾਨੂੰ ਧਰਮ ਇਹ ਸਿਖਾਉਂਦਾ ਆ ਵੀ ਭਾਈ ਜੇ ਇੱਥੇ ਕੋਈ ਸੰਸਥਾ ਦੇ ਵਿੱਚ ਦਾਨ ਕਰਕੇ ਗਿਆ ਆ, ਇਸ ਸੰਸਥਾ ਦੀ ਦੇਖ ਰੇਖ ਤੇ ਇਸ ਸੰਸਥਾ ਦੇ ਵਿੱਚੋਂ ਜੋ ਵੀ ਫੰਡ ਆਉਂਦਾ ਆ ਉਹਦੇ ਨਾਲ ਅਸੀਂ ਆਪਣੇ ਸਮਾਜ ਦੀ ਬਿਹਤਰੀ ਲਈ ਕੰਮ ਕਰ ਰਹੇ ਆ। ਪਰ ਕਿੰਨੀਆਂ ਸੰਸਥਾਵਾਂ ਜਿਹੜੀਆਂ ਉਹ ਤਾਂ ਵਕੀਲਾਂ ਦੇ ਪੈਸੇ ਆ, ਜਿਹੜੀ ਇੱਕ ਪਾਰਟੀ ਜਿੱਤ ਜਾਂਦੀ ਆ ਉਹ ਗੋਲਕ ਦਾ ਪੈਸਾ ਲਾਉਂਦੀ ਆ, ਜਿਹੜੀ ਦੂਜੀ ਧਿਰ ਆ ਉਹ ਇਕੱਠੇ ਹੋ ਕੇ ਪੈਸਾ ਲਾਉਂਦੇ ਆ, ਤੇ ਫਿਰ ਜਦੋਂ ਉਹ ਦੂਜੀ ਪਾਰਟੀ ਜਿੱਤ ਜਾਂਦੀ ਆ ਤੇ ਜਿਹੜੇ ਪਹਿਲੇ ਪੈਸੇ ਉਹਨੇ ਲਾਏ ਹੁੰਦੇ ਆ ਪੂਰੇ ਉਹਨਾਂ ਨੇ ਉਸੇ ਗੋਲਕ ਚੋਂ ਕਰਦੇ ਆ, ਉੱਥੋਂ ਹੀ ਕਰਨੇ ਆ। ਬਿਲਕੁਲ ਮੰਗਾ ਭਾਜੀ ਜਿਸ ਤਰ੍ਹਾਂ ਉਹਨਾਂ ਹਮੇਸ਼ਾ ਵੀ ਤੁਸੀਂ ਅੱਜ ਕਰਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਆ ਕਿ ਮੱਥਾ ਜਿਹੜਾ ਆ ਉਹ ਪੈਸਿਆਂ ਦਾ ਨਹੀਂ, ਸਿਰਫ ਦੇਖੋ ਗੁਰਦੁਆਰਾ ਸਾਹਿਬ ਦੇ ਖਰਚੇ ਆ, ਬਿਲਕੁਲ ਬਹੁਤ ਖਰਚੇ ਆ, ਨੋ ਡਾਊਟ ਖਰਚੇ ਆ, ਮੈਂ ਐਗਰੀ ਕਰਦਾ, ਕਿਉਂਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਖਰਚਿਆਂ ਦੀ ਇੱਕ ਲਿਸਟ ਜਿਹੜੀ ਆ ਉਹ ਹਰੇਕ ਮਹੀਨੇ ਲਾਓ। ਹਾਂਜੀ, ਤੇ ਤੁਸੀਂ ਉੱਥੇ ਰੋਜ਼ ਦਿਨ ਆਪਾਂ ਆਏ ਦਿਨ ਆਪਾਂ ਹੁਕਮਨਾਮਾ ਜੋ ਗੁਰੂ ਸਾਹਿਬ ਦਾ ਸਾਨੂੰ ਹੁਕਮ ਹੈ ਪੂਰੇ ਦਿਨ ਵਾਸਤੇ, ਜੇ ਅਸੀਂ ਉਹ ਲਿਖਦੇ ਆ ਤੇ ਕੀ ਅਸੀਂ ਹਰੇਕ ਮਹੀਨੇ ਜਿਹੜੀ ਲਿਸਟ ਆ ਉਹ ਲਾ ਨਹੀਂ ਸਕਦੇ ਵੀ ਬਿਜਲੀ ਦਾ ਬਿੱਲ ਇੰਨਾ ਆ, ਗ੍ਰੰਥੀਆਂ ਦੀ ਤਨਖਾਹ ਇੰਨੀ ਆ, ਪਾਣੀ ਦਾ ਬਿੱਲ ਜਿਹੜਾ ਉਹ ਇੰਨਾ ਆਇਆ, ਜਿਹੜੇ ਮੇਨਟੇਨੈਂਸ ਇੰਨੀ ਆ, ਤੇ ਜਿਹੜਾ ਟੈਕਸ ਆ ਉਹ ਇੰਨਾ ਆ, ਸਾਰਾ ਅਸੀਂ ਲਾ ਸਕਦੇ ਆ ਨਾ। ਮੰਗਾ ਭਾਜੀ ਮੈਂ ਕਹਿੰਦਾ 20 ਬੰਦੇ ਤਿਆਰ ਹੋਣਗੇ ਹਰੇਕ ਮਹੀਨੇ ਦਾ ਜਿਹੜਾ ਉਹ ਵੱਖਰਾ ਵੱਖਰਾ ਖਰਚਾ ਚੱਕਣ ਦੇ, ਸੋ ਲਿਖੋ ਕਿ ਸਾਨੂੰ ਤੋਂ ਇਲਾਵਾ ਇੱਕ ਪੈਸਾ ਨਹੀਂ ਚਾਹੀਦਾ ਤੇ ਅਸੀਂ ਸਾਰੀ ਕਮੇਟੀ ਜਿਹੜੀ ਆ ਉਹ ਇੱਥੇ ਅਸੀਂ ਸੇਵਾ ਕਰਦੇ ਆ। ਮੰਗਾ ਭਾਜੀ ਤੁਸੀਂ ਪਹਿਲਾਂ ਕਾਲ ਲੈ ਲਓ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਗੁਰਦੁਆਰੇ ਦੀ ਗੱਲ ਕਰਦੇ ਆ। ਹਾਂਜੀ, ਮੈਂ ਤੁਹਾਨੂੰ ਇੱਕ ਲਾਈਵ ਜਿਹੜੀ ਕਿ ਮੈਂ ਖੁਦ ਉੱਥੇ ਹਾਜ਼ਰ ਸੀਗਾ ਗੁਰਦੁਆਰਾ ਸਾਹਿਬ ਦੇ ਵਿੱਚ। ਹਾਂਜੀ, ਗੁਰੂ ਨਾਨਕ ਸਾਹਿਬ ਦੇ ਮਸਜਿਦ ਦੇ ਪਿੰਡ ਰਾਤ ਨੂੰ ਪ੍ਰਧਾਨ ਗੋਲਕ ਚੱਕ ਕੇ ਲੈ ਗਿਆ ਗੁਰੂ ਘਰ ਚੋਂ। ਅੱਛਾ ਜੀ, ਚੱਕ ਹੋ ਗਏ ਸੀ। ਹਾਂਜੀ, ਔਰ ਉਹ ਪ੍ਰਧਾਨ ਜਿਹੜਾ ਆ ਉਹ ਕਾਲੀ ਦਲ ਦਾ ਸਰਕਲ ਦਾ ਪ੍ਰਧਾਨ ਆ। ਇਹ ਇੰਡੀਆ ਦੀ ਗੱਲ ਆ ਕਿ ਆਸਟ੍ਰੇਲੀਆ ਦੀ? ਇੰਡੀਆ ਦੀ ਨਹੀਂ, ਮੇਰੇ ਪਿੰਡ ਦੀ। ਅੱਛਾ, ਤੁਹਾਡੇ ਪਿੰਡ ਦੀ। ਠੀਕ ਹੈ ਜੀ। ਅੱਛਾ, ਉਹਦੇ ਵਿੱਚ ਝਗੜਾ ਹੋ ਗਿਆ। ਮੇਰਾ ਟਾਈਮ ਸੀਗਾ ਬੋਲਣ ਦਾ। ਅੱਛਾ ਜੀ। ਤਾਂ ਉਹ ਪ੍ਰਧਾਨ ਮੈਨੂੰ ਕਹਿੰਦਾ ਵੀ ਅੰਕਲ ਜੀ ਤੁਸੀਂ ਬੋਲਿਓ ਜ਼ਰੂਰ, ਪਰ ਗੁਰੂ ਨਾਨਕ ਸਾਹਿਬ ਦੇ ਬਾਰੇ ਬੋਲਿਓ। ਮੈਂ ਕਹਿੰਦੀ ਮੈਂ ਪਿਛੇ ਦਿਨ ਵੀ ਆਇਆ ਬੋਲਣ ਵਾਸਤੇ,
ਬਿਲਕੁਲ। ਚਲੋ ਅੱਛਾ ਉੱਥੇ ਦੀ ਰਾਖੀ ਨਿਕਲੇਗਾ ਹਾਂ ਜਿੱਦੇ ਪਿਆਰ ਹੋ ਗਿਆ ਲੜਾਈ ਹੋਣ ਨੂੰ। ਅੱਛਾ ਉਹ ਕਹਿੰਦਾ ਮੈਂ ਜਾ ਕੇ ਗਿਆ ਮੈਂ ਕਿਹਾ ਤੂੰ ਕੌਣ ਆ ਇਹ ਗੁਰੂ ਦੀ ਕੋਟ ਕਿਹਾ ਤੇਰੇ ਪਿਓ ਦੀ ਤਾਂ ਨਹੀਂ ਹੈ। ਮੈਂ ਹੈਰਾਨ ਆ ਕਿ ਇੰਨੇ ਬੰਦੇ ਕਮੀਨੇ ਮੈਂ ਦੁਨੀਆ ਜਿਹੜੀ ਦੇਖੀ ਉਹ ਹੱਦੇ ਵੀ ਜੀਂਦੇ ਆ ਬੜੇ ਸੋਹਣੇ। ਫਿਰ ਕੀ ਹੋਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਆਇਆ ਉਹ ਸ਼ੀਲ ਕਰ ਗਿਆ। ਉਹ ਪਿਛਲੇ ਹਫ਼ਤੇ ਹੁਣ ਉਹ ਵੋਟ ਜਿਹੜੀ ਆ ਖੋਦੀ ਗਈ ਆ। ਅੱਛਾ ਜੀ ਕਮੇਟੀ ਵੀ ਬਦਲ ਗਈ। ਓਕੇ ਉਹ ਕਹਿੰਦਾ ਮੈਨੂੰ ਹਿੱਸਾ ਦਿਓ। ਹਾਂਜੀ 70,000 ਤੇ 70,000 ਰੁਪਏ ਉਹ ਜੋ ਨਿਕਲਿਆ ਉਹ ਕਹਿੰਦੇ ਤੈਨੂੰ ਆਨਾ ਨਹੀਂ ਦੇਣਾ ਤੂੰ ਤਾਂ ਮੈਂਬਰ ਵੀ ਨਹੀਂ ਹੈ ਜਿਹੜਾ ਚੱਕ ਕੇ ਲੈ ਗਿਆ ਸੀ। ਹਾਂਜੀ ਅੱਛਾ ਜੀ 16 ਸਾਲ ਪ੍ਰਧਾਨ ਰਿਹਾ ਇੱਕ ਬਾਤ ਦੀ ਕਿਸੇ ਨੂੰ ਹਿਸਾਬ ਨਹੀਂ ਦਿੱਤਾ। ਕਰ ਲਓ ਕਿ ਇਹਨੂੰ ਭਾਂਡਾ। ਬਿਲਕੁਲ ਬਿਲਕੁਲ ਜੀ। ਨਹੀਂ ਤੁਹਾਡੇ ਇੱਥੇ ਗ੍ਰਾਂਟੋ ਵੀ ਆਉਂਦੇ ਆ ਉਹ। ਹਾਂਜੀ ਮੈਂ ਲੰਬੀਆਂ ਦਾੜੀਆਂ ਰੱਖੀਆਂ ਆ। ਗਿਆਨ ਸਿੰਘ ਜੀ ਗੱਲ ਤਾਂ ਇਹੀ ਆ ਗਈ ਕਿ ਸਾਨੂੰ ਹੀ ਜਿਹੜਾ ਆ ਕੋਈ ਜਿਹੜਾ ਕਹਿੰਦੇ ਹੁੰਦੇ ਨਾ ਵੀ ਮੈਂ ਇੱਥੇ ਉਦਾਹਰਨ ਇੱਕ ਜੋੜਦਾ ਨਾਲ ਸ਼ਾਇਦ ਜੁੜ ਸਕਦੀ ਹੋਵੇ ਕਿ ਕਹਿੰਦੇ ਜਿਹੜੇ ਗਾਉਣ ਵਾਲੇ ਆ ਉਹ ਜੀ ਲੱਚਰਤਾ ਗਾ ਰਹੇ ਆ ਫਲਾਨੀ ਚੀਜ਼ ਗਾ ਰਹੇ ਆ ਤੇ ਹਮੇਸ਼ਾ ਹੀ ਜਿਹੜੇ ਬੁੱਧੀਜੀਵੀ ਆ ਉਹ ਇਹ ਆ ਕੇ ਗੱਲ ਕਹਿੰਦੇ ਆ ਕਿ ਭਾਈ ਤੁਸੀਂ ਸੁਣੋ ਨਾ। ਜੇ ਤੁਸੀਂ ਸੁਣੋਗੇ ਨਹੀਂ ਤੇ ਉਹ ਗਾਓਗੇ ਨਹੀਂ। ਸੋ ਜੇ ਤੁਸੀਂ ਸੁਣੋਗੇ ਨਹੀਂ ਉਹਦਾ ਸਮਾਨ ਨਹੀਂ ਵਿਕੇਗਾ। ਸੋ ਆਪਾਂ ਨੂੰ ਵੀ ਲੱਗਦਾ ਆ ਕਿ ਆਪਾਂ ਜਦੋਂ ਬਹੁਤਾ ਪੈਸਾ ਚੜਾ ਦਿੰਦੇ ਆ ਸ਼ਰਧਾ ਦੇ ਨਾਂ ਦੇ ਉੱਤੇ ਜਾਂ ਜ਼ਿਆਦਾ ਪੈਸਾ ਕਿਸੇ ਕਮੇਟੀ ਕੋ ਆ ਜਾਂਦਾ ਉਹ ਲੜਾਈ ਦਾ ਕਾਰਨ ਬਣ ਜਾਂਦੀ ਆ। ਨਹੀਂ ਉਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣ ਰਹੀ ਆ ਉਹਦੇ ਵਾਸਤੇ ਵੀ ਲੋਕ ਦਿੰਦੇ ਆ। ਹਾਂਜੀ ਹਾਂਜੀ ਬਿਲਡਿੰਗ ਬਣ ਗਈ ਬਗੈਰ ਕਮੇਟੀ ਤੋਂ। ਤੁਸੀਂ ਹੈਰਾਨ ਹੋਵੋਗੇ ਬਹੁਤ ਅੱਛੀ ਬਿਲਡਿੰਗ ਬਣੀ ਆ। ਤਕਰੀਬਨ ਉਸ ਦਿਨ ਉਹਦਾ ਓਪਨਿੰਗ ਸੈਰੇਮਨੀ ਸੀ। ਠੀਕ ਹੈ ਜੀ। ਹਾਂਜੀ ਪ੍ਰਧਾਨ ਨਾਲ ਗੋਲਕੀ ਜਾ ਕੇ ਲੈ ਗਿਆ ਉਹ ਪਿਛਲੇ ਹਫ਼ਤੇ ਗੁੱਡੀ ਆ ਹੁਣ। ਠੀਕ ਹੈ ਜੀ। ਤੋ ਇਦਾਂ ਦੇ ਪ੍ਰਧਾਨ ਹੈਗੇ ਆ ਜੀ ਉਹ ਕਹਿੰਦੇ ਗੁਰਦੁਆਰਾ ਸਾਡੇ ਪਿਓ ਦਾ। ਸਹੀ ਹੈ ਜੀ ਸਹੀ। ਧੰਨਵਾਦ ਜੀ ਧੰਨਵਾਦ। ਬਿਲਕੁਲ ਜੀ ਜੌਲ ਸਾਹਿਬ ਜੇ ਤੁਹਾਡਾ ਵੀ ਕੋਈ ਵੀ ਕੰਸਰਨ ਆ ਜਾਂ ਤੁਸੀਂ ਕੋਈ ਗੱਲਬਾਤ ਦਾ ਹਿੱਸਾ ਬਣਨਾ ਚਾਹੁੰਦੇ ਜੇ ਤੁਹਾਨੂੰ ਲੱਗਦਾ ਕਿ ਜੇ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਕਿ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡਾ ਉਸ ਦੇ ਨਾਲ ਸਹਿਮਤ ਹੋਣਾ ਜਿਹੜਾ ਆ ਉਹ ਜ਼ਰੂਰੀ ਹੋਵੇ। ਅਸੀਂ ਜਿਹੜੇ ਆਪਣੇ ਵਿਚਾਰ ਜਿਹੜੇ ਆ ਦਿੰਨੇ ਆ ਕਿਉਂਕਿ ਹਰ ਇੱਕ ਬੰਦਾ ਜਿਹੜਾ ਆ ਉਹ ਫਰੀडम ਆਫ ਸਪੀਚ ਦਾ ਜਿਹੜਾ ਆ ਉਹ ਰਾਈਟਸ ਰੱਖਦਾ ਹੱਕ ਰੱਖਦਾ। ਜੇ ਤੁਹਾਨੂੰ ਸਾਡੀ ਗੱਲ ਕੋਈ ਨਹੀਂ ਚੰਗੀ ਲੱਗਦੀ ਤੇ ਤੁਸੀਂ ਸਾਨੂੰ ਕਾਲ ਕਰਕੇ ਜਿਹੜਾ ਹੈ ਜੀ ਉਹ ਦੱਸ ਸਕਦੇ ਹੋ। ਬਿਲਕੁਲ ਜੌਲ ਸਾਹਿਬ ਮੈਂ ਚਲੋ ਇੱਧਰ ਨਹੀਂ ਸੀ ਜਾਣਾ ਚਾਹੁੰਦਾ ਜਾ ਹੋ ਗਿਆ ਪਰ ਮੈਂ ਗੱਲ ਸੀਮਤ ਰੱਖਣੀ ਚਾਹੁੰਦਾ ਸੀ। ਸਾਡੇ ਜਿਹੜੇ ਅਸੀਂ ਨੁਮਾਇੰਦੇ ਚੁਣਦੇ ਆ ਅਸੀਂ ਵਾਕਿਆ ਹੀ ਤੁਸੀਂ ਇਹ ਦੇਖੋ ਕਿ ਮੈਂ ਹੁਣੇ ਹੀ ਸਾਡੇ ਟੀਮ ਦੇ ਮੈਂਬਰ ਆ ਜਸਵੀਰ ਸਿੰਘ ਢਿੱਲੋਂ ਗੋਲਡਨ ਫਾਊਂਡ ਐਕਸਚੇਂਜ ਤੋਂ ਮੈਂ ਜਦੋਂ ਆਇਆ ਮੈਂ ਉਹਨਾਂ ਨਾਲ ਗੱਲ ਕਰਦਾ ਸੀ ਕਿ ਵਾਕਿਆ ਢਿੱਲੋਂ ਸਾਹਿਬ ਕਹਿੰਦੇ ਵੀ ਇੱਥੇ ਸਾਨੂੰ ਲੱਗਦਾ ਹੈ ਕਿ ਵੀ ਪੁਲਿਸ ਵਾਲੇ ਟਿਕਟ ਦੇ ਦਿੰਦੇ ਆ ਪੈਸੇ ਨਹੀਂ ਲੈਂਦੇ ਜਾਂ ਕਰਦੇ ਵੀ ਸਾਨੂੰ ਲੱਗਦਾ ਕਿ ਰਿਸ਼ਵਤ ਜਿਹੜੀ ਆ ਨਹੀਂ ਹੈਗੀ ਪਰ ਇਹ ਤੋਂ ਥੋੜਾ ਜਿਹਾ ਉੱਪਰ ਨੂੰ ਉੱਠੋ ਤੁਹਾਨੂੰ ਆਮ ਇੱਥੇ ਵੀ ਘਪਲੇ ਹੁੰਦੇ ਜਿਹੜੇ ਆ ਉਹ ਨਜ਼ਰ ਆਉਣਗੇ। ਜਦੋਂ ਤੁਸੀਂ ਇੱਕ ਲੀਡਰ ਨੂੰ ਆਪਣੀ ਬਾਰਬੀਕਿਊ ਪਾਰਟੀ ਤੇ ਸੱਦਦੇ ਹੋ ਜਦੋਂ ਤੁਸੀਂ ਇੱਕ ਚੁਣਾ ਹੋਇਆ ਨੁਮਾਇੰਦਾ ਜਿਹੜਾ ਆ ਉਹ ਕੀ ਕਰਨ ਜਾਂਦਾ ਪਹਿਲਾਂ ਮੈਨੂੰ ਇਹ ਦੱਸੇ। ਮੰਗਾ ਭਾਜੀ ਉਹੀ ਆ ਨਾ ਦੇਖੋ ਕਰਪਸ਼ਨ ਜਿਹੜੀ ਆ ਨਾ ਛੋਟੀ ਨਹੀਂ ਗੀ ਇਟਸ ਬਿਗ। ਜਿਹੜੀ ਇੱਥੇ ਕਰਪਸ਼ਨ ਹੈ ਨਾ ਉਹ ਛੋਟੀ ਮੋਟੀ ਕਰਪਸ਼ਨ ਹੁੰਦੀ ਨਹੀਂ ਗੀ। ਜਿਹੜੀ ਇੱਥੇ ਕਰਪਸ਼ਨ ਹੁੰਦੀ ਆ ਉਹ ਬੈਕ ਲੈਵਲ ਤੇ ਹੁੰਦੀ ਆ ਬਹੁਤ ਵੱਡੀ ਕਰਪਸ਼ਨ ਹੁੰਦੀ ਆ ਜਿੱਥੇ ਵੀ ਹੁੰਦੀ ਆ। ਜਿੱਦਾਂ ਤੁਸੀਂ ਬਾਰਬੀਕਿਊ ਦੀ ਗੱਲਬਾਤ ਕੀਤੀ ਆ ਜੇ ਨੁਮਾਇੰਦਾ ਇੱਥੇ ਦਾ ਪੜ੍ਹਿਆ ਲਿਖਿਆ ਜਾਂ ਉਹਦੇ ਵਿੱਚ ਕੁਝ ਹੈਗਾ ਆ ਉਹਨੂੰ ਬਾਰਬੀਕਿਊ ਪਾਰਟੀ ਦੀ ਕੋਈ ਜ਼ਰੂਰਤ ਹੈਗੀ ਮੈਨੂੰ ਦੱਸੋ ਪਹਿਲਾਂ। ਨਹੀਂ ਕੋਈ ਜ਼ਰੂਰਤ ਨਹੀਂ ਗੀ ਨਾ ਤਾਂ ਫਿਰ ਇਹ ਜਿਹੜੀਆਂ ਅਸੀਂ ਮਾੜੀਆਂ ਆਦਤਾਂ ਜਿੱਦਾਂ ਤੁਸੀਂ ਕਹਿੰਦੇ ਸੀ ਨਾ ਪਹਿਲਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਹੜੀਆਂ ਸਾਨੂੰ ਪਿੱਛੋਂ ਮਾੜੀਆਂ ਆਦਤਾਂ ਪਈਆਂ ਉਹ ਅਸੀਂ ਛੱਡਣ ਦਾ ਨਾਂ ਨਹੀਂ ਲੈ ਰਹੇ ਕਿ ਉਹ ਸਾਡੇ ਨਾਲ ਹੀ ਜਾ ਰਹੀਆਂ ਆ। ਜਿਹੜੀਆਂ ਮਾੜੀਆਂ ਆਦਤਾਂ ਸਾਡੇ ਨਾਲ ਚੁੰਬੜੀਆਂ ਆ ਹਰ ਜਗ੍ਹਾ। ਬਿਲਕੁਲ ਜੀ ਹੁਣ ਇਸੇ ਨਾਲ ਦੀ ਨਾਲ ਚਲੋ ਹੁਣ ਗੱਲ ਚੱਲੀ ਆ ਮੈਂ ਤੁਹਾਨੂੰ ਦੱਸਾਂ ਕਿ ਪੰਜਾਬ ਦੇ ਵਿੱਚੋਂ ਵੀ ਇੱਕ ਖਬਰ ਬੜੀ ਅੱਜ ਕੱਲ੍ਹ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ। ਉੱਥੇ ਦੋ ਪੰਜਾਬ ਪੁਲਿਸ ਦੇ ਨੌਜਵਾਨ ਜਿਹੜੇ NGO ਚਲਾਉਂਦੇ ਆ ਇੱਕ ਪਨੀਤ ਤੇ ਇੱਕ ਗੋਲਡੀ ਉਹਨਾਂ ਦੇ ਬਾਰੇ ਜਿਹੜੇ ਦੋ ਸਾਡੇ ਕੋਈ ਵੀਰ ਆ ਉਹ ਖੁਲਾਸੇ ਕਰ ਰਹੇ ਆ ਕਿ ਕਿਵੇਂ ਉਹ ਬੰਦੇ ਦੇਖੋ ਕਿ ਪੈਸਾ ਇਕੱਠਾ ਕਰ ਰਹੇ ਆ ਔਰ ਉਸ ਪੈਸੇ ਦੀ ਕਿਵੇਂ ਜਿਹੜੀ ਆ ਦੁਰਵਰਤੋਂ ਜਿਹੜੀ ਆ ਉਹ ਹੋ ਰਹੀ ਆ। ਦੇਖੋ ਹੁਣ ਉਹਦੇ ਵਿੱਚ ਕਿੰਨੀ ਕੁ ਸੱਚਾਈ ਆ ਕਿੰਨੀ ਕੁ ਨਹੀਂ ਕਿਉਂਕਿ ਜਿਸ ਹਿਸਾਬ ਦੇ ਨਾਲ ਉਹ ਪ੍ਰੂਫਾਂ ਦੇ ਨਾਲ ਇੱਕ ਕੇਸ ਨੂੰ ਦੇ ਰਹੇ ਆ ਉਹ ਉਹਦੇ ਵਿੱਚ ਲੱਗਦਾ ਆ
ਇਸੇ ਹੀ ਤਰੀਕੇ ਦੇ ਨਾਲ ਜਿਹੜਾ ਆਪਾਂ ਨਾ ਜਿਹੜਾ ਹੁਣ ਤੁਸੀਂ ਦੇਖੋਗੇ ਸਾਨੂੰ ਗਵਰਨਮੈਂਟ ਦੇ ਕੰਮਾਂ ਦੇ ਵਿੱਚ ਨਾ ਅੜਿੱਕਾ ਪਾਉਣ ਦੀ ਇੱਕ ਆਦਤ ਬਣ ਚੁੱਕੀ ਆ। ਹਾਂਜੀ, ਹੁਣ ਬਰੈਂਪਟਨ ਦੇ ਵਿੱਚ ਹਸਪੀਟਲ ਬਣਿਆ। ਹਾਂਜੀ, ਹੁਣ ਪਹਿਲਾਂ ਮੈਨੂੰ ਇਹ ਦੱਸੋ ਕਿ ਬਰੈਂਪਟਨ ਹਸਪੀਟਲ ਦੇ ਕਈ ਬੰਦੇ ਇਦਾਂ ਦੇ ਆਪਣੀ ਕਮਿਊਨਿਟੀ ਦੇ ਜਿਹੜੇ ਪੱਕੇ ਸਰਪ੍ਰਸਤ ਆ, ਬਿਲਕੁਲ, ਜਿਹੜੇ ਪੱਕੇ ਉਹਨਾਂ ਦੇ ਡਾਇਰੈਕਟਰ ਆ, ਸਾਰਾ ਕੁਝ ਆ, ਰਾਈਟ। ਹਾਂਜੀ। ਔਰ ਇਹ ਗਵਰਨਮੈਂਟ ਦਾ ਕੰਮ ਆ। ਹਾਂਜੀ, ਗਵਰਨਮੈਂਟ ਨੇ ਤੁਹਾਨੂੰ ਬਰੈਂਪਟਨ ਸਿਟੀ ਨੂੰ ਹਸਪੀਟਲ ਦੇਣਾ ਆ, ਅਸੀਂ ਜਾ ਕੇ ਉੱਥੇ ਕਮਿਊਨਿਟੀ ਵੱਲੋਂ ਇੱਕ ਕਮਰਾ ਬੁੱਕ ਕਰਾ ਰਹੇ ਆ, 2 ਕਰਾ ਰਹੇ ਆ, ਉਹ ਇੱਥੋਂ ਪਤਾ ਲੱਗ ਜਾਂਦਾ ਉਹਨਾਂ ਨੂੰ ਕਿ ਭਾਈ ਇਹਨਾਂ ਨੂੰ ਤਾਂ ਲੋੜ ਹੀ ਨਹੀਂ ਹੈ, ਲੋੜ ਹੀ ਨਹੀਂ, ਇਹਨਾਂ ਨੂੰ ਲੋੜ ਹੀ ਨਹੀਂ ਹੈਗੀ, ਇਹਨਾਂ ਨੂੰ ਕੀ ਦੇਣੀ ਚਾਹੀਏ ਤਾਂ ਆਪੇ ਬਣਾ ਸਕਦੇ ਆ। ਬਿਲਕੁਲ। ਮੰਗਾ ਭਾਜੀ ਦੇਖੋ, ਜੇ ਹਸਪੀਟਲਾਂ ਦੀ ਅਸੀਂ ਗੱਲ ਕਰਦੇ ਆ ਨਾ, ਤਾਂ ਦੇਖੋ ਆਪਣੇ ਬਿਲਕੁਲ ਗੁਆਂਢ ਦੇ ਵਿੱਚ ਆ ਬਰੈਂਪਟਨ ਸਿਵਿਕ ਹਸਪੀਟਲ। ਤੁਸੀਂ ਬਰੈਂਪਟਨ ਚਲ ਜਾਓ, ਤੁਸੀਂ ਇਟੋਬੀਕੋ ਚਲ ਜਾਓ, ਮੰਗਾ ਭਾਜੀ ਤੁਸੀਂ ਤੜਫਦੇ ਵੀ ਹੋਵੋ ਨਾ ਸਹੀ ਕਿਤੇ ਤੁਹਾਡੀ ਬਾਤ ਨਹੀਂ ਪੁੱਛੀ ਜਾਂਦੀ, ਮੈਂ ਇਹਨਾਂ ਚੀਜ਼ਾਂ ਦਾ ਗਵਾਹ ਆ। ਪਰ ਤੁਸੀਂ ਔਰੰਜ ਬੈਲ ਵੱਲ ਨੂੰ ਨਿਕਲ ਜਾਓ, ਕੋਈ ਐਮਰਜੈਂਸੀ ਜਾਂ ਕੁਛ ਨਹੀਂ, ਮੰਗਾ ਭਾਜੀ 5 ਤੋਂ 7 ਮਿੰਟ ਦੇ ਵਿੱਚ ਤੁਹਾਡੀ ਬਾਰੀ ਆਉਂਦੀ ਆ। ਬਿਲਕੁਲ ਜੀ। ਹੁਣ ਮੈਂ ਤਾਂ ਦੇਖੋ ਕਈਆਂ ਨੂੰ ਸ਼ਾਇਦ ਗੁੱਸਾ ਵੀ ਲੱਗੇ ਕਿਉਂਕਿ ਅਸੀਂ ਸਾਰਾ ਇੱਕ ਗਰੁੱਪ ਆ, ਅਸੀਂ ਸਾਰੇ ਪਰਿਵਾਰ ਦੇ ਮੈਂਬਰ ਆ, ਪਰ ਜੇ ਕੋਈ ਗਲਤੀ ਕਰਦਾ ਹੈ ਪਰਿਵਾਰ ਦੇ ਵਿੱਚ ਜਾਂ ਤੁਹਾਨੂੰ ਲੱਗਦਾ ਹੈ ਕਿ ਉਹ ਚੀਜ਼ ਗਲਤ ਹੈ, ਉਹਦੀ ਆਲੋਚਨਾ ਕਰਨਾ ਤੁਹਾਡਾ ਫਰਜ਼ ਜਿਹੜਾ ਹੈ ਜੀ ਉਹ ਬਣਦਾ। ਹੁਣ ਜੌਲ ਸਾਹਿਬ ਤੁਸੀਂ ਇਹ ਦੇਖੋ ਕਿ ਬਰੈਂਪਟਨ ਹਸਪੀਟਲ ਦੀ ਚਲੋ ਗੱਲ ਕਰ ਲੈਣਾ ਮੈਂ, ਜਿਵੇਂ ਤੁਸੀਂ ਗੱਲ ਕੀਤੀ ਆ, ਹੁਣ ਬਰੈਂਪਟਨ ਹਸਪੀਟਲ ਨੂੰ ਅਸੀਂ ਕਿੰਨੀ ਡੋਨੇਸ਼ਨ ਜਿਹੜੀ ਆ ਉਹ ਇਕੱਠੀ ਕਰਕੇ ਦਿੱਤੀ ਆ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਬਿਲਡਿੰਗ ਬਣਾਉਣ ਦੇ ਲਈ ਵੀ, ਤੇ ਹੁਣ ਵੀ ਪਿੱਛੇ ਜੇ ਸਾਡੇ ਹੀ ਸਹਿਯੋਗੀ ਅਦਾਰੇ ਜਿਹੜੇ ਆ ਉਹਨਾਂ ਵੱਲੋਂ ਇੱਕ ਕੌਂਸਲ ਕੀਤੀ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਫੰਡ ਰੇਜ਼ ਕਰਨਾ ਆ। ਫਿਰ ਆ ਪਿਛਲੇ ਵੀਕ ਵੀ ਜਿਹੜਾ ਫੰਡ ਰੇਜ਼ ਕੀਤਾ ਗਿਆ ਜਿਹੜੇ ਡਾਕਟਰ ਸਾਹਿਬਾਨ ਲਈ ਸਾਰਿਆਂ ਦੇ ਲਈ ਕੀਤਾ ਗਿਆ। ਹੁਣ ਤੁਸੀਂ ਇਹ ਦੇਖੋ ਅਸੀਂ ਉਹ ਫੰਡ ਇਕੱਠਾ ਕਰਕੇ ਦੇ ਰਹੇ ਹਾਂ। ਹਾਂਜੀ, ਕਦੀ ਇਹ ਦੇਖਿਆ ਵੀ ਉੱਥੇ ਸਰਵਿਸ ਸਾਨੂੰ ਮਿਲਦੀ ਹੈ ਕਿ ਨਹੀਂ ਮਿਲਦੀ? ਮੰਗਾ ਭਾਜੀ ਗੱਲ ਉੱਥੇ ਮੈਂ ਲਿਆਉਣ ਲੱਗਾ ਸੀ ਕਿ ਫਰੰਟ ਲਾਈਨ ਦੇ ਜਿੰਨੇ ਵੀ ਵਰਕਰ ਸੀ ਉਹਨਾਂ ਦੇ ਲਈ ਪੂਰੀ ਵਰਲਡ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਬਹੁਤ ਵਧੀਆ ਕਾਰਜ ਲਿਖੇ ਗਏ, ਬਹੁਤ ਵਧੀਆ ਕੰਮ ਕੀਤੇ ਗਏ। ਦੇਖੋ ਜੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਗਿਆ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ। ਜਿੱਦਣ ਦੁਨੀਆ ਤੇ ਭਾਰੀ ਆਈ ਆ, ਜਿੱਦਣ ਕੋਵਿਡ ਦੇ ਨਾਲ ਦੁਨੀਆ ਠਾ ਡਿੱਗ ਰਹੀ ਸੀ, ਮਰ ਰਹੀ ਸੀਗੀ, ਉਦੋਂ ਇਹ ਡਾਕਟਰ ਸਾਹਿਬਾਨ ਹੀ ਜਿਹੜੇ ਆ ਖੜੇ ਹੋਏ ਆ ਜਿਨ੍ਹਾਂ ਨੇ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ, ਲੋਕਾਂ ਦੀਆਂ ਜਾਨਾਂ ਨੂੰ ਬਖਸ਼ਿਆ। ਚਲੋ ਜਿੰਨਾ ਕਿ ਸਾਡਾ ਫਰਜ਼ ਬਣਦਾ ਸੀ ਅਸੀਂ ਵੀ ਜੋ ਕੁਝ ਵੀ ਕਰ ਸਕਦੇ ਹਾਂ, ਚਲੋ ਕੋਈ ਆਨਾ ਬਹਾਨਾ ਮਿਲਦਾ ਅਸੀਂ ਵੀ ਪੂਰਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਉਹਦੇ ਵਿੱਚ ਦੁਬਾਰਾ ਇੱਕ ਗੱਲ ਮੈਂ ਸਾਹਮਣੇ ਲਿਆਉਣ ਲੱਗਾ ਮੰਗਾ ਭਾਜੀ ਕਿ ਪਿਛਲੇ 3 ਸਾਲਾਂ ਦੀ ਗੱਲ ਆ, ਜੇ ਮੈਂ ਨਹੀਂ ਗਲਤ, ਜਿਹੜਾ ਇਹ ਹਸਪੀਟਲ ਹੈ ਨਾ ਮੰਗਾ ਭਾਜੀ ਕਾਫੀ ਪਹਿਲਾਂ ਨਾਲੋਂ ਇੰਪਰੂਵਮੈਂਟ ਹੋਈ ਆ, ਬਹੁਤ ਵਧੀਆ, ਪਹਿਲਾਂ ਨਾਲੋਂ ਥੋੜੀ ਸਰਵਿਸ ਨੂੰ ਵੀ ਇੰਪਰੂਵ ਹੋਈ ਆ। ਪਰ ਮੈਂ ਇਸ ਚੀਜ਼ ਦਾ ਗਵਾਹ ਆ ਕਿ ਮੈਂ ਹਮੇਸ਼ਾ ਇੱਕ ਗੱਲ ਕਰਦਾ ਹੁੰਦਾ ਕਿ ਮੈਂ 에어ਪੋਰਟ ਤੇ ਕੰਮ ਕੀਤਾ 20 ਸਾਲ ਮੈਂ ਉੱਥੇ ਕੰਮ ਕੀਤਾ। ਸਾਡੇ ਨਾਲ ਇੱਕ ਲੜਕੀ ਕੰਮ ਕਰਦੀ ਆ, ਤੇ ਉਹਨੂੰ ਬੇਬੀ ਹੋਣ ਵਾਲਾ, ਏਸੀ ਹਸਪੀਟਲ ਦੇ ਵਿੱਚ ਉਹ ਜਾਂਦੀ ਆ ਤਾਂ ਉਸ ਬੇਟੀ ਨੂੰ, ਉਸ ਭੈਣ ਨੂੰ ਰੂਮ ਨਹੀਂ ਮਿਲਦਾ, ਤਾਂ ਜਿਹੜਾ ਉਹਦਾ ਬੇਬੀ ਆ ਉਹ ਚੇਅਰ ਦੇ ਉੱਤੇ ਹੋ ਜਾਂਦਾ ਜੀ, ਤਾਂ ਬੇਬੀ ਉਹਦਾ ਮੁੱਕ ਜਾਂਦਾ ਮੰਗਾ ਭਾਜੀ ਉਸ ਚੇਅਰ ਤੇ ਬੈਠੇ। ਇਸ ਹਸਪੀਟਲ ਦੀ ਗੱਲ ਆ। ਔਰ ਬੇਬੀ ਮੁੱਕਣ ਤੋਂ ਬਾਅਦ ਜਦੋਂ ਉਹਦੀ ਚੱਕ ਥਲ ਸ਼ੁਰੂ ਹੁੰਦੀ ਆ ਤਾਂ ਮੇਰਾ ਖਿਆਲ ਜੇ ਪ੍ਰੋਪਰ ਟਾਈਮ ਤੇ ਉਹਨੂੰ ਵੀ ਨਾ ਡਾਕਟਰ ਦੇਖਦੇ ਤਾਂ ਮੇਰਾ ਖਿਆਲ ਉਹਦੀ ਵੀ ਡੈਥ ਹੋ ਜਾਣੀ ਸੀਗੀ ਜੀ। ਤੁਸੀਂ ਇਹ ਦੇਖੋ ਕਿ ਇਹ ਗੱਲਾਂ ਜਿਹੜੀਆਂ ਜੋਲ ਸਾਹਿਬ ਆਪਾਂ ਥਰਡ ਵਰਲਡ ਦੇ ਵਿੱਚ ਸੁਣਦੇ ਆ, ਜਦੋਂ ਆਪਾਂ ਕਹਿੰਦੇ ਕਿਸੇ ਨੂੰ ਥਰਡ ਵਰਲਡ ਦੇ ਵਿੱਚ, ਰਾਈਟ? ਹਾਂਜੀ, ਚਲੋ ਇਹ ਤਾਂ ਬਹੁਤ ਇੱਕ ਹਸਪੀਟਲ ਦੀ ਆ। ਮੈਂ ਕਹਿੰਦਾ ਵੀ ਜਿਹੜੇ ਪ੍ਰੋਗਰਾਮ ਸੁਣ ਕੇ ਕਹਿੰਦੇ ਹੋਣਗੇ ਨਾ, ਕਈ ਵਿੱਚ ਕਹਿੰਦੇ ਹੁੰਦੇ ਆ ਐਵੇਂ ਬੈਠ ਕੇ ਗੱਲਾਂ ਮਾਰਦੇ ਆ, ਐਵੇਂ ਬੜਾ ਸੋਹਣਾ ਚੱਲੀ ਜਾਂਦਾ। ਮੈਂ ਕਹਿੰਦਾ ਕਿ 647 205 1299 ਮੇਰਾ ਨੰਬਰ ਆ, 416 818 20 ਜੋਲ ਸਾਹਿਬ ਦਾ ਨੰਬਰ ਆ। ਸਾਨੂੰ ਕਾਲ ਕਰਿਓ। ਚੁਣੇ ਹੋਏ ਨੁਮਾਇੰਦੇ ਜਿਹੜੇ ਥੱਲੇ ਤੋਂ ਲੈ ਕੇ ਕਾਉਂਸਲਰ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ, ਜਿਹੜਾ ਮਰਜ਼ੀ ਬੰਦਾ ਮੇਰੇ ਨਾਲ ਸਵੇਰ ਨੂੰ ਬੈਠੇ। ਸਿਰਫ ਤਾਂ ਸਿਰਫ 2 ਘੰਟੇ ਦਾ ਟਾਈਮ ਜਿਹੜਾ ਆ ਉਹ ਚਾਹੀਦਾ ਆ। ਮੈਂ 2 ਘੰਟਿਆਂ ਦੇ ਵਿੱਚ ਉਹਨਾਂ ਨੂੰ 2 ਜਾਂ 3 ਲੋਕੇਸ਼ਨਾਂ ਤੇ ਲੈ ਕੇ ਜਾਊਂਗਾ ਜਿਹੜੀਆਂ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਥੱਲੇ ਆ, ਫੈਡਰਲ ਗਵਰਨਮੈਂਟ ਦੇ ਥੱਲੇ ਆ। ਉੱਥੇ ਮੈਂ ਲੈ ਕੇ ਜਾਊਂਗਾ ਤੇ ਔਰ ਉੱਥੇ ਉਹਨਾਂ ਨੂੰ ਦਿਖਾਊਂਗਾ ਕਿ ਆਮ ਇਨਸਾਨ ਦਾ ਕੀ ਹਾਲ ਕੀਤਾ ਜਾਂਦਾ ਆ, ਕਿਵੇਂ ਉਹਨਾਂ ਨੂੰ ਟ੍ਰੀਟ ਕੀਤਾ ਜਾਂਦਾ ਹੈ, ਔਰ ਕਿਹੋ ਜਿਹੀ ਲੈਂਗੁਏਜ ਜਿਹੜੀ ਆ ਉਹਨਾਂ ਦੇ ਨਾਲ ਯੂਜ਼ ਕੀਤੀ ਜਾਂਦੀ ਆ। ਔਰ ਫਿਰ ਤੁਹਾਨੂੰ ਉੱਥੋਂ ਦਿਖਾਵਾਂਗਾ, ਤੁਹਾਨੂੰ ਅਹਿਸਾਸ ਕਰਾ ਦੇਣਗੇ ਕਿ ਤੁਸੀਂ ਥਰਡ ਵਰਲਡ ਦੇ ਵਿੱਚ ਜਿਹੜਾ ਹੈ ਜੀ ਉਹ ਰਹਿ ਰਹੇ ਹੋ। ਔਰ ਮੈਨੂੰ ਤਾਂ ਲੱਗਦਾ ਕਿ ਅਸੀਂ ਦੇਖੋ ਪੰਜਾਬੀ, ਸਾਡੇ ਕਸੂਰ ਕਿਸੇ ਦਾ ਨਹੀਂ ਹੈ, ਸਾਡਾ ਖੁਦ ਦਾ ਹੈ, ਕਸੂਰ ਸਾਡਾ ਹੀ ਆ ਮੰਗਾ ਭਾਜੀ। ਆਪਾਂ ਗਵਾਹ ਆ ਜੀ 1-2 ਵੀਕਾਂ ਦੀ ਗੱਲ ਹੀ ਆ ਕਿ ਅਸੀਂ ਦੋਸਤੋ ਦੇਖੋ, ਅਸੀਂ ਮੈਂ ਨਹੀਂ ਕਹਿੰਦਾ ਹੁੰਦਾ ਅਸੀਂ ਬਹੁਤ ਆ। ਦੇਖੋ ਜੀ ਅਸੀਂ ਮੀਡੀਆ ਵਿੱਚ ਵੀ ਨਾ ਤਾਂ ਤੁਹਾਡੇ
ਭੈਣ ਭਰਾ ਆ ਅਸੀਂ, ਸਾਡੇ ਖੁਦ ਦੇ ਨਾਲ 2-3 ਵੀਕ ਪਹਿਲਾਂ ਇਹ ਇੱਕ ਗੱਲ ਬੜੀ ਭੈੜੀ ਬੀਤੀ ਆ ਕਿ ਸਾਡੇ ਫਾਦਰ ਇਨ ਲਾ ਜਾਂ ਫਾਦਰ ਸਾਹਿਬ ਹਸਪੀਟਲ ਦੇ ਵਿੱਚ ਆ। ਅਗਰ ਤੁਸੀਂ ਉਹਨਾਂ ਨੂੰ ਫੋਨ ਕਰਕੇ ਹਾਲ ਪੁੱਛਦੇ ਆ ਨਾ ਤਾਂ ਤੁਹਾਨੂੰ ਜਵਾਬ ਕੀ ਮਿਲਦਾ ਆ ਕਿ ਫੈਮਿਲੀ ਦਾ ਇੱਕੋ ਹੀ ਮੈਂਬਰ ਕਾਲ ਕਰ ਸਕਦਾ ਜੀ, ਘੜੀ ਘੜੀ ਤੁਸੀਂ ਕਾਲ ਨਹੀਂ ਕਰਨੀ ਇੱਥੇ। ਲੋਕਾਂ ਤੇ ਦੱਸੋ ਜਿਹੜੇ ਬੰਦੇ ਦੀ ਬਾਈਪਾਸ ਸਰਜਰੀ ਹੋਈ ਆ 15-16 ਘੰਟੇ ਦੀ ਜਾਂ 10 ਘੰਟੇ ਦੀ ਜਾਂ 8 ਘੰਟੇ ਦੀ, ਸਾਰੀ ਫੈਮਿਲੀ ਤੜਫਦੀ ਆ ਜੀ ਉਸ ਵੇਲੇ, ਤੜਫਦੀ ਆ ਜੀ ਬਈ ਸਾਨੂੰ ਹਾਲ ਪੁੱਛੀਏ ਕਿਸੇ ਨਾ ਕਿਸੇ ਤਰ੍ਹਾਂ ਪਤਾ ਲੱਗੇ। ਸਾਡੇ ਬਜ਼ੁਰਗਾਂ ਨੂੰ ਇੰਗਲਿਸ਼ ਨਹੀਂ ਆਉਂਦੀ। ਹਾਂਜੀ। ਸੋ ਜੇ ਇੱਕ ਫੈਮਿਲੀ ਮੈਂਬਰ ਨੇ ਘਰੋਂ ਕਾਲ ਕਰ ਦਿੱਤੀ ਆ, ਦੂਜਾ ਫੈਮਿਲੀ ਮੈਂਬਰ ਕੰਮ ਦੇ ਉੱਤੇ ਆ ਤੇ ਤੀਜਾ ਫੈਮਿਲੀ ਮੈਂਬਰ ਕਿਤੇ ਹੋਰ ਬਿਜ਼ੀ ਆ, ਕਿਤੇ ਗਿਆ ਆ, ਤੇ ਉਹਨਾਂ ਦੀ ਸੁਰਤ ਤਾਂ ਹੁੰਦੀ ਆ ਨਾ ਵੀ ਆਪਣੇ ਮਾਪੇ ਦੇ ਵਿੱਚ। ਬਿਲਕੁਲ ਜੀ ਬਿਲਕੁਲ। ਮਾਪੇ ਦੇ ਲਈ ਹਾਲ ਚਾਲ ਪੁੱਛਣ ਦੇ ਲਈ ਉਹ ਤੁਸੀਂ ਕਾਲ ਕਰਦੇ ਹੋ ਤੇ ਐਡੀ ਵੱਡੀ ਸਰਜਰੀ ਨੂੰ ਤੁਸੀਂ ਪੁੱਛਦੇ ਹੋ ਤੇ ਕਹਿ ਦਿੰਦੇ ਆ ਨੋ, ਇੱਕ ਬੰਦਾ ਆਥੋਰਾਈਜ਼ ਆ। ਹਾਲਾਂਕਿ ਲਾਅ ਇਹ ਕਹਿੰਦਾ ਕਿ ਇੱਕ ਬੰਦਾ ਆਥੋਰਾਈਜ਼ ਆ ਸਰਜਰੀ ਦੇ ਵੇਲੇ ਪ੍ਰੈਜ਼ੈਂਟ ਹੋਣਾ। ਉਦੋਂ ਬਾਅਦ ਜਦੋਂ ਇਹ ਸਾਰੇ ਦਾ ਭਾਂਡਾ ਬਣਿਆ ਸੀ ਤੇ ਫਿਰ ਅਪੋਲੋਜਾਈਜ਼ ਕੀਤਾ। ਮੈਂ ਉੱਥੇ ਹੀ ਆਉਣ ਲੱਗਾ ਮੰਗਾ ਭਾਜੀ ਕਿ ਦੇਖੋ ਗੱਲ ਕਰਨ ਦੇ ਲਈ ਟਾਈਮ ਨਹੀਂਗਾ ਉਹਨਾਂ ਕੋਲ ਕਿ ਦੂਸਰਾ ਬੰਦਾ ਫੈਮਿਲੀ ਦਾ ਟਾਈਮ ਨਹੀਂ ਕਰ ਸਕਦਾ, 10 ਬੰਦਿਆਂ ਨੂੰ ਜਵਾਬ ਦੇਣ ਦਾ ਟਾਈਮ ਉਹਨਾਂ ਕੋਲ ਹੈਗਾ। ਜਦੋਂ ਮੀਡੀਆ ਉਹਨਾਂ ਨੂੰ ਕਾਲ ਕਰਦਾ ਨਾ ਦੋਸਤੋ, ਘੜੀ ਘੜੀ ਹਰ ਇੱਕ ਮੀਡੀਆ ਦੇ ਨਾਲ ਹੱਥ ਜੋੜ ਕੇ ਗੱਲਬਾਤ ਕੀਤੀ ਜਾਂਦੀ ਹੈ ਜੀ ਕਿ ਵੀ ਅਪੋਲੋਜਾਈਜ਼, ਅਸੀਂ ਸੌਰੀ ਆ, ਸਾਨੂੰ ਉਦੋਂ ਪਤਾ ਨਹੀਂ ਲੱਗਾ। ਪਹਿਲਾਂ ਹੀ ਇਸ ਚੀਜ਼ ਤੇ ਤੁਸੀਂ ਦੇਖ ਲਓ, ਜੇ ਕਿਸੇ ਦਾ ਪੁੱਤ ਜਾਂ ਕਿਸੇ ਦੀ ਧੀ ਆਪਣੇ ਮਾਪੇ ਦੇ ਲਈ ਕਾਲ ਕਰਦੀ ਆ ਨਾ ਤਾਂ ਉੱਥੇ ਆਪਣੇ ਆਪ ਨੂੰ ਵੀ ਕਦੀ ਰੱਖ ਕੇ ਦੇਖਿਆ ਕਰੋ ਕਿ ਜੇ ਸਾਡਾ ਮਾਮ ਜਾਂ ਸਾਡਾ ਡੈਡ ਇੱਥੇ ਹੁੰਦਾ ਤਾਂ ਫਿਰ ਵੀ ਅਸੀਂ ਇਹੀ ਲੈਂਗੁਏਜ ਇਹੀ ਅਬਿਊਜ਼ ਕਰਨੇ ਸੀ ਉਹਨਾਂ ਦੇ ਨਾਲ। ਮੰਗਾ ਭਾਜੀ ਦੂਸਰੀ ਗੱਲ ਮੈਂ ਇੱਕ ਹੋਰ ਕਹਿੰਦਾ ਕਿ ਜਦੋਂ ਵੀ ਅਸੀਂ ਕਦੇ ਹਸਪੀਟਲ 'ਚ ਕਾਲ ਕਰਦੇ ਆ ਜਾਂ ਕਿਤੇ ਵੀ ਅਸੀਂ ਜਾਂਦੇ ਆ, ਅਗਰ ਤੁਸੀਂ ਥੋੜੀ ਜਿਹੀ ਦੇਖੋ, ਅਸੀਂ ਮੈਂ ਨਹੀਂ ਕਹਿੰਦਾ ਕਿ ਅਸੀਂ ਹਰ ਜਗ੍ਹਾ ਲੜੀਏ ਤਾਂ ਚੰਗਾ ਆ, ਪਰ ਜੇ ਅਸੀਂ ਜ਼ਿਆਦਾ ਨਰਮ ਹੁੰਦੇ ਆ ਨਾ ਤਾਂ ਬੋਲਣ ਤੁਹਾਨੂੰ ਉਹ ਫੇਵਰ ਨਹੀਂ ਦਿੰਦੇ ਜੀ। ਫੇਵਰ ਨਹੀਂ ਦਿੰਦੇ ਬਿਲਕੁਲ ਜੀ, ਕਿਉਂਕਿ ਤੁਹਾਨੂੰ ਆਪਣੀ ਆਵਾਜ਼ ਜਿਹੜੀ ਆ ਉਹਨੂੰ ਰੇਜ਼। ਮੈਂ ਤੁਹਾਨੂੰ ਦੂਰ ਕੀ ਦੱਸਦਾ ਆ, ਮੈਨੂੰ ਲੱਗਦਾ ਕਿ ਮੇਰਾ ਇੱਕ ਅਜ਼ੀਜ਼ ਭਰਾ ਆ ਮੇਰਾ ਗੁਰਦੀਪ ਬੈਨੀਪਾਲ, ਮੈਨੂੰ ਜੁੜਿਆ ਆ। ਮੈਨੂੰ ਯਾਦ ਆ ਕਿ ਮੈਂ ਇੰਡੀਆ ਸੀਗਾ ਤੇ ਉਹ ਇੱਥੇ ਸੀ, ਉਹਦੇ ਬੇਟੇ ਦੇ ਹੱਥ ਤੇ ਸੱਟ ਲੱਗ ਗਈ ਸੀ, ਬਹੁਤ ਛੋਟਾ ਮਾਈਨਰ ਬੇਬੀ ਸੀਗਾ। ਜਾਨੀ ਕਿ ਬੱਚਾ ਜਾਨੀ ਕਿ ਦੁੱਧ ਨਹੀਂ ਸੀ ਪੀ ਰਿਹਾ ਜਾਂ ਉਹਨੂੰ ਕਿੰਨੀ ਦੇਰ ਤੋਂ ਹੋਇਆ ਦੁੱਧ ਨਹੀਂ ਫੁੱਲ ਸੁੱਕ ਰਿਹਾ ਸੀ। ਇਸ ਹਸਪੀਟਲ ਦੇ ਵਿੱਚ ਇੰਨੀ ਗੱਲ ਵੀ ਤੱਕ ਵੀ ਕਹਿ ਦਿੱਤੀ ਗਈ ਸੀ ਕਿਤੇ ਨਹੀਂ ਮਰਨੀ ਚੱਲਿਆ। ਓ ਮਾਈ ਗॉड, ਵਾਹਿਗੁਰੂ। ਔਰ ਮੈਂ ਉੱਥੋਂ ਮੈਨੂੰ ਪਤਾ ਕਿ ਮੈਂਬਰ ਪਾਰਲੀਮੈਂਟ ਤੱਕ ਨੂੰ ਇਨਵੋਲਵ ਮੈਨੂੰ ਕਰਨਾ ਸਾਨੂੰ ਪਿਆ ਸੀਗਾ ਉਸ ਕੇਸ ਦੇ ਵਿੱਚ। ਤੇ ਸਾਨੂੰ ਸਾਡੇ ਇੱਕ ਮੈਂਬਰ ਪਾਰਲੀਮੈਂਟ ਆ, ਅੱਜ ਤੱਕ ਉਹਨਾਂ ਦੇ ਨਾਲ ਮੇਰਾ ਇਸੇ ਚੀਜ਼ ਤੋਂ ਹੀ ਰੋਸ ਸੀਗਾ ਤੇ ਉਹਨਾਂ ਨੇ ਇਹ ਗੱਲ ਕਹਿਤੀ ਸੀ ਕਿ ਛੋਟੇ ਮੋਟੇ ਕੰਮਾਂ ਲਈ ਮੈਨੂੰ ਫੋਨ ਨਾ ਕਰਿਆ ਕਰੋ, ਕਿਸੇ ਦਾ ਬੱਚਾ ਜਿਹੜਾ ਹੈ ਨਾ ਉਹਦੇ ਲਈ ਦੁਨੀਆ ਉਹੀ ਆ। ਬਿਲਕੁਲ ਜੀ, ਉਹੀ ਹੈ ਸਾਰਾ ਕੁਝ, ਉਹਦੀ ਦੁਨੀਆ ਆ, ਉਹਦੇ ਲਈ ਕੋਈ ਦੁਨੀਆ ਦੀ ਚੀਜ਼ ਮਹੱਤਵ ਨਹੀਂ ਰੱਖਦੀ ਉਸ ਟਾਈਮ ਦੇ ਉੱਤੇ। ਜੇ ਅਸੀਂ ਆ ਕੇ ਤੁਹਾਡੇ ਫੱਟੇ ਗੱਡ ਸਕਦੇ ਆ, ਤੁਹਾਡਾ ਇੱਕ ਇੱਕ ਸਾਈਨ ਲਿਜਾ ਕੇ ਲੋਕਾਂ ਦੀਆਂ ਜਿਹੜੀਆਂ ਦੇ ਯਾੜਿਆਂ ਦੇ ਵਿੱਚ ਲਾ ਸਕਦੇ ਆ, ਤੇ ਤੁਹਾਨੂੰ ਵੀ ਜਦੋਂ ਫਿਰ ਕੋਈ ਲੋੜ ਆ, ਸਾਨੂੰ ਐਮਰਜੈਂਸੀ ਦੀ ਤੁਹਾਡਾ ਫਰਜ਼ ਬਣਦਾ ਆ ਕਿ ਤੁਸੀਂ ਆਓ ਸਾਡੇ ਨਾਲ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਡੀ ਸਿਫਾਰਿਸ਼ ਦੇ ਉੱਤੇ ਸਾਡਾ ਕੰਮ ਕਰਾਓ, ਨੋ, ਤੁਸੀਂ ਕਾਨੂੰਨ ਹੀ ਇਦਾਂ ਦਾ ਬਣਾਓ, ਤੁਸੀਂ ਸਿਸਟਮ ਇਦਾਂ ਦਾ ਬਣਾਓ ਜਿਹੜਾ ਹੈਗਾ ਸੀ ਕੈਨੇਡਾ ਦਾ ਸਿਸਟਮ, ਉਹਨੂੰ ਅਸੀਂ ਖਤਮ ਕਰ ਰਹੇ ਹਾਂ, ਅਸੀਂ ਉਜਾੜ ਰਹੇ ਹਾਂ। ਮੰਗਾ ਭਾਜੀ ਦੇਖੋ ਗੱਲ ਮੁੜਕੜ ਉੱਥੇ ਹੀ ਆਉਂਦੀ ਆ ਕਿ ਅਗਰ ਤੁਹਾਡਾ ਕੰਮ ਪ੍ਰੋਪਰ ਹੋ ਰਿਹਾ ਤਾਂ ਫਿਰ ਸਿਫਾਰਸ਼ਾਂ ਦੀ ਕਿੱਥੇ ਲੋੜ ਪੈਂਦੀ ਆ। ਇਹ ਦੇਖੋ ਜੀ ਇੱਕ ਸਿਸਟਮ ਹੀ ਇਦਾਂ ਦਾ ਕਰ ਦਿੱਤਾ ਕਿ ਸਿਫਾਰਸ਼ ਤੋਂ ਬਗੈਰ ਤੁਹਾਡਾ ਕੰਮ ਨਹੀਂ ਹੋਣਾ। ਹੁਣ ਤੁਸੀਂ ਜਦੋਂ ਇੱਥੋਂ GTA ਤੋਂ ਬਾਹਰ ਨਿਕਲ ਜਾਂਦੇ ਆ, ਲੋਕਾਂ ਦੀ ਬੋਲਚਾਲ ਦੇ ਵਿੱਚ ਫਰਕ ਦੇਖੋ, ਲੋਕਾਂ ਦੀ ਗੱਲ ਕਰਨ ਦੇ ਵਿੱਚ ਫਰਕ ਦੇਖੋ ਕਿ ਉਹਨਾਂ ਨੂੰ ਤੁਸੀਂ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਜਾਂ ਸਾਡੇ ਜਿਹੜੇ ਇੱਥੇ ਬਿਊਰੋਕ੍ਰੇਸੀ ਦੇ ਵਿੱਚ ਬੈਠੇ ਆ, ਔਰ ਤੁਸੀਂ ਬੜੀ ਸ਼ਰਮ ਦੀ ਗੱਲ ਇੱਥੇ ਮੈਂ ਦੱਸ ਦਿੰਦਾ ਕਿ ਸਿਟੀ ਆਫ ਬਰੈਂਪਟਨ ਹੋਵੇ, ਬਰੈਂਪਟਨ ਦੇ 70% ਲੋਕ ਬਾਹਰ ਕੰਮ ਕਰਨ ਜਾਂਦੇ ਆ, 70% ਤੋਂ ਵੀ ਉੱਤੇ 75 ਹੀ ਮੇਰਾ ਖਿਆਲ 80% ਲੋਕ ਬਰੈਂਪਟਨ ਸਿਟੀ ਤੋਂ ਬਾਹਰ ਕੰਮ ਕਰਨ ਜਾਂਦੇ ਆ। ਤੇ ਬਰੈਂਪਟਨ ਸਿਟੀ ਦੇ ਵਿੱਚ ਮੇਰਾ ਖਿਆਲ ਕਿ 90% ਜਿਹੜੇ ਲੋਕ ਕੰਮ ਕਰਦੇ ਆ ਸਿਟੀ ਆਫ ਬਰੈਂਪਟਨ ਦੇ ਵਿੱਚ, ਉਹ ਸਾਰੇ ਦੇ ਸਾਰੇ ਬਾਹਰ ਦੀਆਂ ਸਿਟੀਆਂ ਤੋਂ ਆਉਂਦੇ ਆ। ਕੀ ਸਿਟੀ ਆਫ ਬਰੈਂਪਟਨ ਦੇ ਲੋਕਾਂ ਦੇ ਵਿੱਚ ਯੋਗਤਾ ਨਹੀਂ ਹੈਗੀ? ਬਿਲਕੁਲ ਜੀ। ਐਨੀਵੇ ਦੋਸਤੋ, ਸ਼ੋਅ ਸਾਡਾ ਇਸੇ ਤਰ੍ਹਾਂ ਚੱਲਦਾ ਰਹੇਗਾ, ਇਸੇ ਤਰ੍ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹਾਂਗੇ। ਤੁਹਾਡੇ ਕੋਲ ਕੋਈ ਕੁਐਸਚਨ ਹੋਇਆ ਸਾਡੇ ਦੋਨਾਂ ਲਈ ਇਨਪੁਟ ਕਰਨ ਦੇ ਲਈ, ਕੋਈ ਗੱਲਬਾਤ ਹੋਵੇ ਤਾਂ ਤੁਸੀਂ ਸਾਡੇ ਨਾਲ ਕਾਲ ਕਰ ਲਿਓ। ਪਰ ਸਾਡਾ ਬ੍ਰੇਕ ਦਾ ਟਾਈਮ ਸੀ, ਪਰ ਕਾਲ ਆ ਗਈ ਆ, ਪਹਿਲਾਂ ਕਾਲ ਤੇ ਚੱਲਦੇ ਹਾਂ, ਬ੍ਰੇਕ ਬਾਅਦ ਚ ਲੈਂਦੇ ਹਾਂ ਜੀ। ਹੈਲੋ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ। ਬੜਾ ਪੁਰਾਣਾ ਗਾਣਾ ਹੁੰਦਾ ਸੀਗਾ ਜੀ ਹਿੰਦੀ ਦਾ, ਉਹ ਕਹਿੰਦੇ ਥੇ ਮਤਲਬ ਨਿਕਲ ਗਿਆ ਹੈ ਤਾਂ ਪਹਿਚਾਨते नहीं। ਜਰੂਰ ਕਹਿੰਦਾ ਜਾ ਰਹੇ हैं जैसे हमें जानते नहीं। ਵਾਓ, ਸਹੀ ਗੱਲ ਹੈ, ਟਰੂ ਵਾਲੀ ਗੱਲ ਇਹ ਬਿਲਕੁਲ। ਹਾਂਜੀ, ਬਿਲਕੁਲ ਟਰੂ ਹੈ ਜੀ। ਜਿਸ ਵੇਲੇ ਦਾ ਹੁੰਦਾ ਮਤਲਬ ਉਸ ਵੇਲੇ ਤਾਂ ਪੈਰੀ ਹੱਥ ਲਾਉਂਦੇ ਆ। ਹਾਂਜੀ, ਮਗਰਵਾਣੀ ਜਿੱਦੇ ਦੋਨੋਂ ਕੋਲ ਕੰਮ ਪੈ ਜਾ ਬਾਈ ਚਾਂਸ, ਅਸੀਂ ਗੱਲ ਨਹੀਂ ਤੁਹਾਨੂੰ ਜਾਣਦੇ ਵੀ ਨਹੀਂ ਹੈ। ਜਾਣਦੇ ਵੀ ਨਹੀਂ ਹੈ, ਸਹੀ ਗੱਲ ਆ ਜੀ। ਹਾਂਜੀ, ਤੋਂ ਅੱਜ ਕੱਲ੍ਹ ਦੇ ਜਿਹੜੇ ਲੀਡਰ ਆ ਉਹ
मतलब प्रस्त है, मतलब ते मौका मौका ही। और दूसरा कहते होते हैं कि हाथी के दांत खाने के और दिखाने के और बिल्कुल सही गल है जी। धन्यवाद जी। जिन्ना ज्यादा कोई एतबार नहीं, ये पता नहीं कितने बजे ने पार्टा खा जाना। बिल्कुल बिल्कुल जी, धन्यवाद ज्ञान सिंह, धन्यवाद जी। ਥੈਂਕ ਯੂ ਜੀ। ਔਰ ਦੋਸਤੋ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ। ਅਸੀਂ ਹੁਣੀ ਗਏ ਤੇ ਹੁਣੀ ਵਾਪਸ ਆਏ। ਤੁਸੀਂ ਇਸੇ ਤਰ੍ਹਾਂ ਵਿਜ਼ਨ ਪੰਜਾਬ ਟੀਵੀ ਦੇ ਨਾਲ ਜੁੜੇ ਰਹੋ। ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਪਰਿਵਾਰਿਕ ਸਾਂਝ ਦੇ ਵਿੱਚ, ਜੋ ਵਿਜ਼ਨ ਪੰਜਾਬ ਟੀਵੀ ਦੀ ਪੇਸ਼ਕਸ਼ ਜਿਸ ਨੂੰ ਤੁਸੀਂ ਆਪਣੇ ਟੀਵੀ ਦੇ ਉੱਪਰ ਮਾਣ ਰਹੇ ਹੋ, ਦੇਖ ਰਹੇ ਹੋ। ਸੋ ਆਓ ਪਹਿਲਾਂ ਫਿਰ ਇੱਕ ਵਾਰੀ ਸਾਂਝ ਜੌਲ ਸਾਹਿਬ ਦੇ ਨਾਲ ਪਾਉਣੇ ਆ ਤੇ ਫਿਰ ਸਾਡੇ ਨਾਲ ਲਾਈਨ ਤੇ ਗੈਸਟ ਨੇ, ਉਹਨਾਂ ਦੇ ਨਾਲ ਤੁਹਾਨੂੰ ਇੰਟਰੋਡਿਊਸ ਕਰਾਉਣੇ ਆ। ਜੌਲ ਸਾਹਿਬ ਇੱਕ ਵਾਰੀ ਫਿਰ ਸਵਾਗਤ ਹੈ ਜੀ। ਥੈਂਕ ਯੂ ਭਾਜੀ। ਔਰ ਜਿਸ ਤਰ੍ਹਾਂ ਦੋਸਤੋ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕੀਤਾ ਸੀਗਾ ਕਿ ਜਦੋਂ ਅਸੀਂ ਦੋਨੋਂ ਵੀਰ ਅੱਜ ਪ੍ਰੋਗਰਾਮ ਤੇ ਆਏ ਸੀਗੇ ਨਾ, ਕੁਝ ਗੱਲਾਂ ਬਾਤਾਂ ਇਦਾਂ ਦੀਆਂ ਹੋਈਆਂ ਟੋਰਾਂਟੋ 'ਚ ਜਿਨ੍ਹਾਂ ਤੋਂ ਬੜਾ ਦਿਲ ਅੱਜ ਗੁੱਸੇ ਸੀਗਾ ਕਿ ਇੱਕ ਤਾਂ ਜਿਹੜਾ ਸਕੂਲ ਦੇ ਵਿੱਚ ਪੁਲਿਸ ਅਫਸਰ ਨੂੰ ਹਟਾਉਣਾ ਸੀ, ਉਹ ਇੱਕ ਬੜੀ ਮੰਦਭਾਗੀ ਗੱਲ ਸੀਗੀ। ਔਰ ਦੂਜਾ ਚਲੋ ਅਸੀਂ ਪਹਿਲਾਂ ਚੱਲਦੇ ਹਾਂ ਜੀ ਸਾਡੇ ਗੈਸਟ ਦੇ ਨਾਲ। ਇੱਕ ਹੋਰ ਜਿਹੜੀ ਮੰਦਭਾਗੀ ਘਟਨਾ ਟੋਰਾਂਟੋ ਦੇ ਵਿੱਚ ਵਾਪਰੀ ਆ, ਤਕਰੀਬਨ ਹੁਣ ਤੋਂ 40 ਮਿੰਟ ਪਹਿਲਾਂ ਬਰੈਂਪਟਨ ਦੇ ਵਿੱਚ ਜਿਹੜੀ ਹੈ ਜੀ ਸ਼ੂਟਿੰਗ ਹੋਈ ਆ। ਸ਼ੂਟਿੰਗ ਦੇ ਵਿੱਚ ਜਿਹੜੀ ਇੱਕ ਵੂਮਨ ਦੀ ਡੈਥ ਹੋਈ ਆ, ਤਾਂ ਜਿਹੜੇ ਉਹਨਾਂ ਦੇ ਘਰੋਂ ਇੱਕ ਮੈਨ ਨੂੰ ਜਿਹੜਾ ਜੀ ਹਸਪੀਟਲ ਲਿਜਾਇਆ ਗਿਆ, ਉਹਨਾਂ ਦੀ ਵੀ ਹਾਲਤ ਕਾਫੀ ਕ੍ਰਿਟੀਕਲ ਆ। ਇਹਦੇ ਤੇ ਅੱਗੇ ਚੱਲ ਕੇ ਆਪਾਂ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਜੀ ਕਾਲ ਤੇ। ਹੈਲੋ, ਸਤਿ ਸ਼੍ਰੀ ਅਕਾਲ ਰਾਣੇ ਭਾਜੀ, ਸਵਾਗਤ ਹੈ ਜੀ ਪ੍ਰੋਗਰਾਮ ਪਰਿਵਾਰਿਕ ਸਾਂਝ ਦੇ ਵਿੱਚ ਮੇਰੇ ਵੱਲੋਂ ਤੇ ਜੌਲ ਸਾਹਿਬ ਵੱਲੋਂ ਜੀ। ਸਤਿ ਸ਼੍ਰੀ ਅਕਾਲ ਨਾਲ ਦੇ ਨਾਲ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਿਲਕੁਲ ਜੀ। ਤੇ ਟੀਵੀ ਦੇ ਉੱਪਰ ਬਿਲਕੁਲ ਤੁਹਾਡੀ ਹੁਣ ਅਸੀਂ ਪਿਛਲੀ ਵਾਰੀ ਨਹੀਂ, ਅੱਜ ਪਿਕਚਰ ਲਾਤੀ ਆ ਨਾਲ ਆਪਾਂ ਵੀ। ਅਸੀਂ ਗੱਲ ਜਿਹੜੀ ਆ ਜੀ ਕਿਹਨਾਂ ਦੇ ਨਾਲ ਕਰ ਰਹੇ ਆ, ਕਈ ਵਾਰੀ ਕਈਆਂ ਨੂੰ ਭੁਲੇਖੇ ਜਾਂ ਸ਼ੰਕੇ ਰਹਿ ਜਾਂਦੇ ਨਾ। ਠੀਕ ਹੈ, ਚੰਗਾ ਕੀਤਾ। ਨਹੀਂ ਦੋ ਪੋਸਟਾਂ ਜਿਹੜੀਆਂ ਵਿਅੰਗਮਈ ਰਾਣੇ ਭਾਜੀ ਪੜੀਆਂ, ਇੱਕ ਤਾਂ ਸੀ ਵੀ ਬਿਲਕੁਲ ਜਿਨ੍ਹਾਂ ਨੇ ਆਪਣੀਆਂ ਪੈਂਟਾਂ ਜਿਹੜੀਆਂ ਕੁਝ ਤੋਂ ਉੱਪਰ ਨਹੀਂ ਕੀਤੀਆਂ, ਤੇ ਦੂਜੀ ਜਿਹੜੀ ਆ ਪੜੀ ਸੀਗੀ ਕਿ ਬਿਲਕੁਲ ਸਾਡੇ ਵੱਲੋਂ ਹੀ ਜਿਹੜੇ ਹੱਥੀਂ ਕਹ ਲਓ ਵੀ ਲਿਆਂਦੇ ਗਏ ਤੇ ਸਾਡੀਆਂ ਹੀ ਕਹ ਲਓ ਵੀ ਜਿਹੜੀਆਂ ਆਉਣ ਵਾਲੀਆਂ ਨਸਲਾਂ ਆ ਉਹਨਾਂ ਦੇ ਲਈ ਟੋਏ ਜਿਹੜੇ ਆ ਪੱਟਣ ਦੀਆਂ ਜਿਹੜੀਆਂ ਪੱਟ ਹੋ ਗਏ ਆ, ਤਿਆਰੀਆਂ ਨਹੀਂ ਪੱਟੇ ਦਿੱਤੇ ਆ ਜੀ। ਸੋ ਉਹਨਾਂ ਦੇ ਬਾਰੇ ਥੋੜੀ ਜਿਹੀ ਗੱਲਬਾਤ ਕਰਨੀ ਸੀ, ਕਿਉਂਕਿ ਬੜੀ ਮੰਦਭਾਗੀ ਗੱਲ ਹੈ ਕਿ ਜਦੋਂ ਸਿਸਟਮ ਨੂੰ ਖਰਾਬ ਕੀਤਾ ਜਾਂਦਾ ਤੇ ਜਿਹੜੀਆਂ ਸਾਡੇ ਕੋਲ ਸਹੂਲਤਾਂ ਪਹਿਲਾਂ ਹੀ ਹੈਗੀਆਂ ਸੀ ਉਹਨਾਂ ਨੂੰ ਕੱਟਿਆ ਜਾਂਦਾ ਨਾ ਜੀ। ਬਿਲਕੁਲ, ਆਪਾਂ ਜਦੋਂ ਲਾਸਟ ਵਾਰੀ ਗੱਲ ਕੀਤੀ ਆ, ਆਪਾਂ ਉਸ ਦਿਨ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਸੀਗਾ ਕਿ ਇਹ ਕਾਫੀ ਲੰਬੇ ਸਮੇਂ ਤੋਂ ਜਿਹੜੇ ਐਸਆਰਓ ਸਨ, ਜਿਹੜੇ ਸਕੂਲ ਰੋਟੇਸ਼ਨ ਆਫਿਸਰਸ ਸਕੂਲਾਂ ਦੇ ਵਿੱਚ ਲਾਏ ਸਨ। ਔਰ ਇਹਨਾਂ ਕੋਸ਼ਿਸ਼ਾਂ ਦਾ ਇਹ ਕਰਨਾ ਹੁੰਦਾ ਸੀ ਵੀ ਇੱਕ ਜਿਹੜੇ, ਕਿਉਂਕਿ ਬੁਲਿੰਗ ਦੀ ਸਮੱਸਿਆ ਜਿਹੜੀ ਆ ਉਹ ਬਹੁਤ ਵੱਡੀ ਆ ਸਾਰੇ ਕੈਂਪਾਂ ਦੇ ਵਿੱਚ। ਹਾਂਜੀ। ਔਰ ਉਸ ਦੇ ਲਈ ਕਿਉਂਕਿ ਜਿਹੜੇ ਵਿਕਟਮ ਸੀਗੇ ਉਹ ਥੋੜਾ ਜਿਹਾ ਉਹਨਾਂ ਨੂੰ ਹੌਸਲਾ ਰਹਿੰਦਾ ਸੀ, ਕਿਉਂਕਿ ਜਿਹੜੇ ਉਹ ਆਫਿਸਰ ਸੀਗੇ ਉਹ ਉਹਨਾਂ ਦੇ ਨਾਲ ਬਾਸਕਟਬਾਲ ਵੀ ਖੇਡਦੇ ਸੀ, ਜੇ ਸੌਕਰ ਖੇਡਦਾ ਹੁੰਦਾ ਸੀ ਉੱਥੇ ਉਹ ਵੀ ਖੇਡਦੇ ਸੀ। ਉਹਨਾਂ ਦੇ ਬਿਲਕੁਲ ਚੰਗੇ ਰਿਲੇਸ਼ਨ ਉਹਨਾਂ ਦਾ ਹੁੰਦੇ ਸੀ ਤੇ ਉਹ ਇੱਕ ਦੋਸਤਾਂ ਵਾਂਗੂ ਉਹਨਾਂ ਕੋਲ ਆਪਣੀਆਂ ਦੁੱਖ ਰੋ ਸਕਦੇ ਸੀ। ਹਾਂਜੀ। ਔਰ ਦੂਜੀ ਚੀਜ਼ ਵੀ ਜਿਹੜਾ ਖਾਸ ਤੌਰ ਦੇ ਉੱਪਰ ਜਿਹਨਾਂ ਨੇ ਬਦਮਾਸ਼ੀ ਕਰਨੀ ਹੁੰਦੀ ਆ, ਜਦੋਂ ਪਤਾ ਹੋਵੇ ਵੀ ਪੁਲਿਸ ਲੱਗੇ ਇੱਥੇ ਫਿਰਦੀ ਆ ਤੇ ਉਹ ਥੋੜੇ ਜਿਹੇ ਝਕੰਨੇ ਰਹਿੰਦੇ ਆ। ਹਾਂਜੀ। ਦੂਜੀ ਚੀਜ਼ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਵੀ ਪੁਲਿਸ ਜਿਹੜੀ ਆ ਸਿਰਫ ਡੰਡਾ ਬਣਾਉਣ ਦੇ ਉੱਤੇ ਨਹੀਂ ਸੀਗੀ, ਕਿਉਂਕਿ ਆਪਣੇ ਮਨ ਦੇ ਵਿੱਚ ਕਈ ਵਾਰੀ ਪੁਲਿਸ ਦੀ ਤਸਵੀਰ ਜਿੱਥੋਂ ਅਸੀਂ ਆਏ ਆ ਉਸ ਵਾਲੀ ਬਣੀ ਹੁੰਦੀ ਆ। ਬਿਲਕੁਲ। ਉਹ ਜਿਹੜੇ ਸੀਗੇ ਉਹ ਬੱਚਿਆਂ ਨੂੰ ਸਮਝਾਉਂਦੇ ਵੀ ਸੀਗੇ ਕਿ ਭਾਈ ਆਹ ਜੇ ਤੁਸੀਂ ਕੋਈ ਏਦਾਂ ਦੀ ਗੱਲ ਕਰਦੇ ਹੋ ਤੇ ਇਹਦੇ ਤੁਹਾਡੀ ਫਿਊਚਰ ਦੀ ਜ਼ਿੰਦਗੀ ਦੇ ਵਿੱਚ ਕੀ ਕੌਨਸੀਕੁਐਂਸਸ ਹੋ ਸਕਦੇ ਨੇ। ਔਰ ਉਹ ਇੱਕ ਢੰਗ ਦੇ ਨਾਲ ਵਿਗੜਨਾਂ ਨੂੰ ਲੀਹ ਤੇ ਲਿਆਉਣ ਦੇ ਲਈ ਵੀ ਬੜੇ ਕਾਰਗਰ ਸਿੱਧ ਹੁੰਦੇ ਸੀ। ਬਿਲਕੁਲ। ਸੋ ਹੁਣ ਜਿਹੜਾ ਉਹ ਪਿਛਲੇ ਦਿਨੀ ਜਦੋਂ ਬਲੈਕ ਲਾਈਵ ਮੈਟਰ, ਉਸ ਤੋਂ ਬਾਅਦ ਕੁਝ ਇੱਕ ਜਿਹੜੀਆਂ ਉਹ ਧਿਰਾਂ ਜਿਹੜੀਆਂ ਕਹਿ ਲਓ ਵੀ ਹਿਊਮਨ ਰਾਈਟਸ ਦੀ ਆੜ ਦੇ ਹੇਠ ਕੁਝ ਇੱਕ ਹੋਰ ਮਕਸਦ ਜਿਹੜੇ ਉਹ ਪੂਰੇ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀਆਂ ਨੇ, ਜਿਨ੍ਹਾਂ ਦਾ ਇਹ ਜ਼ੋਰ ਲੱਗਾ ਸੀਗਾ ਕਿ ਪੁਲਿਸ ਨੂੰ ਜਿਹੜਾ ਉਹ ਵਿਲਨ ਸਾਬਤ ਕਰਨਾ। ਔਰ ਉਹਦੀ ਆੜ ਦੇ ਹੇਠ ਜਿਹੜੇ ਪੁਲਿਸ ਆਫਿਸਰ ਸਕੂਲਾਂ ਦੇ ਵਿੱਚ ਹੁੰਦੇ ਸਨ, ਉਹਨਾਂ ਨੂੰ ਜਿਹੜਾ ਆ ਉੱਥੋਂ ਹਟਾਉਣ ਦੀ ਗੱਲ ਜਿਹੜੀ ਸੀ ਕੀਤੀ ਗਈ। ਔਰ ਉਹਦੇ ਤੇ ਸਾਡੇ ਜਿਹੜੇ ਰਿਪਰੈਜ਼ੈਂਟੇਟਿਵ ਨੇ, ਤੁਸੀਂ ਵੀ ਵਾਰਡ 9 ਤੇ 10 ਦੇ ਵਿੱਚ ਰਹਿੰਦੇ ਹੋ, ਮੈਂ ਵੀ ਉੱਥੇ ਰਹਿਣਾ, ਅਸੀਂ ਬਲਜੀਤ ਕੌਰ ਸੋਨੀਵਾਲ ਨੂੰ ਚੁਣ ਕੇ ਭੇਜਿਆ ਸੀ। ਉਮੀਦ ਸੀ ਵੀ ਉਹ ਘੱਟੋ ਘੱਟ ਆ ਕੇ ਕਮਿਊਨਿਟੀ ਦੇ ਵਿੱਚ ਇਹ ਮੁੱਦਾ ਰੱਖਣਗੇ ਵੀ ਕਮਿਊਨਿਟੀ ਕੀ ਕਰੇ ਜਿਹਦੇ ਨਾਲ ਇਹ ਚੀਜ਼ ਜਿਹੜੀ ਆ ਉਹ ਨਾ
ਹਾਂਜੀ ਪਰ ਉਹਨਾਂ ਨੇ ਇਹੋ ਜਿਹਾ ਕੁਝ ਨਹੀਂ ਕੀਤਾ। ਬਿਲਕੁਲ। ਉਹ ਚੁੱਪਚਾਪ ਬੈਠੇ ਰਹੇ ਔਰ ਅੱਜ ਇਹ ਖਬਰ ਆਈ ਆ ਕਿ ਪੁਲਿਸ ਬੋਰਡ ਨੇ ਜਿਹੜਾ ਜੀ ਇਹ ਜਿਹੜਾ ਪੌਜ਼ ਕਰ ਦਿੱਤਾ ਜੀ। ਔਰ ਪੁਲਿਸ ਆਫੀਸਰ ਜਿਹੜੇ ਉਹ ਸਕੂਲਾਂ ਦੇ ਵਿੱਚ ਨਹੀਂ ਹੋਣਗੇ ਅਨਲੈਸ ਕਿ ਕਮਿਊਨਿਟੀ ਜਿਹੜੀ ਹੈ ਜੀ ਉਹ ਜ਼ੋਰ ਪਾਵੇ ਤੇ ਫਿਰ ਦੁਬਾਰਾ ਪੁਲਿਸ ਕੋਲ ਉਹਦੇ ਬਾਰੇ ਸੋਚੇ। ਔਰ ਅਸੀਂ ਜਦੋਂ ਇਹ ਮੁੱਦਾ ਤਕਰੀਬਨ 1.5 ਮਹੀਨਾ ਸਾਡੇ ਨੋਟਿਸ ਦੇ ਵਿੱਚ ਆਇਆ ਸੀ, ਉਸ ਤੋਂ ਤੁਰੰਤ ਬਾਅਦ ਰੇਡੀਓ ਤੇ ਫੇਸਬੁੱਕ ਦੇ ਉੱਪਰ ਟੈਲੀਵਿਜ਼ਨ ਦੇ ਉੱਪਰ ਗੱਲ ਕਰਦੇ ਆ ਰਹੇ ਆ। ਜਿਹੜੇ ਪੁਲਿਸ ਆਫੀਸਰ ਜਿਹੜੇ ਉੱਥੇ ਔਨ ਡਿਊਟੀ ਹੁੰਦੇ ਸਨ, ਜਿਹੜਾ ਇੱਕ ਵੱਖਰਾ ਡਿਪਾਰਟਮੈਂਟ ਸੀ, ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਵੀ ਉਹਨਾਂ ਦਾ ਰੋਲ ਕੀ ਹੁੰਦਾ। ਜਿਹੜੇ ਸਕੂਲ ਟਰਸਟੀ ਸਨ ਪਹਿਲਾਂ ਰਹਿ ਚੁੱਕੇ, ਉਹਨਾਂ ਦੇ ਨਾਲ ਉਹਨਾਂ ਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹਦਾ ਇਹ ਕਿਉਂ ਸ਼ੁਰੂ ਹੋਇਆ ਸੀਗਾ, ਇਹਦਾ ਫਾਇਦਾ ਕੀ ਹੈ। ਸੋ ਮੁੱਖ ਦੀ ਗੱਲ ਇਹ ਕਿ ਅਸੀਂ ਕੱਲ ਪਾਸੋਂ ਦੀ ਗੱਲ ਹੀ ਹੈ ਜੀ, ਜਿਹੜਾ ਇੱਕ ਭੰਗ ਦਾ ਕਹਿੰਦੇ ਸਟੋਰ ਖੁੱਲਣ ਲੱਗਾ ਆ ਇੱਥੇ 에ਅਰਪੋਰਟ ਤੇ ਬ੍ਰਾਈਟਨ ਦਾ। ਹਾਂਜੀ ਸਾਡੇ ਗਵਾਂਢ ਚ ਜੇ ਤੋਂ ਲੈ ਕੇ ਇੱਕ ਕੈਂਪੇਨ ਚਲਾਈ ਜਾ ਰਹੀ ਕਿ ਇਹਦਾ ਵਿਰੋਧ ਕਰੋ। ਬਿਲਕੁਲ। ਹਾਂਜੀ, ਪਰ ਦੂਜੇ ਪਾਸੇ ਜਿਹੜੀ ਸਕੂਲਾਂ ਦੇ ਵਿੱਚ ਬੈਠਦੀ ਆ ਹਾਂਜੀ, ਉਹਨਾਂ ਦੇ ਉੱਪਰ ਜੇ ਕਿਤੇ ਪੁਲਿਸ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਸੀ ਤਾਂ ਤਿਆਰ। ਸੋ ਇਹ ਕੀ ਸਾਡਾ ਡਬਲ ਸਟੈਂਡਰਡ ਨਹੀਂ? ਸਹੀ ਹੈ। ਉਹੀ ਹੈ ਕਿ ਕਿਸੇ ਨਾਲ ਗੱਲ ਹੁੰਦੀ ਸੀ, ਕਹਿੰਦੇ ਜੀ ਵੀ ਅੱਖੀ ਦੇਖ ਕੇ ਮੱਖੀ ਨਹੀਂ ਖਾਈ ਜਾਂਦੀ। ਬਿਲਕੁਲ। ਮੈਂ ਕਿਹਾ ਉਹ ਅੱਖਾਂ ਬੰਦ ਕਰਕੇ ਭਾਵੇਂ ਤੁਹਾਨੂੰ ਕੋਈ ਮੱਖੀਆਂ ਦੀ ਭੁਰਜੀ ਬਣਾ ਕੇ ਦੇ ਦੇ, ਇਦਾਂ ਹੀ ਛੱਡ ਜਾਂਦੇ ਆ। ਛੱਡ ਜਾਂਦੇ ਆ, ਸਹੀ ਗੱਲ ਆ। ਸੋ ਅਸੀਂ ਜਿਹੜੇ ਸਾਡੇ ਲੀਡਰ ਨੇ ਘੱਟੋ ਘੱਟ ਚਲੋ ਜੇ ਮੰਨ ਲਓ ਵੀ ਇਹ ਉੱਥੇ ਕੁਝ ਕਰਨ ਜੋਗੇ ਨਹੀਂ, ਘੱਟੋ ਘੱਟ ਬਾਹਰ ਆ ਕੇ ਦੂਜਿਆਂ ਨੂੰ ਦੱਸਣ ਦੇ ਰੌਲਾ ਪਾਉਣ ਭਾਈ ਆਹ ਗੱਲ ਜਿਹੜੀ ਆ ਇਹ ਗਲਤ ਹੋ ਰਹੀ ਹੈ। ਬਿਲਕੁਲ। ਪਰ ਧਿਆਨ ਸਭ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਇੱਕ ਡੰਡੇ ਦੇ ਤੌਰ ਤੇ ਵਰਤਣਾ ਆ ਵੀ ਭਾਈ ਮੈਂ ਸਕੂਲ ਟਰਸਟੀ ਵਧੀਆ ਵੋਟਾਂ ਲੈ ਕੇ ਬਣ ਗਈ ਆ, ਹੁਣ ਮੈਂ ਕਦੇ ਅੱਗੇ ਜਾਓ ਕਿ ਭਾਈ ਵੀ ਮੈਨੂੰ ਐਮਪੀਪੀ ਬਣਾ ਦਿਓ। ਜੇ ਤੁਸੀਂ ਇੱਥੇ ਕੋਈ ਹਾਲ ਦਾ ਕੰਮ ਕੀਤਾ ਹੋਊਗਾ ਤਾਂ ਹੀ ਬੰਦਾ ਸੋਚੂਗਾ ਵੀ ਐਮਪੀਪੀ ਵੇਲੇ ਇਹਨਾਂ ਨੂੰ ਵੋਟਾਂ ਪਾ ਦਿਓ। ਬਿਲਕੁਲ ਬਿਲਕੁਲ ਜੀ, ਬਿਲਕੁਲ। ਦੋ ਰਾਵਾਂ ਨਹੀਂ ਦੇ ਵਿੱਚ। ਜਿਹੜੇ ਲੀਡਰ ਨੇ ਇਹੋ ਜਿਹੇ, ਜਦੋਂ ਅਸੀਂ ਲੀਡਰਾਂ ਦੀ ਜਿਹੜੀ ਉਹਨਾਂ ਦੀ ਪਰਫਾਰਮੈਂਸ ਆ ਉਸ ਨੂੰ ਦੇਖਦੇ ਹੋਏ ਉਹਦੀ ਸਪੋਰਟ ਜਾਂ ਉਹਦਾ ਵਿਰੋਧ ਕਰਨਾ ਨਹੀਂ ਸ਼ੁਰੂ ਕਰਦੇ, ਉਹਨਾਂ ਚਿਰ ਇਹ ਕੰਮ ਸੂਤ ਨਹੀਂ ਆਉਣਾ। ਔਰ ਇਹ ਸਿਰਫ ਫॉर ਗ੍ਰਾਂਟਡ ਲੈ ਜਾਂਦੇ ਨੇ, ਆਪਣਾ ਫਿਰ ਅਧਿਕਾਰ ਸਮਝਣ ਲੱਗ ਪੈਂਦੇ ਨੇ। ਫਿਰ ਇਹ ਐਕਸਪੈਕਟ ਕਰਦੇ ਨੇ ਵੀ ਸਾਨੂੰ ਤੁਸੀਂ ਸਲੂਟ ਮਾਰੀ ਚੱਲੋ ਕਿਉਂਕਿ ਅਸੀਂ ਵੋਟਾਂ ਲੈ ਕੇ ਦਿੱਤੇ ਆ, ਪਬਲਿਕ ਰਿਪਰੈਜ਼ੈਂਟੇਟਿਵ। ਭਾਈ ਰਿਪਰੈਜ਼ੈਂਟ ਤੁਸੀਂ ਕਰੋਗੇ ਤਾਂ ਹੀ ਤੁਸੀਂ ਹੈਗੇ, ਸਿਰਫ ਤੁਸੀਂ ਤਨਖਾਹ ਲੈ ਲਓ ਤੇ ਬਹਿ ਜਾਗੇ। ਸਹੀ ਗੱਲ ਆ ਜੀ। ਔਰ ਅੱਜ ਇਹ ਜਦੋਂ ਫਿਰ ਇਹ ਖਬਰ ਆਈ ਆ ਤੇ ਮਨ ਨੂੰ ਬੜਾ ਦੁੱਖ ਹੋਇਆ ਵੀ ਕਮਿਊਨਿਟੀ ਜਿਹੜੀ ਆ ਉਹ ਕੀ ਸੋਚ ਰਹੀ ਆ, ਇਹ ਹੋ ਕੀ ਰਿਹਾ ਆ। ਬਿਲਕੁਲ। ਇਹ 'ਚ ਕੋਈ ਦੋ ਰਾਵਾਂ ਨਾਲੇ ਭਾਜੀ ਬਰੈਂਪਟਨ ਦੇ ਵਿੱਚ ਜਿਹੜਾ ਅਸੀਂ ਕਿਉਂਕਿ ਇੱਥੇ ਹੁਣ ਸਾਡਾ ਘਰ-ਬਾਰ ਹੈ, ਇੱਥੇ ਅਸੀਂ ਰਹਿੰਦੇ ਆ, ਇੱਥੇ ਹੀ ਆਪਾਂ ਸਾਰਾ ਕੁਝ ਕੀਤਾ ਆ। ਪਰ ਦੁੱਖ ਦੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਅਸੀਂ 70-75% ਬਰੈਂਪਟਨ ਚੋਂ ਬਾਹਰ ਜਾ ਕੇ ਕੰਮ ਕਰਨ ਜਾਂਦੇ ਆ ਤੇ ਬਰੈਂਪਟਨ ਸਿਟੀ ਦੇ ਵਿੱਚ 90% ਜਿਹੜੇ ਲੋਕ ਉਹ ਬਾਹਰੋਂ ਆ ਕੇ ਕੰਮ ਕਰ ਰਹੇ ਆ। ਸਿਟੀ ਆਫ ਬਰੈਂਪਟਨ ਦਾ ਜਿਹੜਾ ਸਟਾਫ ਹੈ ਤੇ ਹਾਂਜੀ, ਕੀ ਸਾਡੇ ਨਿਆਣਿਆਂ ਦੇ ਵਿੱਚ ਜਾਂ ਸਾਡੇ ਜਿਹੜੇ ਇੱਥੇ ਦੇ ਸਿਟੀਜ਼ਨ ਆ ਉਹਨਾਂ ਦੇ ਵਿੱਚ ਇੰਨੀ ਯੋਗਤਾ ਨਹੀਂ ਹੈਗੀ ਬਈ ਉਹ ਇੱਥੇ ਜਿਹੜੇ ਸਿਟੀ ਆਫ ਬਰੈਂਪਟਨ ਦੇ ਵਿੱਚ ਰਹਿ ਕੇ ਕੰਮ ਕਰ ਸਕਣ। ਜਿਹੜਾ ਵੀ ਕੋਈ ਮੈਨੇਜਰ ਆਉਂਦਾ ਹੈ ਸਿਟੀ ਆਫ ਬਰੈਂਪਟਨ ਦਾ, ਉਹ ਆਪਣਾ ਸਾਰਾ ਹੀ ਕੋਡਮਾ ਜਿਹੜਾ ਆ ਬਾਹਰੋਂ ਹੀ ਲੈ ਕੇ ਇੱਥੇ ਆ ਜਾਂਦਾ ਹੈ ਨਾਲੇ। ਬਿਲਕੁਲ ਜੀ, ਇਹ ਆਪਣੇ ਪੰਜਾਬ ਸੁਣਾਉਂਦਾ ਸੀ ਵੀ ਜਦੋਂ ਕਿਤੇ ਜ਼ਿਲ੍ਹੇ ਦੇ ਵਿੱਚ ਐਸਐਸਪੀ ਹੋਣਾ ਨਾ, ਉਹਦੇ ਨਾਲ ਜਿੰਨੇ ਉਹਦੇ ਉੱਤੇ ਅੰਦਰ ਐਸਐਚਓ ਕੰਮ ਕਰਦੇ ਹੁੰਦੇ ਸੀ, ਉਹਨਾਂ ਦੀਆਂ ਬਦਲੀਆਂ ਵੀ ਕਰਾਉਣੀਆਂ, ਆਪਣਾ ਸਟਾਫ ਦਾ ਲਾਣਾ ਜੀ। ਬਿਲਕੁਲ। ਸੋ ਉਹ ਜਿਹਾ ਰਿਵਾਜ ਜਿਹੜਾ ਆ ਉਹ ਵੀ ਇੱਥੇ ਚੱਲਿਆ ਹੋਇਆ, ਕਿਉਂਕਿ ਜਿਹੜੇ ਸਾਡੇ ਨਸਲ ਕੀ ਆ ਵੀ ਜਿਹੜੇ ਕਮਿਊਨਿਟੀ ਨੂੰ ਲੀਡ ਕਰ ਰਹੇ ਨੇ ਨਾ, ਅਸਲ 'ਚ ਉਹ ਨਿਕੰਮੇ ਨੇ। ਉਹ ਕਹਿੰਦੇ ਆ ਵੀ ਸਾਡੀ ਜੌਬ ਹੋ ਗਈ ਸਿਕਿਉਰ। ਹਾਂਜੀ। ਜਾਂ ਫਿਰ ਉਹ ਕਿਸੇ ਨਾ ਕਿਸੇ ਪੱਖੋਂ ਸਟਾਫ ਦੇ ਕਾਰੇ ਹੋ ਜਾਂਦੇ ਆ। ਫਿਰ ਉਹ ਕਹਿੰਦੇ ਯਾਰ ਜੇ ਮੈਂ ਆਹ ਗੱਲ ਕੀਤੀ ਤੇ ਕਿਤੇ ਮੇਰੀ ਜੌਬ ਦੇ ਵਿੱਚ ਪੰਗਾ ਨਾ ਪਵੇ। ਬਿਲਕੁਲ। ਫਿਰ ਉਹ ਜਿਹੜੇ ਉਹ ਰੜਕਾ ਚੋਗਣ ਲੱਗ ਪੈਂਦੇ ਆ ਤੇ ਕਮਿਊਨਿਟੀ ਨੂੰ ਗੁੰਮਰਾਹ ਕਰੀ ਜਾਂਦੇ ਆ। ਕਿਉਂਕਿ ਆਪਾਂ ਦੇਖਿਆ, ਕਿਉਂਕਿ ਪਿਛਲੇ ਜਦੋਂ ਵੀ ਆਪਾਂ ਕੋਈ ਵੀ ਕੰਮ ਨੂੰ ਦੇਖਿਆ, ਜਿਹੜਾ ਮਾੜਾ ਮੋਟਾ ਕੋਈ ਵੀ ਚੁਣਿਆ ਹੋਇਆ ਨੁਮਾਇੰਦਾ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀ, ਵਾਕਿਆ ਹੀ ਉਹਨੂੰ ਕਿਤੇ ਨਾ ਕਿਤੇ ਉਹ ਕਾਣਾ ਕਰ ਦਿੰਦੇ ਆ ਤੇ ਉਹ ਚੁੱਪ ਕਰਕੇ ਜਿਹੜਾ ਆ ਉਹ ਉਸੀ ਥਾਲੀ ਦੇ ਵਿੱਚ ਜਿਹੜੀ ਆ ਚੋਗ ਚੁਗਣ ਲੱਗ ਪੈਂਦਾ, ਜਿਹਦੇ 'ਚ ਬਾਕੀ ਸਾਰੇ ਜਿਹੜੇ ਆ ਉਹ ਚੁਗਦੇ ਹੁੰਦੇ ਆ। ਇਹ ਸਹੀ ਗੱਲ ਹੈ। ਇਹ ਗੱਲਾਂ ਜਿਹੜੀਆਂ ਆ ਇਹ ਆਪਾਂ ਜਿੰਨੀ ਜਲਦੀ, ਮੈਂ ਕਹਿੰਦਾ ਸਾਡੇ ਜਿਹੜੇ ਲੋਕ ਆ ਜਾਂ ਪਬਲਿਕ ਜਿਹੜੀ ਉਹ ਜਿੰਨੀ ਜਲਦੀ ਸਮਝੂਗੀ ਉਨੀ ਜਲਦੀ ਉਹਨਾਂ ਲਈ ਫਾਇਦਾ ਹੋਊਗਾ, ਇਹ ਵਧੀਆ ਰਹੂਗਾ। ਸਮੱਸਿਆ ਦੇ ਮਗਰ ਇਹ ਵੀ ਆ ਵੀ ਜਿਹੜੇ ਸਾਡੇ ਵਰਗੇ ਬੋਲਦੇ ਆ ਉਹਨਾਂ ਨੂੰ ਉਹ ਦੂਰੀ ਬਣਾ ਲੈਂਦੇ ਆ। ਬਿਲਕੁਲ। ਹਾਂਜੀ। ਕਿਉਂਕਿ ਉਹਨਾਂ ਦੀ ਚਾਪਲੂਸੀ ਕਰਨ ਵਾਲੇ ਹੋਰ ਬਹੁਤ ਨੇ। ਹਾਂਜੀ। ਤੇ ਉਹ ਕਹਿੰਦੇ ਸਾਨੂੰ ਉਹਨਾਂ ਦੀ ਬੱਲੇ ਬੱਲੇ ਜਿੱਥੋਂ ਉਹਨਾਂ ਨੂੰ ਮਿਲਦੀ ਆ ਉਹ ਉੱਥੇ ਜਾਈ ਜਾਂਦੇ ਆ, ਇੱਕ ਭਰਮ ਭਾ ਬਣਿਆ ਰਹਿੰਦਾ। ਔਰ ਸਾਡੇ ਲੋਕਾਂ ਦੇ ਵਿੱਚ ਵੀ ਇਹ ਆਦਤ ਆ ਵੀ ਜਿਹੜੇ ਤੁਹਾਡੇ ਕੋਲ ਹੱਥ
ਹੱਥ ਜੋੜ ਕੇ ਜਿੱਤੇ ਹੁੰਦੇ ਆ। ਜਿੱਤਿਆ ਸਾਰ ਹੀ ਅਸੀਂ ਉਹਨਾਂ ਦੇ ਪੂਰੇ ਹੱਥ ਬੰਨ੍ਹ ਕੇ ਬਹਿ ਜਾਂਦੇ ਆ ਵੀ ਇਹ ਕੋਲ ਸਾਡੇ ਮਾਈ ਬਾਪ ਨੇ। ਬਿਲਕੁਲ, ਕਿਉਂਕਿ ਪਹਿਲਾਂ ਮੈਂ ਸਟਾਰਟਿੰਗ ਦੇ ਵਿੱਚ ਰਾਣੇ ਭਾਜੀ ਇਹ ਗੱਲ ਕਹੀ ਸੀ ਵੀ ਅਸੀਂ ਸਾਰੇ ਹੀ ਦੇਖੋ ਉੱਥੋਂ ਇੱਕ ਵਧੀਆ ਸਿਸਟਮ ਦੇ ਵਿੱਚ ਆਏ ਕਰਕੇ ਆਏ ਸੀ ਕੈਨੇਡਾ ਦੇ ਵਿੱਚ, ਪਰ ਉੱਥੋਂ ਉਹ ਲੋਕ ਵੀ ਆ ਗਏ ਆ ਜਿਹੜੇ ਕੁਝ ਪਰਸੈਂਟ ਉੱਥੇ ਦੇ ਲੋਕ ਜਿਨ੍ਹਾਂ ਨੇ ਉੱਥੇ ਦੀ ਪਬਲਿਕ ਨੂੰ ਬੇਵਕੂਫ ਬਣਾਉਣ ਦੇ ਵਿੱਚ ਮਹਾਰਤ ਹਾਸਲ ਕੀਤੀ ਉਹ ਹੁੰਦੀ ਸੀ, ਉਹ ਬਲੱਡ ਜਿਹੜਾ ਉਹ ਇੱਥੇ ਵੀ ਆ ਗਿਆ ਆ। ਸੋ ਇੱਥੇ ਵੀ ਆ ਕੇ ਉਹਨਾਂ ਨੇ ਉਹੀ ਕੰਮ ਜਿਹੜੇ ਆ ਸ਼ੁਰੂ ਕਰ ਦਿੱਤੇ ਆ। ਬਿਲਕੁਲ ਉਹੀ ਆ ਵੀ ਜਿਹੋ ਜਿਹੀ ਕੋਕੋ ਉਹਦੇ ਬੱਚੇ ਵੀ ਘਰ ਹੈਗੇ ਆ। ਹਾਂਜੀ, ਸੋ ਇਹ ਚੀਜ਼ਾਂ ਜਿਹੜੀਆਂ ਨੇ ਜੀ ਇਹ ਮਾਯੂਸ ਕਰਦੀਆਂ ਨੇ। ਔਰ ਸਾਡਾ ਮੋਸਟਲੀ ਇਹ ਹੁੰਦਾ ਕਿ ਭਾਈ ਅਸੀਂ ਸਵੇਰੇ ਉੱਠੇ ਆ, ਜਾ ਕੇ ਦਿਹਾੜੀ ਲਾ ਕੇ ਘਰੇ ਵਾਪਸ ਆ ਗਏ ਆ, ਪੈਸੇ ਕਮਾ ਕੇ ਤੇ ਟੈਕਸ ਵੀ ਲਈ ਜਾਂਦੇ ਆ ਬੱਚਿਆਂ ਦੀਆਂ। ਜੇ ਕੋਈ ਸਕੂਲੋਂ ਆਉਂਦਾ ਜੀ ਵੀ ਆਪ ਇੰਨੇ ਪੈਸੇ ਭੇਜੋ ਵੀ ਲਈ ਜਾਂਦੇ ਆ ਜੀ, ਉਹਨੇ ਦੇ ਵਿੱਚ ਹੀ ਬਹੁਤ ਸਮਝਦੇ ਆ ਵੀ ਯਾਰ ਅਸੀਂ ਤਾਂ ਸਿਆਣਿਆਂ ਦਾ ਬਹੁਤ ਕੁਝ ਕਰ ਰਹੇ ਹਾਂ। ਪਰ ਇਨਡਾਇਰੈਕਟਲੀ ਜਿਹੋ ਜਿਹਾ ਸਾਨੂੰ ਇਨ ਟੱਚ ਰਹਿਣਾ ਚਾਹੀਦਾ ਸਿਸਟਮ ਦੇ ਨਾਲ, ਅੱਜ ਦੀ ਤਰੀਕ ਦੇ ਵਿੱਚ ਸਿਸਟਮ ਨੂੰ ਸਾਡੀ ਕੋਈ ਕੇਅਰ ਨਹੀਂ, ਸਿਸਟਮ ਨੂੰ ਸਾਡੀ ਕੋਈ ਪਰਵਾਹ ਹੈ ਨਹੀਂ। ਉਹਦੇ ਵਿੱਚ ਬਹੁਤਾ ਕਸੂਰ ਸਾਡਾ ਆਪਣਾ ਵੀ ਆ। ਬਿਲਕੁਲ ਜੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਆ। ਔਰ ਮੈਂ ਇੱਕ ਛੋਟੀ ਜਿਹੀ ਇੱਥੇ ਤੁਹਾਡੇ ਨਾਲ ਗੱਲ ਐਡ ਕਰਦਾ ਆ ਕਿ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਦੇ ਵੱਲੋਂ ਕਹਿ ਲਓ ਵੀ ਜਾਣਕਾਰੀ ਜਿਹੜੀ ਕਿਸੇ ਤਰੀਕੇ ਨਾਲ ਹਾਸਲ ਕੀਤੀ ਆ, ਉਹ ਕਹਿੰਦੇ ਵੀ ਸਿਟੀ ਆਫ ਬਰੈਂਪਟਨ ਦੇ ਜਿਹੜੇ ਸਿਟੀਜ਼ਨ ਲੋਕ ਆ ਜਿਨ੍ਹਾਂ ਨੂੰ ਇੰਸ਼ੋਰੈਂਸ ਦੀ ਪ੍ਰੋਬਲਮ ਆ ਨਾ, ਜਿਹੜੇ ਉੱਥੇ ਰਹਿੰਦੇ ਆ ਸਿਟੀ ਆਫ ਬਰੈਂਪਟਨ ਦੇ ਵਿੱਚ, ਉਹਨਾਂ ਦੀ ਤਾਂ ਕਹਿੰਦੇ ਸਾਡੇ ਕੋਲ ਅੱਜ ਤੱਕ ਕਦੀ ਗੱਲ ਹੀ ਨਹੀਂ ਪਹੁੰਚੀ। ਕਹਿੰਦੇ ਜਿਹੜੇ ਤੁਸੀਂ ਨੁਮਾਇੰਦਿਆਂ ਰਾਹੀਂ ਗੱਲਾਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ, ਉਹਨੀ ਕਦੀ ਵੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਜਾਂ ਇੰਸ਼ੋਰੈਂਸ ਦੇ ਡਿਪਾਰਟਮੈਂਟ ਨਾਲ ਬੈਠ ਕੇ ਗੱਲ ਕਰਨ ਦੀ ਟਰਾਈ ਨਹੀਂ ਕੀਤੀ, ਕਹਿੰਦੇ ਕਦੀ ਵੀ। ਅਸਲ ਕੀ ਆ ਜੀ, ਜਿਹੜੀਆਂ ਜਿੰਨੀਆਂ ਇਹ ਵੱਡੀਆਂ ਕੰਪਨੀਆਂ ਨੇ, ਮੋਟੇ ਪੈਸੇ ਵਾਲੀਆਂ ਨੇ ਜੀ, ਜਿੰਨੇ ਸਾਡੇ ਪੋਲੀਟੀਸ਼ੀਅਨ ਨੇ, ਪਾਰਟੀਆਂ ਨੇ, ਇਹ ਉਹਨਾਂ ਤੋਂ ਹੀ ਫੰਡ ਰੇਜ਼ ਕਰਦੀਆਂ ਨੇ। ਗੱਲ ਜਿਹੜੀ ਉਹ ਪਹਿਲਾਂ ਗੱਲ ਕੀਤੀ ਵੀ ਜਿਹੜਾ ਜਿੱਥੋਂ ਖਾਣਾ ਹੈ ਜੀ ਉੱਥੇ ਆ ਕੇ ਚੁੱਕ ਕੇ ਗੱਲ ਕਰੇ, ਚੁੱਪ ਕਰ ਜਾਂਦੇ ਆ। ਬਿਲਕੁਲ ਜੀ, ਧੰਨਵਾਦ ਰਾਣੇ ਭਾਈ, ਤੁਸੀਂ ਸਾਡੇ ਨਾਲ ਆਪਣਾ ਟਾਈਮ ਕੱਢਿਆ ਤੇ ਪਰਿਵਾਰਾਂ ਨਾਲ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ। ਸੋ ਆਪਾਂ ਦੂਜੇ ਵਿਸ਼ੇ ਤੇ ਬਾਹਰੀ ਜੀ ਗੱਲਬਾਤ ਤਕਰੀਬਨ 1.5 ਜ਼ਰੂਰ ਕਰਨੀ ਚਾਹਾਂਗੇ ਜੇ ਸਮਾਂ ਆਇਆ। ਹਾਂਜੀ ਬਿਲਕੁਲ ਜੀ, ਬਿਲਕੁਲ ਜੀ, ਗੋਵਰਨਮੈਂਟ ਉਹਦੀ ਵੀ ਇੰਤਜ਼ਾਰ ਜਿਹੜੀ ਆ ਬਹੁਤ ਕਰਦੇ ਹਾਂਜੀ। ਅਸਲ ਕੀ ਆ ਜੀ ਕਿ ਆਪਾਂ ਸਾਰੇ ਜਿਹੜੇ ਆ ਪੰਜਾਬੀ ਆ ਨਾ, ਹਾਂਜੀ, ਅਸੀਂ ਬਜ਼ੁਰਗਾਂ ਦੀਆਂ ਕੀਤੀਆਂ ਤੇ ਡੀਂਗਾ ਬਹੁਤ ਮਾਰਦੇ। ਬਿਲਕੁਲ, ਅਸੀਂ ਗਾਣੇ ਬੜੇ ਕਿਹੜ ਕੇ ਗਾਉਂਦੇ ਆ ਵੀ ਸਦਾ ਸੂਰਮੇ ਸਮਝਣ ਧੀ ਤੇ ਭੈਣ ਬਦਲਣੀ। ਹਾਂਜੀ, ਪਰ ਜਦੋਂ ਕਿਤੇ ਦਾ ਲੱਗਦਾ ਆ ਤੇ ਅਸੀਂ ਛੱਜ ਚ ਪਾ ਕੇ ਛੱਡਣ ਲੱਗੇ ਮਿੰਟ ਨਹੀਂ ਲਾਉਂਦੇ। ਬਿਲਕੁਲ ਸਹੀ ਗੱਲ ਹੈ। ਦੂਜੀ ਇੱਕ ਸਾਡੀ ਬੜੀ ਵੱਡੀ ਇਹ ਤਰਾਸਦੀ ਆ ਕਿ ਜੇ ਕੋਈ ਮਜਬੂਰ ਆ ਨਾ, ਉਸ ਦੀ ਮਜਬੂਰੀ ਦਾ ਮੁੱਲ ਲਾਉਣ ਲੱਗਿਆ। ਜੇ ਕੋਈ ਮਰਦ ਜਿਹੜਾ ਆ ਆਪਣੇ ਪੈਸੇ ਦੇ ਜ਼ੋਰ ਦੇ ਨਾਲ ਉਸ ਨੂੰ ਖਰੀਦਣ ਦੀ ਕੋਸ਼ਿਸ਼ ਕਰਦਾ, ਹਾਂਜੀ, ਤੇ ਹਮੇਸ਼ਾ ਅਸੀਂ ਕਟਹਿਰੇ ਵਿੱਚ ਔਰਤ ਨੂੰ ਹੀ ਖੜਾ ਕਰਦੇ ਆ। ਬਿਲਕੁਲ, ਜਿਹੜਾ ਮਜਬੂਰੀ ਵੇਚ ਰਿਹਾ ਉਹਨੂੰ ਅਸੀਂ ਕਟਹਿਰੇ ਖੜਾ ਕਰਦੇ ਆ, ਔਰ ਜਿਹੜਾ ਉਸ ਮਜਬੂਰੀ ਨੂੰ ਖਰੀਦ ਰਿਹਾ ਉਹ ਬੜਾ ਮਹਾਨ ਹੋ ਜਾਂਦਾ ਹੈ। ਇਹ ਸਾਡਾ ਜਿਹੜਾ ਇਹ ਇੱਕ ਮਰਦ ਪ੍ਰਧਾਨ ਸਮਾਜ ਦਾ ਕਰੂਪ ਜਿਹੜਾ ਨਾ, ਹਾਂਜੀ, ਇਹ ਅੱਜ ਵੀ ਦੈਤ ਬਣ ਕੇ ਸਾਡੇ ਸਾਹਮਣੇ ਖੜਾ। ਬਿਲਕੁਲ, ਸੋ ਪਿਛਲੇ ਦਿਨਾਂ ਤੋਂ ਜਿਹੜਾ ਇੱਕ ਹਵਾ ਬਣਾਇਆ ਜਾਂ ਬਾਹਰ ਜੋ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਜਿਹਦੇ ਵਿੱਚ ਇੱਕ ਬੜੀ ਵਾਸਟ ਸਟੇਟਮੈਂਟ ਦਿੱਤੀ ਗਈ ਕਿ 50% ਜਿਹੜੀਆਂ ਇੰਟਰਨੈਸ਼ਨਲ ਵਿਦਿਆਰਥੀਆਂ ਨੇ ਉਹ ਇੱਥੇ ਗਲਤ ਕੰਮਾਂ ਦੇ ਵਿੱਚ ਧੰਦੇ ਦੇ ਵਿੱਚ ਬੈਠੇ ਨੇ। ਹਾਂਜੀ, ਉਹਦੇ ਨਾਲ ਕੀ ਆ, ਸੋਸ਼ਲ ਇੰਜੀਨੀਅਰਿੰਗ ਇਹੀ ਹੁੰਦੀ ਆ ਕਿ ਜੇ ਕੋਈ ਲੜਕੀ ਬੱਸ ਸਟਾਪ ਤੇ ਖੜੀ ਆ, ਉਸਨੂੰ ਹਰ ਉਹ ਮਰਦ ਜਿਹੜਾ ਉਹ ਲਲਚਾਈਆਂ ਅੱਖਾਂ ਨਾਲ ਦੇਖੇ। ਜੇ ਕੋਈ ਸ਼ਾਮ ਨੂੰ ਸੈਰ ਕਰਦੇ ਆ, ਉਹਦੇ ਕੋਲ ਦੀ ਗੱਡੀ ਹੌਲੀ ਕਰਕੇ ਲੰਘੇ ਵੀ ਸ਼ਾਇਦ ਇਹਦੇ ਨਾਲ ਗੱਡੀ ਦੀ ਵਜ੍ਹਾ। ਹਾਂਜੀ, ਗੱਲ ਕੀ ਕਿ ਜਿਹੋ ਜੀ ਤੁਹਾਡੀ ਆਪਣੀ ਸਾਈਕੀ ਹੁੰਦੀ ਆ, ਆਪਣਾ ਗੰਦਮੰਦ ਸਿਰ 'ਚ ਭਰਿਆ ਹੁੰਦਾ, ਹਾਂਜੀ, ਉਹ ਗੰਦਮੰਦ ਅਸੀਂ ਬਾਹਰ ਲੋਕਾਂ ਨੂੰ ਟੋਕਦੇ ਆ। ਹੁਣ ਕੀ ਆ ਕਿ ਜਿਹੜੇ ਆਪਣੇ ਇੱਥੋਂ ਦੇ ਵੀ ਆਪਾਂ ਜਿਹੜੇ ਨੇ, ਆਪਣੇ ਬੱਚੇ ਵੀ ਜਿਹੜੇ ਚਾਹੇ ਉਹ ਵਾਟਰਪ੍ਰੂਫ ਜਾਂ ਫਿਰ ਵਿੰਡਸਰ ਜਾਂ ਆਟੋਮਾ ਜਾਂ ਸੱਜੇ ਖੱਬੇ ਹੋਰ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ। ਹੁਣ ਆਪਾਂ ਇਹ ਸੋਚ ਕੇ ਦੇਖੀਏ ਜੇ ਕੋਈ ਸਾਡੇ ਬੱਚਿਆਂ ਬਾਰੇ ਇਹ ਕਹਿਣ ਵੀ ਭਾਈ ਇਹ ਜਿਹੜੇ ਬਾਹਰ ਰਹਿੰਦੇ ਨੇ, ਇੰਡੀਪੈਂਡੈਂਟਲੀ ਰਹਿੰਦੇ ਨੇ, ਤੇ ਇਹ ਸਾਰੇ ਦੇ ਸਾਰੇ ਜਿਹੜੇ ਉਹ ਗਲਤ ਧੰਦੇ ਦੇ ਵਿੱਚ। ਬਿਲਕੁਲ, ਖਾਸ ਕਰਕੇ ਇੱਕ ਸਾਡਾ ਇੱਕ ਸੰਸਕਾਰ ਜਾਂ ਸੱਭਿਆਚਾਰ ਇਹ ਰਿਹਾ ਆ ਵੀ ਅਸੀਂ ਜੇ ਕੋਈ ਪਿੰਡ ਦੇ ਵਿੱਚ ਕੋਈ ਗਲਤ ਕਰਦਾ ਵੀ ਸੀ, ਧੀ ਭੈਣ ਦੀ ਇੱਜ਼ਤ ਸਮਝ ਕੇ ਚੁੱਪ ਰਹਿੰਦੇ ਸੀ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀ। ਪਰ ਅੱਜ ਕੱਲ੍ਹ ਜਿਹੜੀ ਆ ਡੌੜੀ ਪੁੱਟ ਕੇ ਇਸ ਤੱਕ ਦੇ ਨਾਲ ਇਹ ਸਟੀਰੀਓਟਾਈਪਿੰਗ ਜਾਂ ਇੱਕ ਖਾਸ ਇੱਕ ਹੇਟਡ ਫੈਲਾਈ ਜਾ ਰਹੀ ਆ। ਬਿਲਕੁਲ, ਔਰ ਉਹਨਾਂ ਮਾਪਿਆਂ ਦੇ ਉੱਪਰ ਕੀ ਬੀਤਦੀ ਹੋਏਗੀ ਜਿਨ੍ਹਾਂ ਨੇ ਆਪਣੇ
ਆਪਣੇ ਬੱਚੇ ਜਿਹੜੇ ਆ ਪੂਰਾ ਕਰਕੇ ਪਾਲੇ ਹੋਏ ਪੈਸੇ ਪੱਲੋਂ ਲਾ ਕੇ ਇੱਥੇ ਚੰਗੇ ਭਵਿੱਖ ਲਈ ਭੇਜੇ ਆ ਜੀ। ਬਿਲਕੁਲ ਸੋ ਹਰ ਬਾਪਾ ਜਿਹੜਾ ਇਹਦਾ ਤੁਸੀਂ ਪਤਾ ਨਹੀਂ ਮੇਰੀ ਧੀ ਉੱਤੇ ਕੀ ਕਰਦੀ ਹੋਣੀ ਹੈ। ਬਿਲਕੁਲ। ਸਹੀ ਗੱਲ ਹੈ ਜੀ। ਸੋ ਜਿਹੜੀ ਉਸ ਦੇ ਲਈ ਸਾਡਾ ਸਮਾਜ ਵੀ ਜ਼ਿੰਮੇਵਾਰ ਆ, ਕਿਉਂਕਿ ਉਹ ਲੋਕ ਜਿਹੜੇ ਇਹੋ ਜਿਹੀ ਸ਼ਰਮਿੰਦਗੀ ਕਰਦੇ ਨੇ ਸਾਡੇ ਹਮੇਸ਼ਾ ਹੀ ਉਹਨਾਂ ਦੀ ਪਿੱਠ ਤੇ ਖੜਦੇ ਨੇ ਜਾਂ ਫਿਰ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਦੇ ਮਦਦਗਾਰ ਹੀ ਸਾਬਤ ਹੁੰਦੇ ਨੇ। ਸਹੀ ਗੱਲ ਆ। ਔਰ ਜਿਹੜੀ ਇੱਕ ਆਪਣੇ ਵੀ ਧੀਆਂ ਨੇ ਜਾਂ ਫਿਰ ਆਪਣੇ ਘਰਾਂ ਦੇ ਵਿੱਚ ਧੀਆਂ ਜਿਹੜੀਆਂ ਉਹ ਰਹਿੰਦੀਆਂ ਨੇ, ਜੇ 2, 4, 5% ਜੇ ਕਿਤੇ ਗਲਤ ਕੰਮਾਂ 'ਚ ਹੋਣਗੇ ਵੀ ਉਹਦੇ ਸਿਆਣੇ ਬਣ ਕੇ ਉਹਨਾਂ ਦੇ ਹੱਲ ਲੱਭਣ ਦੀ ਲੋੜ ਆ, ਬਿਲਕੁਲ, ਨਾ ਕਿ ਇਸ ਢੰਗ ਦੇ ਨਾਲ ਭੱਜਣ ਦੀ ਲੋੜ। ਸੋ ਜਿਹੜੀ ਇੱਕ ਸੋਸ਼ਲ ਮੀਡੀਆ ਕਰਕੇ ਇੱਕ ਹੋਰ ਚੱਲ ਪਈ ਆ ਜੀ ਵੀ ਮੈਨੂੰ ਸਭ ਤੋਂ ਵੱਧ ਜਿਹੜੇ ਆ ਉਹ ਕਮੈਂਟ ਮਿਲਦੇ ਆ ਜੀ, ਪਸੰਦ ਲੋਕੀ ਕਰਦੇ ਆ ਜੀ, ਲੋਕੀ ਮੈਨੂੰ ਇਹ ਦੇਖਦੇ ਆ ਜੀ, ਤੁਸੀਂ ਨੰਗੇ ਹੋ ਕੇ ਆਪਣੀ ਵੀਡੀਓ ਪਾ ਦੋ, ਲੋਕੀ ਤਾਂ ਦੇਖਣ ਲੱਗ ਪੈਂਦੇ ਆ, ਤਾਂ ਵੀ ਦੇਖਣ ਲੱਗ ਪੈਂਦੇ। ਸਹੀ ਗੱਲ ਆ ਜੀ। ਪਰ ਰਾਣਾ ਭਾਜੀ ਇੱਕ ਸੈਕਿੰਡ, ਰਾਣਾ ਭਾਜੀ ਇੱਕ ਗੱਲ ਮੈਂ ਵੀ ਜ਼ਰੂਰ ਜੀ ਐਡ ਕਰਨਾ ਚਾਹੁੰਦਾ ਕਿ ਜਿਹੜੀਆਂ ਬੱਚੀਆਂ ਟੀਵੀ ਤੇ ਆ ਕੇ ਜਾਂ ਫੇਸਬੁੱਕ ਤੇ ਆ ਕੇ ਬਹਿੰਦੀਆਂ ਉਹਨਾਂ ਨੂੰ ਵੀ ਬੈਠਣਾ ਨਹੀਂ ਚਾਹੀਦਾ, ਕਿਉਂਕਿ ਅਸੀਂ ਨੰਗਾ ਕਿਹਨੂੰ ਕਰ ਰਹੇ, ਆਪਣੇ ਕਮਿਊਨਿਟੀ ਨੂੰ ਨੰਗਾ ਕਰ ਰਹੇ ਹਾਂ ਜੀ ਅੱਜ ਟੀਵੀਆਂ ਤੇ ਬੈਠ ਕੇ ਜਾਂ ਫੇਸਬੁੱਕਾਂ ਤੇ ਬੈਠ ਕੇ। ਆਪਣੇ ਤੁਸੀਂ ਦੇਖਿਆ ਨਾ ਜੇ ਮੰਨ ਲਓ ਕੋਈ ਵੀ ਗੈਰ ਕਾਨੂੰਨੀ ਕੰਮ ਹੁੰਦਾ, ਹਾਂਜੀ, ਜੇ ਸਪੋਜ਼ ਤੁਸੀਂ ਮੈਨੂੰ ਗਾਲਾਂ ਕੱਢਦੇ ਹੋ, ਤੁਸੀਂ ਚਾਰ ਧੱਕੇ ਮਾਰਦੇ ਹੋ, ਇੱਥੇ ਲਾ ਐਨਫੋਰਸਮੈਂਟ ਏਜੰਸੀਜ਼ ਨੇ, ਮੈਂ ਉਹਨਾਂ ਕੋਲ ਜਾਵਾਂ ਹਾਂਜੀ, ਕਿ ਭਾਈ ਆਹ ਚੀਜ਼ ਹੋਈ ਆ, ਉਹ ਐਕਸ਼ਨ ਦੇ ਕੇ ਹਾਂਜੀ। ਕੋਈ ਖਬਰ ਲੱਗ ਗਈ ਆ, ਉਸ ਖਬਰ ਨੂੰ ਬਤੌਰ ਮੀਡੀਆ ਟੈਲੀਕਾਸਟ ਕਰਨਾ, ਬ੍ਰੌਡਕਾਸਟ ਕਰਨਾ ਕੋਈ ਮਾੜੀ ਗੱਲ ਨਹੀਂ। ਹਾਂਜੀ, ਜਦੋਂ ਅਸੀਂ ਜਿਹੜੀਆਂ ਉਹ ਚੀਜ਼ਾਂ ਨੇ ਇੱਕ ਆਪਣੇ ਕੋਲੋਂ ਹੀ ਕਹਾਣੀਆਂ ਫੈਬਰੀਕੇਟ ਕਰਕੇ ਸੁਣੀ ਸੁਣਾਈ ਗੱਲ ਤੋਂ ਤੁਸੀਂ ਮੈਨੂੰ ਦੱਸਤਾ, ਇੱਕ ਹੋਰ ਬੰਦੇ ਨੇ ਮੈਨੂੰ ਦੱਸਤਾ, ਤੇ ਮੈਂ ਉਸ ਨੂੰ ਅੰਤਮ ਸੱਚ ਲੈ ਕੇ ਤੇ ਪ੍ਰਚਾਰਨ ਲੱਗ ਪਵਾਂ, ਸਾਰਿਆਂ ਨੂੰ ਇੱਕ ਢੰਗ ਦੇ ਨਾਲ ਕਟਹਿਰੇ ਖੜਾ ਕਰਦੇ ਆ। ਜਿਹੜੀ ਇਹ ਜਿਹੜੀ ਬੇਵਕੂਫੀ ਆ ਨਾ, ਬਿਲਕੁਲ ਇਹ ਵੀ ਫਿਕਰਮੰਦੀ ਵਾਲੀ ਗੱਲ ਆ। ਔਰ ਇਹੋ ਜਿਹੀ ਬੇਵਕੂਫੀ ਦੇ ਖਿਲਾਫ ਨਾ ਬੋਲਣਾ ਜਿਹੜਾ ਉਦੋਂ ਵੀ ਵੱਡੀ ਉਹ ਤੋਂ ਵੀ ਵੱਡੀ ਆ। ਬਿਲਕੁਲ ਜੀ, ਕਿਉਂਕਿ ਆਪਾਂ ਨੂੰ ਪਿਛਲੇ 20-25 ਸਾਲਾਂ ਤੋਂ ਇਹ ਗੱਲ ਦੇ ਸਾਰੇ ਆਪਾਂ ਗਵਾਹ ਆ ਕਿ ਕਿਵੇਂ ਇਹ ਫੈਬਰੀਕੇਟਡ ਜਿਹੜੀਆਂ ਸਟੋਰੀਜ਼ ਆ ਉਹ ਬਣਾ ਕੇ ਸਿਰਫ ਤੇ ਸਿਰਫ ਇੱਕ ਫੋਕੀ ਸ਼ੌਹਰਤ ਲੈਣ ਦੇ ਲਈ ਆਪਾਂ ਇਹ ਸਾਰਾ ਕੁਝ ਜਿਹੜਾ ਹੈ ਜੀ ਰਚਦੇ ਆ। ਇੱਕ ਫੋਕੀ ਸ਼ੌਹਰਤ, ਇੱਕ ਦੂਜਾ ਇੱਕ ਦਰਅਸਲ ਇੱਕ ਖਾਸ ਤਬਕਾ ਜਿਹੜਾ ਜੀ, ਇੱਕ ਖਾਸ ਏਜੰਸੀ ਜਿਹੜੀਆਂ ਨੇ ਉਹ ਪੰਜਾਬੀਅਤ ਨੂੰ ਭੰਡਣ ਦੀ ਹਮੇਸ਼ਾ ਕੋਸ਼ਿਸ਼ ਕਰਦੀਆਂ ਰਹੀਆਂ ਨੇ। ਹਾਂਜੀ, ਔਰ ਉਹ ਸਮਾਜ ਦੇ ਵਿੱਚ ਇੱਕ ਪਾੜਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਰਹੀਆਂ ਨੇ ਵੀ ਕਿਤੇ ਜੇ ਕਮਿਊਨਿਟੀ ਇੱਕ ਤੌਰ ਦੇ ਉੱਪਰ ਇਕੱਠੀ ਹੋ ਗਈ, ਔਰ ਉਹਦਾ ਸਿਆਸੀ ਤੌਰ ਦੇ ਉੱਪਰ ਵੀ, ਸਮਾਜਿਕ ਤੌਰ ਦੇ ਉੱਪਰ ਵੀ, ਧਾਰਮਿਕ ਤੌਰ ਦੇ ਉੱਪਰ ਵੀ, ਸੋ ਕਿਸੇ ਨਾ ਕਿਸੇ ਤਰ੍ਹਾਂ ਦਾ ਰੇੜਕਾ ਜਿਹੜਾ ਆ ਉਹ ਸਾਡੀ ਕੌਮ ਦੇ ਵਿੱਚ ਹਮੇਸ਼ਾ ਖੜਾ ਰੱਖਿਆ ਜਾਂਦਾ ਜੀ, ਡਿਲੀਬਰੇਟਲੀ। ਬਿਲਕੁਲ ਕੁਝ ਕੁ ਲੋਕ ਜਿਹੜੇ ਆ ਉਹਨਾਂ ਤਾਕਤਾਂ ਦੇ ਭੋਗੇ ਬਣ ਕੇ ਕੰਮ ਕਰਦੇ ਆ। ਬਿਲਕੁਲ ਬਿਲਕੁਲ। ਔਰ ਜਦੋਂ ਫਿਰ ਪਰ ਸਾਡੀ ਕੌਮ ਸਮਝਦੀ ਨਹੀਂ, ਅਸੀਂ ਤੇ ਸਭ ਤੋਂ ਵੱਧ ਜਾਂ ਪਤਾ ਨਹੀਂ ਡਰਦੇ ਆ, ਪਤਾ ਨਹੀਂ ਸਾਨੂੰ ਕੀ ਸਾਡੇ ਅੰਦਰ ਚੋਣ ਹੈਗਾ ਆ, ਉਹਦੇ ਖਿਲਾਫ ਜ਼ਬਾਨ ਹੀ ਨਹੀਂ ਬੋਲਦੇ। ਔਰ ਜੇ ਕਿਤੇ ਕਿਸੇ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਚੱਲ ਰਿਹਾ, ਜੇ ਕਿਤੇ ਉੱਤੇ ਪੋਸਟ ਪਾਈ ਹੋਵੇ, ਕਿਸੇ ਜ਼ਰੂਰਤ ਨਹੀਂ ਪੈਂਦੀ ਥੱਲੇ ਪਾਸੇ ਆ ਕੇ ਕਮੈਂਟ ਹੀ ਕਰਦੇ, ਉਹਦੇ ਨਾ ਬਣਾ ਦਿਓ। ਹਾਂਜੀ, ਸਹੀ ਗੱਲ ਹੈ, ਬਿਲਕੁਲ ਠੀਕ ਆ ਉਹ ਜੀ। ਗੱਡੀ ਅਸੀਂ ਚੰਗੀਆਂ 40 ਬੁਰੀਆਂ ਮਨੋਂ ਸੁਧਾ ਕਾਲੀਆਂ ਤੇ ਬਾਹਰੋਂ ਚਟਵੀਆਂ। ਬਿਲਕੁਲ ਸਹੀ ਗੱਲ ਹੈ ਜੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ, ਧੰਨਵਾਦ ਰਾਣਾ ਭਾਜੀ, ਧੰਨਵਾਦ ਜੀ, ਧੰਨਵਾਦ। ਥੈਂਕ ਯੂ ਭਾਜੀ। ਬਿਲਕੁਲ ਜੀ, ਇਹ ਕੁਝ ਜਿਹੜੀਆਂ ਸੱਚਾਈਆਂ ਕਾਫੀ ਦਿਨਾਂ ਦੀਆਂ ਜਿਹੜੀਆਂ ਜੀ ਇਹ ਸਾਡੇ ਦੋਨਾਂ ਬ੍ਰਦਰਸ ਦੇ ਵੀ, ਔਰ ਇਹ ਭਾਜੀ ਹੁਣੀ ਰਾਣਾ ਬ੍ਰਦਰ ਵੀ ਸਾਡਾ ਅਹਿਮ ਟੀਮ ਦੇ ਮੈਂਬਰ ਨੇ। ਅਸੀਂ ਇਕੱਠੇ ਰੇਡੀਓ ਪ੍ਰੋਗਰਾਮ ਕਰਦੇ ਹਾਂ ਬੜੀ ਦੇਰ ਤੋਂ। ਔਰ ਦੇਖੋ, ਜਦੋਂ ਸੱਚ ਨੂੰ ਸੱਚ ਕਿਹਾ ਜਾਂਦਾ ਨਾ ਤਾਂ ਕਈਆਂ ਨੂੰ ਬਹੁਤ ਲਿੰਗ ਲੱਗਦਾ ਆ। ਸੱਚ ਨੂੰ ਸੱਚ ਕਹਿਣ ਦੀ ਹਿੰਮਤ ਬੰਦੇ 'ਚ ਹੋਣੀ ਚਾਹੀਦੀ ਆ, ਤਾਂ ਫਿਰ ਜੀ ਕੋਈ ਪ੍ਰੋਬਲਮ ਨਹੀਂ। ਜਿੱਦਾਂ ਰਾਣੇ ਭਾਜੀ ਨੇ ਕਿਹਾ ਕਿ ਜੇ ਕੋਈ ਪੋਸਟ ਹੈ ਥੱਲੇ ਪੋਸਟ ਤੇ ਦੇਖੋ ਕਮੈਂਟ ਕਰਨ ਦੀ ਕੋਸ਼ਿਸ਼ ਨਹੀਂ ਕੋਈ ਕਰ ਰਿਹਾ ਜੀ। ਦੇਖੋ ਕਿ ਮੈਨੂੰ ਪਤਾ ਨਹੀਂ ਕੀ ਹੋ ਜਾਣਾ ਆ। ਉਹ ਪੰਜਾਬੀ ਦੀ ਕਹਿੰਦਾ ਲੰਡਾ ਲੁੱਚਾ ਚੌਧਰੀ ਮੁੰਡੀ ਰਨ ਪ੍ਰਧਾਨ, ਹਨਾ, ਇਹ ਕਹਾਵਤਾਂ ਆ ਪੰਜਾਬੀ ਦੀਆਂ। ਉਹ ਕਹਿੰਦੇ ਹੁੰਦੇ ਵੀ ਕਈਆਂ ਨੂੰ ਇਹ ਹੁੰਦਾ ਵੀ ਯਾਰ ਗੰਦ ਦੇ ਵਿੱਚ ਇੱਕ ਗੱਲ ਦੋਸਤੋ ਦਿਮਾਗ ਦੇ ਵਿੱਚ ਰੱਖਿਓ, ਗੰਦ ਨੂੰ ਸਾਫ਼ ਕਰਨ ਦੇ ਲਈ ਗੰਦ ਦੇ ਵਿੱਚ ਉਤਰਨਾ ਹੀ ਪੈਂਦਾ ਆ। ਬਿਲਕੁਲ, ਜੇ ਉਤਰੋਗੇ ਤੇ ਗੰਦ ਸਾਫ਼ ਹੋਣਾ ਆ ਤੇ ਫੇਰ ਹੀ ਉਹਨੂੰ ਸਾਫ਼ ਕਰ ਸਕਦੇ। ਜੇ ਤੁਸੀਂ ਕਹੋ ਕਿ ਮੈਂ ਸਾਈਡ ਤੇ ਰਵਾਂ ਤੇ ਉਹ ਗੰਦ ਹੌਲੀ ਹੌਲੀ ਉਹ ਤੁਹਾਡੇ ਵੱਲ ਨੂੰ ਆਉਂਦਾ ਹੈ, ਇੱਕ ਦਿਨ ਉਹ ਤੁਹਾਨੂੰ ਆਪਣੀ ਲਪੇਟ ਚ ਲੈ ਲਵੇਗਾ। ਸੋ ਸਾਡਾ ਟਾਈਮ ਜਿਹੜਾ ਹੈ ਜੀ ਇੱਥੇ ਹੁਣ ਸਮਾਪਤੀ ਵਾਲਾ। ਜੋਲ ਸਾਹਿਬ ਲਿਖੀਆਂ ਲਾਈਨਾਂ ਫਿਰ ਬਿਲਕੁਲ ਜੀ, ਬਿਲਕੁਲ ਲਾਈਨਾਂ ਅੱਜ ਜ਼ਰੂਰ ਸਾਂਝੀਆਂ ਕਰਕੇ ਜਾਵਾਂਗੇ। ਸਾਡੇ ਸ਼ੋਅ ਦੇ ਨਾਲ ਰਿਲੇਟਡ ਹੀ ਨੇ ਬਿਲਕੁਲ ਲਾਈਨਾਂ ਵੀ, ਪਰ ਉਸ ਤੋਂ ਪਹਿਲਾਂ ਇੱਕ ਅਹਿਮ ਖਬਰ ਜਿਹੜੀ ਆ ਸਾਂਝੀ ਕਰਨੀ ਚਾਹੁੰਦਾ ਸੀਗਾ ਮੰਗਾ ਭਾਜੀ। ਪਿਛਲੇ ਦਿਨਾਂ ਦੇ ਵਿੱਚ ਇੱਕ ਬਰੰਪਟਨ ਦੇ ਵਿੱਚ ਪਾਰਟੀ ਹੋਈ ਆ 200 ਬੰਦੇ ਨੂੰ ਲੈ ਕੇ। ਹਾਂਜੀ,
200 ਬੰਦੇ ਨੂੰ ਲੈ ਕੇ ਤਾਂ ਉਹ ਗਵਾਂਢੀਆਂ ਨੇ ਜਦੋਂ ਕੰਪਲੇਂਟ ਕੀਤੀ ਤੇ ਪੁਲਿਸ ਅਫਸਰਾਂ ਦੀਆਂ ਤਕਰੀਬਨ 6-7 ਗੱਡੀਆਂ ਆਈਆਂ ਹਾਂਜੀ। ਤੇ ਘਰ ਵਾਲੇ ਜਿਹੜੇ ਮੋਹਤਵਾਰ ਸੀ ਉਹਨਾਂ ਨੂੰ $800 ਤੇ $80 ਦੀ ਟਿਕਟ ਪ੍ਰੋਵਾਈਡ ਕੀਤੀ ਉਹਨਾਂ ਨੇ। ਤੇ ਪਰ ਉਸ ਤੋਂ ਬਾਅਦ ਲੋਕਾਂ ਨੇ ਕਾਫੀ ਜੀ ਕਿਹਾ ਕਿ ਤੁਸੀਂ ਫਾਈਨ ਤੇ ਬੜਾ ਜ਼ਿਆਦਾ ਕੀਤਾ ਸੀਗਾ, ਪਰ ਇਹ ਤੁਸੀਂ ਦਿੱਤੀ ਟਿਕਟ ਬੜੀ ਛੋਟੀ ਆ। ਪਰ ਅੱਜ ਮੈਂ ਇੱਕ ਗੱਲ ਜਿਹੜੀ ਸਾਂਝੀ ਕਰ ਦਵਾਂ ਦੋਸਤੋ, ਉਹ ਟਿਕਟ ਦੇ ਨਾਲ ਸਮਾਪਤੀ ਨਹੀਂ ਹੋਈ ਇਸ ਕੇਸ ਦੀ, ਉਸ ਤੇ ਸ਼ੁਰੂਆਤਾਂ ਹੋਈਆਂ ਆ। ਕੋਰਟ ਦੇ ਵਿੱਚ ਪਤਾ ਲੱਗੇਗਾ ਕਿਉਂ ਹੋ ਕੀ ਤੇ ਕਿੱਦਾਂ ਬੀਤਦੀ ਆ। ਡਗ ਫੋਰਡ ਸਾਹਿਬ ਨੇ ਅੱਜ ਇਹ ਕਹਿ ਦਿੱਤਾ ਕਿ ਇਸ ਫੈਮਿਲੀ ਨੂੰ ਘੱਟ ਤੋਂ ਘੱਟ 1 ਲੱਖ ਦਾ ਫਾਈਨ ਹੋਣਾ ਚਾਹੀਦਾ ਆ। ਤੇ ਹੁਣ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਪਰ ਕਿ ਮੈਂ ਗਾਰੰਟੀ ਕਰਦਾ ਕਿ ਹੋਣਾ ਨਹੀਂ ਆ, ਹਾਂਜੀ। ਕਿਉਂਕਿ ਜਿਸ ਬੰਦੇ ਨੇ COVID-19 ਦੇ ਵਿੱਚ ਐਡੀ ਵੱਡੀ ਜਗ੍ਹਾ ਜਿੱਥੇ ਬੱਚੀਆਂ ਦੀ ਡੈਥ ਹੋਈ ਸੀਗੀ, ਜਿਹੜੀਆਂ ਪਿੱਛੇ ਐਕਸੀਡੈਂਟ ਦੇ ਵਿੱਚ ਉਹਦੇ ਨੇੜੇ ਤੇੜੇ ਹੋਈ ਆ, ਹਾਂਜੀ। ਦੇਖੋ ਉੱਥੇ ਹੀ ਕੁਝ ਸਾਡੇ ਜਿਹੜੇ ਸਿਆਸੀ ਲੋਕ ਆ, ਇਹ ਸਾਰੇ ਦੇ ਅੰਦਰੋਂ ਅੰਦਰ ਹੀ ਜਿਹੜੇ ਸਾਡੇ ਪਤਵੰਤੇ ਸੱਜਣ ਆ ਕਮੇਟੀ ਦੇ, ਜਿਨ੍ਹਾਂ ਦੀ ਬਿਲਕੁਲ ਜਿਹੜੇ ਸਾਨੂੰ ਜਿਹਨਾਂ ਤੋਂ ਅਸੀਂ ਸੇਧ ਲੈਣੀ ਉਹ ਗਲਤ ਪਾਸੇ ਲਾਉਂਦੇ ਆ, ਉਹ ਸਭ ਇੱਥੇ ਇਨਵੋਲਵ ਹੋਣੇ ਆ। ਹਾਂਜੀ। ਔਰ ਇਹ ਮੈਂ ਤੁਹਾਨੂੰ ਦੱਸਿਆ ਸੀ ਵੀ ਸਭ ਗੋਲਮਾਲ ਆ ਜੀ। ਤੁਸੀਂ ਇਹ ਦੇਖੋ ਵੀ ਸਭ ਤੋਂ ਇੱਥੇ ਜਿਹੜੀ ਅਹਿਮ ਜਾਣਕਾਰੀ ਦੇਣੀ ਬਣਦੀ ਹੈ ਨਾ ਪਰਿਵਾਰਾਂ ਨੂੰ, ਹਾਂਜੀ। ਜਦੋਂ ਪੀਲ ਪੁਲਿਸ ਨੂੰ ਕਾਲ ਜਾਂਦੀ ਆ, ਹਾਂਜੀ। ਤੇ ਪੀਲ ਪੁਲਿਸ ਪਤਾ ਕੀ ਕਹਿ ਰਹੀ ਹੈ ਉਸ ਕਾਲ ਨੂੰ ਅਟੈਂਡ ਦੇ ਉੱਤੇ? ਉਹ ਕਹਿ ਰਹੀ ਆ ਕਿ ਪੀਲ ਪੁਲਿਸ ਅਜੇ ਉੱਥੇ ਜਾ ਨਹੀਂ ਸਕਦੀ, ਪੀਲ ਪੁਲਿਸ ਲਾਈਫ ਥ੍ਰੈਟਨਿੰਗ ਕਾਲਸ ਦੇ ਉੱਤੇ ਬਿਜ਼ੀ ਆ। ਹੁਣ ਤੁਸੀਂ ਇੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਆ, ਕਿਉਂਕਿ ਜਿਹਦੇ ਉੱਤੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਗੱਲਾਂ ਕਰਦੇ ਆ ਰਹੇ ਹਾਂ ਵੀ ਕੋਵਿਡ ਦਾ ਕੀ ਹੋਊਗਾ ਆ, COVID-19 ਦਾ, ਰਾਈਟ? ਹੁਣ ਤੁਸੀਂ ਦੱਸੋ ਕਿ ਪੀਲ ਪੁਲਿਸ ਦਾ ਜਿਹੜਾ ਉਹ ਜ਼ਿੰਮੇਵਾਰ ਵਿਅਕਤੀ 911 ਦੀਆਂ ਕਾਲਾਂ ਲੈ ਰਿਹਾ ਆ, ਕਿ ਉਹਨੂੰ ਲੱਗਦਾ ਨਹੀਂ ਕਿ ਇਹ ਜਿਹੜੀ ਪਾਰਟੀ ਹੋ ਰਹੀ ਸੀ ਇਹ COVID-19 ਜਿਹੜਾ ਆ ਇਹ ਲਾਈਫ ਥ੍ਰੈਟਨਿੰਗ ਹੈ, ਉਹਨੂੰ ਬ੍ਰੀਚ ਕੀਤਾ ਜਾ ਰਿਹਾ ਸੀ? ਨਹੀਂ, ਇਹ ਲਾਈਫ ਥ੍ਰੈਟਨਿੰਗ ਆ। ਇਹ ਵੀ ਬਿਲਕੁਲ ਜੀ, ਹਾਂਜੀ, ਇਹ ਬਹੁਤ ਵੱਡੀ ਲਾਈਫ ਥ੍ਰੈਟਨਿੰਗ ਆ। ਹਾਂਜੀ, 200 ਬੰਦਾ ਇਕੱਠਾ ਹੋਇਆ ਦੇਖੋ ਜੀ ਇੱਕ ਨਾਲ। ਤਾਂ ਫਿਰ ਪੁਲਿਸ ਅਫਸਰ ਨੇ ਇਹ ਗੱਲ ਕਹਿੰਦਾ ਕਿ ਵੀ ਸਾਡੀ ਪੁਲਿਸ ਤਾਂ ਲਾਈਫ ਥ੍ਰੈਟਨਿੰਗ ਦੇ ਉੱਤੇ ਜਿਹੜੀਆਂ ਕਾਲਸ ਆ ਉਹਨਾਂ ਤੇ ਬਿਜ਼ੀ ਹੈ। ਸੋ ਇਹਦਾ ਮਤਲਬ ਕਿ ਕੋਵਿਡ ਜਿਹੜਾ ਆ ਕਿਤੇ ਇਦਾਂ ਤਾਂ ਨਹੀਂ ਬਾਅਦ ਚ ਨਿਕਲੂਗਾ ਕਿ ਇਹ ਬਹੁਤ ਵੱਡਾ ਹੋਊਗਾ, ਸੀ ਲੋਕਾਂ ਨੂੰ ਡਰਾਇਆ ਸੀ ਤੇ ਹੁਣ ਕੋਈ ਗੱਲ ਨਹੀਂ, ਤੁਸੀਂ ਤੁਰੇ ਫਿਰੋ। ਬਿਲਕੁਲ ਜੀ, ਔਰ ਟਾਈਮ ਬਿਲਕੁਲ ਸਮਾਪਤੀ ਵਾਲਿਆ। ਪਰ ਜਾਣ ਤੋਂ ਪਹਿਲਾਂ ਅੱਜ ਦੇ ਜਿਸ ਤਰ੍ਹਾਂ ਦਾ ਅਸੀਂ ਅੱਜ ਸ਼ੋਅ ਤੁਹਾਡੇ ਅੱਗੇ ਪਰੋਸਿਆ, ਉਮੀਦ ਕੀਤੀ ਆ ਮੈਂ ਅਸੀਂ ਦੋਨੋਂ ਭਰਾਵਾਂ ਨੇ ਕਿ ਤੁਹਾਨੂੰ ਪਸੰਦ ਆਇਆ ਹੋਣਾ। ਕਾਲਾਂ ਤੇ ਮੈਸੇਜ ਕਰਕੇ ਜਰੂਰ ਦੱਸ ਦਿਆ ਕਰੋ ਕਿ ਕੋਈ ਵੀ ਪੇਸ਼ੀ ਹੋਵੇ ਤੇ ਅੱਗੇ ਤੋਂ ਉਹਨੂੰ ਵੀ ਦਰੁਸਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਕਹਿੰਦੇ ਚਲਾਕੀਆਂ ਦੇ ਇਸ ਸ਼ਹਿਰ, ਨਫ਼ਰਤਾਂ ਦੇ ਇਸ ਸ਼ਹਿਰ ਵਿੱਚ ਚਲਾਕੀਆਂ ਦੇ ਡੇਰੇ ਨੇ। ਇੱਥੇ ਉਹ ਲੋਕ ਰਹਿੰਦੇ ਨੇ ਜੋ ਤੇਰੇ ਮੂੰਹ ਤੇ ਤੇਰੇ ਨੇ ਤੇ ਮੇਰੇ ਮੂੰਹ ਤੇ ਮੇਰੇ ਨੇ। ਇਹਨਾਂ ਕੋਲੋਂ ਥੋੜਾ ਜਿਹਾ ਬਚੋ। ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਮੰਗਦੇ ਅਸੀਂ ਦੋਨੋਂ ਵੀਰ, ਤੇ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਕੀਪ ਵਾਚਿੰਗ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ। ਸਤਿ ਸ੍ਰੀ ਅਕਾਲ।